वाहिगुरु साहिब जीओ। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है पीर सच नानक होसी भी सच सूरा सो पहचानिया जो लरै दीन के हेत पुरजा पुरजा कट मरै कबहु न छाड़ै खेत गगन दमामा बाजियो परयो निशानै काव खेत जो मांड्यो सूरमा आब जूझन को दाओ कबीर मोह मरने का चाव है मरो तो हर कै द्वार मत हर पूछे कौन है परा हमारे बार सतगुर आगे शीस भेट देओ जे सतगुर साचे भावै सज्जन सच्चा पातशाह सिर शाहां दे साहो जिस पास बैठिया सोही है सबना दा वेसाहो। गुरु गरीब नवाज अंतरजामी भगत वत्सल किरपा दे खजाने धन धन साहब श्री गुरु ग्रंथ साहब महाराज दी साजी नवाजी होई गुरु रूप गुरु खालसा साध संगत जी आओ प्यार सत्कार नाल सरबत संगतां फतेह उचारण करिए। वाहिगुरु जी का खालसा वाहिगुरु जी की फतेह। अज आपां सारियां संगतां बड़े प्यार नाल धन धन बाबा दीप सिंह जी शहीद महापुरख ब्रह्म ज्ञानी नाम रसीए वीर रसीए महाबली जोधे विद्या मारतंड जिन्ने शुभ गुण ने सारियां दे धारण करन वाले बाबा दीप सिंह जी शहीद जिन्हां दा शहीदी दिन 13 नवंबर नूं संगतां ने संसार भर च मनाया है। सो अज उन्हां दा शहीदी दिन दे संबंध विच ही आपां जीवन दा कुछ हिस्सा जो है श्रवण करांगे। सो ये जो पहलियां समयां विच भाषा विभाग वालों एक सीरीज शुरू कीता सी साहस ते वीरता सीरीज शहीद बाबा दीप सिंह जी भाषा विभाग पंजाब वालों ये पुराने समय दी लिखियां हुई पुस्तकां विच लिखण वाले प्रोफैसर प्रकाश सिंह जी होए ने बड़ा सुंदर जो बाबा जी का जीवन उन्होंने लिखिया पढ़ के पसंद भी आया सारा कुछ बड़ा श्रद्धा पूर्वक है। सो उस वक्त के डायरैक्टर भाषा विभाग पंजाब के डॉक्टर मदन लाल हसीजा जी होए ने उन्होंने भी बड़ा सुंदर लिखिया इस पुस्तक के संबंध में 2 अखर और उन्हों की श्रद्धा भी देखो लिखण का की कारण है क्यों ये सीरीज शुरू किए गए ने ताकि आपां नूं अपने वीर योधे जिन्ने अज तक होए ने उन्हां बारे ज्ञान हो सके
ਪੰਜਾਬ ਦਾ ਇਤਿਹਾਸ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਹੀ ਇਤਿਹਾਸ ਹੈ। ਪੰਜਾਬੀਆਂ ਸੰਬੰਧੀ ਇੱਕ ਕਹਾਵਤ ਕਹਿੰਦੇ ਪ੍ਰਸਿੱਧ ਹੈ ਕਿ ਪੰਜਾਬ ਦੇ ਜੰਮੇ ਨੂੰ ਨਿਤ ਮੁਹਿੰਮਾਂ, ਕਿਉਂਕਿ ਮੁੱਢ ਕਦੀਮ ਤੋਂ ਪੰਜਾਬ ਭਾਰਤ ਦਾ ਦਰਵਾਜ਼ਾ ਰਿਹਾ ਹੈ। ਇਸ ਲਈ ਭਾਰਤ ਉੱਤੇ ਹਮਲਾ ਕਰਨ ਵਾਲਿਆਂ ਦੇ ਜ਼ੁਲਮ ਤੇ ਤਸ਼ੱਦਦ ਪੰਜਾਬੀਆਂ ਨੂੰ ਹਮੇਸ਼ਾ ਹੀ ਸਹਿਣੇ ਪੈਂਦੇ ਰਹੇ ਨੇ। ਨਤੀਜੇ ਵਜੋਂ ਮੱਧਕਾਲੀ ਪੰਜਾਬ ਦਾ ਸਮਾਜਿਕ ਸੰਗਠਨ ਨਿਰਬਲ ਅਤੇ ਬਹੁਤ ਅਤਿ ਕਮਜ਼ੋਰ ਹੋ ਗਿਆ। ਇਹੋ ਜਿਹੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਜਾਬ ਦੇ ਵਾਸੀਆਂ ਨੂੰ ਚੜ੍ਹਦੀ ਕਲਾ ਵਾਲਾ ਅਹਿਸਾਸ ਬਖਸ਼ਿਆ। ਨਵੇਂ ਸਿਰਿਓਂ ਸੁਰਜੀਤ ਕੀਤੇ ਪੰਜਾਬੀਆਂ ਨੂੰ ਨਵੇਂ ਸਿਰਿਓਂ ਸਾਜ ਕਰਕੇ ਖਾਲਸਾ ਪੰਥ ਨੂੰ ਮਾਨੋ, ਜਿਵੇਂ ਪੰਜਾਂ ਦੇ ਸੀਸ ਲੈ ਕੇ ਫਿਰ ਸੁਰਜੀਤ ਕਰਨਾ ਅੰਮ੍ਰਿਤ ਦੇ ਨਾਲ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਦਰਜਾ ਬਖਸ਼ਿਆ, ਸਿੰਘਾਂ ਦਾ ਰੁਤਬਾ ਪ੍ਰਦਾਨ ਕੀਤਾ। ਸੋ ਇਹਨਾਂ ਸੂਰਬੀਰ ਸ਼ੇਰਾਂ ਨੇ ਸਮਾਜ ਵਿਰੋਧੀਆਂ, ਹਮਲਾਵਰਾਂ, ਜ਼ਾਲਮ ਤੇ ਜਨਤਕ ਦੋਖੀਆਂ ਦਾ ਬਹੁਤ ਡਟ ਕੇ ਮੁਕਾਬਲਾ ਕੀਤਾ, ਕੁਰੀਤੀਆਂ ਕੱਢੀਆਂ, ਭਰਮ ਦੂਰ ਕੀਤੇ। ਪੰਜਾਬ ਦੇ ਲੋਕ ਜੋ ਥੱਲੇ ਨੂੰ ਬਿਲਕੁਲ ਹੀ ਬੈਠ ਗਏ ਸਨ, ਉਸ ਵਕਤ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ, ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ਾਂ ਕੀਤੀਆਂ। ਸੋ ਇਹੋ ਜਿਹੇ ਬਹਾਦਰ ਸਿੰਘਾਂ ਵਿੱਚੋਂ ਸਿਰਮੌਰ ਸ਼੍ਰੋਮਣੀ ਨਿਧੜਕ ਸਿੰਘ ਬਾਬਾ ਦੀਪ ਸਿੰਘ ਜੀ ਹੋਏ ਨੇ, ਜਿਨਨੇ ਵੀ ਬੇਨਤੀ ਕੀਤੀ ਹੈ ਕਿ ਗੁਣ ਲਾ ਲਈਏ। ਪੂਰਨ ਬ੍ਰਹਮ ਗਿਆਨੀ, ਸੰਤ ਮਹਾਤਮਾ, ਪੂਰਨ ਪੁਰਖ, ਚੜ੍ਹਦੀ ਕਲਾ ਵਾਲੇ ਸਿੰਘ, ਨਿਧੜਕ ਜਰਨੈਲ, ਮਹਾਬਲੀ ਯੋਧੇ, ਸਾਰੇ ਗੁਣ ਨੇ। ਜਨਨੀ ਜਨੈ ਤਾਂ ਭਗਤ ਜਨ, ਇਹ ਵੀ ਹੈ। ਕੈ ਦਾਤਾ ਕੈ ਸੂਰ, ਇਹ ਵੀ ਦੋਨੋਂ ਤਿੰਨੇ ਗੁਣ ਸਾਰੇ। ਨਾਹੇ ਤਾਂ ਜਨਨੀ ਬਾਝ ਰਹਿ, ਕਾਹੇ ਗਵਾਵਹਿ ਨੂਰ। ਸੋ ਇਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇੱਕ ਸੂਝਵਾਨ, ਦਲੇਰ ਤੇ ਸੁਲਝੇ ਹੋਏ ਆਗੂ ਅਤੇ ਬਹੁਤ ਜ਼ਿਆਦਾ ਅਥਾਹ ਬਾਹੂਬਲ ਵਾਲੇ ਯੋਧੇ ਹੋਏ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ੍ਰੇਸ਼ਟ ਵਿਦਵਤਾ, ਡੂੰਘੀ ਸਿੱਖੀ, ਜਜ਼ਬਾ ਬਹੁਤ ਜ਼ਿਆਦਾ, ਜਿਨ੍ਹਾਂ ਵਿੱਚ ਸਿੱਖੀ ਭਰੀ ਹੋਈ ਸੀ ਕੁੱਟ-ਕੁੱਟ ਕੇ। ਅਕਾਲ ਪੁਰਖ ਦੀ ਬੜੀ ਬਖਸ਼ਿਸ਼, ਕਲਗੀਧਰ ਦੀ ਬਖਸ਼ਿਸ਼ ਅਤੇ ਨਾਮ ਬਾਣੀ ਦਾ ਅਭਿਆਸ, ਸੇਵਾ ਦਾ ਬਹੁਤ ਜ਼ਿਆਦਾ ਚਾਉ ਉਮਾ। ਰਾਤ ਦਿਨ ਵਿੱਚ ਘੰਟਾ 2 ਘੰਟੇ ਹੀ ਵਿਸ਼ਰਾਮ ਕਰਦੇ ਸੀ, ਬਸ ਇੱਕ ਜਿੱਦਾਂ ਚਾਉ ਹੀ ਚੜਿਆ ਰਹਿੰਦਾ, ਸੇਵਾ ਦਾ, ਬੰਦਗੀ ਦਾ, ਬਾਣੀ ਪੜ੍ਹਨ ਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਵਿੱਚ ਇਹ ਸੋਹਣੇ ਗੁਣ ਦੇ ਨਾਲ ਨਾਲ ਵਿਦਵਤਾ ਬੜੀ ਸੀ, ਡੂੰਘਾ ਸਿੱਖੀ ਜਜ਼ਬਾ, ਨਾਮ ਬਾਣੀ ਦਾ ਅਭਿਆਸ। ਇਹ ਗੁਣਾਂ ਦਾ ਸਦਕਾ ਹੀ ਇਹਨਾਂ ਨੂੰ ਬਾਬਾ ਦੀ ਉਪਾਧੀ ਸਾਰਿਆਂ ਨੇ ਦਿੱਤੀ। ਬਾਬਾ ਜੀ ਨਾਲ ਸਮਾਨੇ ਗਏ। ਇੱਕ ਤਾਂ ਉਮਰ ਵੀ, ਦੂਸਰਾ ਕੋਈ ਇਹ ਵੀ ਹੁੰਦਾ ਜਿਵੇਂ ਧੰਨ ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇਹ ਜੇ ਕਹੀਏ ਕਿ ਲਾਲਨਾਮੇ ਪੰਡਤ ਨੇ ਕਿਹਾ ਛੋਟੀ ਜੀ ਉਮਰ ਹੈ, ਇਹਨਾਂ ਨੂੰ ਗੁਰੂ ਸਾਹਿਬ ਕਹੀ ਜਾਂਦੇ ਹੋ, ਫਿਰ ਉਹਨੇ ਦਰਸਾ ਵੀ ਦਿੱਤਾ। ਪਦਵੀ ਦੀ ਗੱਲ ਹੈ, ਜਿੱਥੇ ਮਹਾਨ ਕਾਰਜ ਕੀਤੇ ਜਾਂਦੇ ਨੇ। ਧੰਨ ਧੰਨ ਬਾਬਾ, ਛੋਟੀ ਜੀ ਉਮਰ 'ਚ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਬਾਬਾ ਇੱਕ ਵੱਡੀ ਪਦਵੀ ਹੈ ਗੁਰੂ ਘਰ ਦੀ, ਬਾਬਾ ਬੁੱਢਾ ਜੀ ਸਾਹਿਬ। ਸੋ ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਛਕਣ ਅਤੇ ਸ਼ਸਤਰ ਵਿੱਦਿਆ ਪ੍ਰਾਪਤ ਕਰਨ ਦਾ ਮਾਣ ਵੀ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖੁਦ ਬਾਬਾ ਦੀਪ ਸਿੰਘ ਜੀ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਸੇਵਾ ਸੰਭਾਲ ਅਤੇ ਸਿੱਖੀ ਦਾ ਪ੍ਰਚਾਰ ਸੌਂਪਿਆ ਆਪ। ਬਾਬਾ ਜੀ ਜਦੋਂ ਵੀ ਦੇਸ਼ ਕੌਮ ਦੀ ਸੇਵਾ ਲਈ ਸਿੰਘਾਂ ਨੂੰ ਪ੍ਰੇਰਦੇ ਤਾਂ ਸਿੰਘ ਵਹੀਰਾਂ ਪਾ ਕੇ ਆ ਹਾਜ਼ਰ ਹੁੰਦੇ ਸੀ। ਪ੍ਰਤਾਪ ਬੜਾ ਸੀ, ਇੱਕੋ ਹੀ ਆਵਾਜ਼ ਮਾਰਦੇ ਸੀ। ਬਾਬਾ ਜੀ ਦੀ ਵੱਡੀ ਜਿਹੜੀ ਖੂਬੀ ਇਹ ਸੀ ਕਿ ਜੰਗ ਦੇ ਮੈਦਾਨ ਵਿੱਚ ਉਹ ਆਪ ਸਭ ਤੋਂ ਅੱਗੇ ਹੁੰਦੇ ਸੀ। ਇਹ ਨਹੀਂ ਕਿ ਪੁਰਾਣੀ ਇੱਕ ਕਹਾਵਤ ਹੈ, ਕਹਿੰਦੇ ਪਿੰਡਾ ਅੱਗੇ ਪੁੱਤਾ ਪਿੱਛੇ। ਮੈਂ ਪੁੱਛਿਆ ਸਿਆਣ ਨੂੰ ਇਹ ਕਹਾਵਤ ਦਾ ਮਤਲਬ ਕੀ ਹੈ? ਕਹਿੰਦੇ ਲੜਾਈ ਹੋ ਗਈ 2 ਪਿੰਡਾਂ ਦੀ,
ਇੱਕ ਕਹਿੰਦੇ ਮਾਤਾ ਆਪਦੇ ਨਿਆਣੇ ਨੂੰ ਤਾਂ ਕਹੇ ਪੁੱਤਾ ਪਿੱਛੇ ਰਹਿ, ਤੂੰ ਪਿੰਡ ਨੂੰ ਸ਼ਾਬਾਸ਼, ਪਿੰਡ ਵਾਲਿਓ ਅੱਗੇ ਹੋ ਕੇ ਲੜੋ ਭਾਈ, ਉਹ ਆਪਦੇ ਮੁੰਡੇ ਨੂੰ ਪਿੱਛੇ ਪਿੱਛੇ ਕਰੀ ਜਾਵੇ। ਇੱਥੇ ਬਾਬਾ ਦੀਪ ਸਿੰਘ ਜੀ ਆਪ ਅੱਗੇ ਹੋ ਕੇ, ਜਰਨੈਲ ਉਸੇ ਦਾ ਨਾਂ ਜਿਹੜਾ ਅੱਗੇ ਹੋ ਕੇ ਲੜੇ, ਬਾਬਾ ਜੀ ਅੱਗੇ ਹੋ ਕੇ ਲੜਦੇ ਰਹੇ। ਤੇ ਅੰਗ ਸੰਗ ਤੁਮ ਲਾਗ ਰਹੋ, ਜੋ ਪਾਛੈ ਪਗ ਨਾ ਧਰੇ। ਉਗਰਦੰਤੀ ਬਾਣੀ ਚ ਮਹਾਰਾਜ ਨੇ ਬਚਨ 10ਵੇਂ ਪਾਤਸ਼ਾਹ ਨੇ ਲਿਖਿਆ। ਸੋ ਬਾਬਾ ਜੀ ਦਾ ਬਾਹੂਬਲ ਤੇ ਜੋਰੋ ਜਲਾਲ ਵੇਖ ਕੇ ਜ਼ਾਲਮਾਂ ਦੇ ਵੱਡੇ ਵੱਡੇ ਜਰਨੈਲ ਇਹਨਾਂ ਦੀ ਤਾਬ ਨਹੀਂ ਸੀ ਝੱਲ ਸਕਦੇ ਹੁੰਦੇ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸ੍ਰੀ ਤਰਨਤਾਰਨ ਸਾਹਿਬ ਤੋਂ ਚੱਲਣ ਸਮੇਂ ਬਾਬਾ ਜੀ ਨੇ ਇਹ ਅਰਦਾਸਾ ਸੋਧਿਆ ਕਿ ਅਕਾਲ ਪੁਰਖ ਫਤਿਹ ਬਖਸ਼ਣ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਸ਼ਹੀਦੀ ਦੀ ਦਾਤ ਨਾ ਬਖਸ਼ਣ। ਦੇਖੋ ਇਹ ਵੀ ਸਿੱਖ ਦਾ ਦਾਈਆ। ਉਹਨਾਂ ਦੀ ਇਹ ਅਰਦਾਸ ਪ੍ਰਵਾਨ ਹੋਈ। ਲੜਦਿਆਂ ਲੜਦਿਆਂ ਰਸਤੇ ਵਿੱਚ ਇੱਕ ਅਕਹਿ ਵਾਰ ਨਾਲ ਸਾਂਝਾ ਵਾਰ ਚੱਲ ਗਿਆ। ਜਦੋਂ ਬਾਬਾ ਜੀ ਦਾ ਸੀਸ ਲੱਥ ਗਿਆ, ਉਹ ਆਪਣਾ ਸੀਸ ਤਲੀ ਤੇ ਰੱਖ ਕੇ ਲੜਦੇ ਰਹੇ ਤੇ ਅੰਤ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿੱਚ ਆਪਣਾ ਸੀਸ ਜਾ ਕੇ ਭੇਟਾ ਕੀਤਾ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪੰਜਾਬੀ ਪਾਠਕਾਂ ਨੂੰ ਕਹਿੰਦੇ ਆਪਣੇ ਸੂਰਬੀਰਾਂ ਦੇ ਜੀਵਨ ਤੋਂ ਜਾਣੂ ਕਰਾਉਣ ਲਈ ਭਾਸ਼ਾ ਵਿਭਾਗ ਪੰਜਾਬ ਨੇ ਸਾਹਸ ਅਤੇ ਵੀਰਤਾ ਸਿਰਜ ਅਧੀਨ ਪੁਸਤਕਾਂ ਤਿਆਰ ਕਰਨ ਦਾ ਉਪਰਾਲਾ ਕੀਤਾ ਸੀ। ਇਹ ਹਥਲੀ ਪੁਸਤਕ ਜਿਹੜੀ ਹੈ, ਕਹਿੰਦੇ ਨੇ ਕਿ ਸ਼ਹੀਦ ਬਾਬਾ ਦੀਪ ਸਿੰਘ ਇਸ ਸੀਰੀਜ਼ ਦੀ ਇੱਕ ਕੜੀ ਹੈ। ਇਸ ਪੁਸਤਕ ਦਾ ਪਹਿਲਾ ਐਡੀਸ਼ਨ 1980 ਵਿੱਚ ਛਪਿਆ। ਫਿਰ ਇਹਦੀ ਬਹੁਤ ਮੰਗ ਵਧੀ ਜਦੋਂ ਫਿਰ ਦੁਬਾਰਾ ਛਾਪਿਆ ਗਿਆ। ਇਹ ਜਿਹੜੀ ਪੁਸਤਕ ਛਾਪੀ ਗਈ ਆ, ਆਸ ਹੈ ਵੀ ਇਹ ਪੁਸਤਕ ਕਹਿੰਦੇ ਨੇ ਬੱਚਿਆਂ ਦੇ ਮਨਾਂ ਵਿੱਚ ਸੱਚਾਈ, ਅਣਖ, ਸਵੈ ਭਰੋਸਾ ਅਤੇ ਸਵੈ ਰੱਖਿਆ ਦਾ ਜਜ਼ਬਾ ਉਭਾਰਨ ਵਿੱਚ ਸਹਾਈ ਹੋਵੇਗੀ। ਇਹ ਡਾਕਟਰ ਮਦਨ ਲਾਲ ਹਸੀਜਾ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕੁਝ ਅੱਖਰ ਲਿਖੇ। ਮੈਂ ਤਾਂ ਇਹ ਚੀਜ਼ਾਂ ਸੁਣਾਈਆਂ ਵੀ ਇੱਕ ਹਿੰਦੂ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਹੋਏ ਡਾਇਰੈਕਟਰ ਸਨ, ਉਹਨਾਂ ਨੇ ਬਾਬਾ ਜੀ ਦੀ ਕਿੰਨੀ ਤਾਰੀਫ ਕੀਤੀ ਤੇ ਇਹ ਲਿਖਿਆ ਵੀ ਸੀਸ ਉਹਨਾਂ ਦਾ ਲੱਥ ਗਿਆ, ਇਹ ਤਲੀ ਤੇ ਰੱਖਿਆ, ਜੰਗ ਕੀਤਾ, ਹਰਮੰਦਰ ਸਾਹਿਬ ਤੱਕ ਪਹੁੰਚੇ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ ਬਚਨ ਕਮਾਇਆ। ਤੋ ਇਸੇ ਪ੍ਰਕਾਰ ਜੋ ਲਿਖਣ ਵਾਲੇ ਹਨ ਉਹਨਾਂ ਨੇ ਵੀ ਆਪਣਾ ਨਿਸ਼ਚਾ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਨੇ ਦ੍ਰਿੜ ਕਰਵਾਇਆ ਹੈ। ਮੈਂ ਤਾਂ ਸੁਣਾਇਆ ਵੀ ਅੱਜ ਕੱਲ ਦੇ ਲੋਕ ਬਹੁਤ ਸਾਰੀਆਂ ਗੱਲਾਂ ਬੋਲਦੇ ਨੇ, ਇਸ ਕਰਕੇ ਆਪਾਂ ਕੱਲੇ ਜੇ ਹੁਣ 2 ਬੰਦੇ 4 ਬੰਦੇ ਖੜੇ ਹੋ ਜਾਣ, ਸੋ ਕਹਿੰਦੇ ਨੇ ਕਾਵਾਂ ਦੇ ਕਹੇ ਕਦੇ ਢੱਗੇ ਨਹੀਂ ਮਰਦੇ, ਪੁਰਾਣੀ ਕਹਾਵਤ ਆ। ਇਹ ਰੌਲਾ ਜੇ ਪਾਉਣ ਵਾਲੇ ਨੇ 5 10 20 ਬੰਦੇ, ਇਹ ਵੀ ਚੰਗੇ ਹੁੰਦੇ, ਨਜ਼ਰ ਬੱਟੂ ਲੱਗੇ ਹੋਏ ਨੇ, ਆਪਾਂ ਨੂੰ ਇਹ ਨਜ਼ਰ ਨਹੀਂ ਲੱਗਦੀ ਇਹ ਨਾਲ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਬਣਾ ਬਣਾ ਕੇ ਬੜੀਆਂ ਸਾਰੀਆਂ ਗੱਲਾਂ। ਕਦੇ ਉਹ ਇੱਕ ਦਿਨ ਇੱਕ ਕਥਾ ਕਰਦਾ, ਕਹਿੰਦਾ ਮਾਤਾ ਸਾਹਿਬ ਕੌਰ ਤਾਂ ਆਖੇ ਪੰਥ ਦੀ ਮਾਤਾ, ਕਹਿੰਦੇ ਆਖੇ ਇਹ ਮਾਤਾ ਆ ਕੌਲਾਂ ਹੀ ਪਤਾ ਨਹੀਂ ਕਿੱਥੋਂ ਹੁਣ ਨਵੀਂ ਕੱਢ ਲਈ ਇਹਨਾਂ ਨੇ। ਇਹ ਤਾਂ ਪੁੱਤ ਜਦ ਦਰਗਾਹ 'ਚ ਲੇਖਾ ਦੇਣਾ ਪੈਣਾ ਨਾ, ਉਦੋਂ ਪਤਾ ਲੱਗਣਾ। 6ਵੇਂ ਪਾਤਸ਼ਾਹ ਦੇ ਮੂਹਰੇ ਖੜ ਨਹੀਂ ਹੋਣਾ ਫਿਰ। ਸੋ ਇਸ ਕਰਕੇ ਇਹੀਆਂ ਜਿਹੀਆਂ ਗੱਲਾਂ ਨਾ ਸੰਗਤ ਸੁਣੇ ਤੇ ਨਾ ਹੀ ਆਪਾਂ ਨੂੰ ਸੁਣਨ ਦੀ ਲੋੜ ਹੈ। ਅੱਜ ਵੀ ਇੱਕ ਸਵੇਰੇ ਲੱਗਿਆ ਹੋਇਆ ਸੀ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਨ। ਫਿਰ ਸਿੰਘਾਂ ਨੇ ਫੋਨ ਕਰਕੇ ਸਿੱਖ ਚੈਨਲਾਂ ਨੂੰ ਕਿਹਾ ਵੀ ਇਹਨੂੰ ਬੰਦ ਕਰੋ ਪਰੇ, ਇਹ ਹੋਰ ਹੀ ਗੱਲਾਂ ਕਰੀ ਜਾਂਦਾ। ਵਿਚਾਰੇ ਕਿਤਾਬਾਂ ਪੜ੍ਹ ਕੇ ਇਧਰ ਉਧਰੋਂ ਸਿੱਖ ਸਿਖਾ ਕੇ ਜੇ ਸਟੇਜਾਂ ਤੇ ਬਹਿ ਜਾਂਦੇ ਨੇ, ਅਸਲੀਅਤ ਦਾ ਗਿਆਨ ਹੀ ਨਹੀਂ ਕਿਸੇ ਨੂੰ। ਇਸ ਕਰਕੇ ਇਹ ਚੀਜ਼ਾਂ ਸੁਣਾਉਣ ਦੇ ਨਾਲ ਪਿੱਛੇ ਮਾਤਾ ਸਾਹਿਬ ਕੌਰ ਜੀ ਦਾ ਜਦੋਂ ਜੀਵਨ ਸੁਣਾਇਆ, ਬਹੁਤ ਸੰਗਤਾਂ ਪ੍ਰਸੰਨ ਹੋਈਆਂ ਵੀ ਸਾਨੂੰ ਤਾਂ ਮਾਤਾ ਜੀ ਬਾਰੇ ਪਤਾ ਹੀ ਨਹੀਂ ਸੀ ਵੀ ਇੰਨੇ ਸਾਲ ਰਹੇ, ਇੰਨੀ ਸੇਵਾ ਕੀਤੀ। ਹੁਣ ਸੰਗਤਾਂ ਦੇ ਮਨ ਵਿੱਚ ਮਾਤਾਵਾਂ ਪ੍ਰਤੀ ਬਹੁਤ ਸਤਿਕਾਰ ਬਣਿਆ। ਨਾਸਤਕਾਂ ਨੇ ਤਾਂ ਫੈਲਾ ਹੀ ਦਿੱਤੀਆਂ ਸੀ ਬਹੁਤ ਸਾਰੀਆਂ ਗੱਲਾਂ। ਸੋ ਸੰਗਤ ਇਹਨਾਂ ਬਚਨਾਂ ਤੋਂ ਜਿਹੜੇ ਗਲਤ ਕੋਈ ਕਰਦੇ ਉਹਨਾਂ ਤੋਂ ਸੁਚੇਤ ਰਹੋ। ਸੁਣਨ ਦੀ ਲੋੜ ਨਹੀਂ। ਜੇ ਕੋਈ ਕਹਿੰਦਾ ਵੀ ਇਹ ਤਾਂ ਕਾਂ ਚਿੜੀਆਂ ਜਾਨਵਰ ਬਥੇਰੇ ਬੋਲੇ ਜਾਂਦੇ ਆ, ਮਹਾਰਾਜ ਨੇ ਬਾਣੀ 'ਚ ਕਿਹਾ ਸਾਕਤ ਕਾ ਬਕਨਾ ਆਉਂ ਜਾਣੋ ਜੈਸੇ ਪਵਨ ਝੁਲਾਈ। ਮਹਾਰਾਜ ਕਹਿੰਦੇ ਹਵਾ ਨਹੀਂ ਚੱਲਦੀ, ਹਵਾ ਨਾਲ ਪਿੱਪਲ ਦੇ ਪੱਤੇ ਖੜਖੜ ਕਰਦੇ ਦਰਖਤਾਂ ਦੇ, ਉਹ ਕਰੀ ਜਾਂਦੇ ਆ, ਕੂਕਰ ਭੌਂਕਦੇ ਹੀ ਰਹਿੰਦੇ ਨੇ। ਕਹਿੰਦੇ ਉਹ ਜ਼ਰੂਰੀ ਤਾਂ ਨਹੀਂ ਵੀ ਉਹਨਾਂ ਦਾ ਅਸਰ ਕਬੂਲੀਏ ਆਪਾਂ, ਆਪਣੇ ਅੰਦਰ ਵੀ ਤਾਂ ਆਤਮਾ ਹੈ, ਆਪਾਂ ਵੀ ਤਾਂ ਸਿੱਖ ਹਾਂ, ਆਪਾਂ ਨੂੰ ਪਤਾ ਸਾਰਾ ਕੁਝ।
तो इस करके किसी दे कहे कहाए कोई गल नहीं मननी। हाँ, अपनी अखां नाल देखो, इतिहास सारे इतिहास लिखे पे मिल जाते ने। उन्हां इतिहास जिहड़े असीं भी तां हुण चंगे चंगे बंदियां दे पढ़दे ही आ। इतिहास जदों पहलां आप पढ़ी दा फिर देखीदा हाँ कसवट्टी ते पूरा उतरदा। सो इस करके आओ बाबा जी वल, सो देखिए बाबा जी ने किस प्रकार सारे कारज कीते ने। पावन धरती श्री ਅੰਮ੍ਰਿਤਸਰ ਸਾਹਿਬ पंजाब ਦਾ सब तो ਵੱਡਾ ਤੇ ਪ੍ਰਸਿੱਧ ਸ਼ਹਿਰ ਹੈ। ਇੱਥੇ ਸਿੱਖਾਂ ਦਾ ਧਰਮ ਕੇਂਦਰ ਸ੍ਰੀ ਹਰਮੰਦਰ ਸਾਹਿਬ ਪਾਵਨ ਸਥਾਨ, ਇਸੇ ਲਈ ਅੰਮ੍ਰਿਤਸਰ ਸੰਸਾਰ ਭਰ ਵਿੱਚ ਮਸ਼ਹੂਰ ਹੈ। ਇਸ ਧਰਮ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂ ਸਿੱਖ ਦੇਸ਼ਾਂ ਵਿਦੇਸ਼ਾਂ ਤੋਂ ਨਿਤ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੋਂ ਦੀ ਯਾਤਰਾ ਲਈ ਆਉਂਦੇ ਨੇ। ਸਿੱਖਾਂ ਤੋਂ ਇਲਾਵਾ ਇੱਥੇ ਸੈਂਕੜੇ ਵਿਦੇਸ਼ੀ ਯਾਤਰੂ ਹਰ ਰੋਜ਼ ਇਸ ਸੁੰਦਰ ਧਰਮ ਸਥਾਨ ਨੂੰ ਦਰਸ਼ਨ ਕਰਨ ਆਉਂਦੇ ਨੇ। ਇੱਥੇ ਕੋਈ ਵੀ ਆ ਸਕਦਾ, ਚਾਰ ਦਰਵਾਜ਼ੇ ਚਾਰੋਂ ਪਾਸਿਓਂ ਖੁੱਲੇ। ਕਿਸੇ ਧਰਮ ਦਾ, ਕਿਸੇ ਦੇਸ਼ ਦਾ, ਕਿਸੇ ਕੌਮ ਦਾ, ਛੋਟਾ ਵੱਡਾ, ਅਮੀਰ ਗਰੀਬ, ਸਾਰਿਆਂ ਨੂੰ ਅਧਿਕਾਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦੱਖਣੀ ਬਾਹੀ ਵਾਲੇ ਪਾਸੇ ਇੱਕ ਗੁਰਦੁਆਰਾ ਤੇ ਇੱਕ ਨਿਸ਼ਾਨ ਸਾਹਿਬ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਇਸ ਥਾਂ ਤੇ ਅੰਤਮ ਸਮੇਂ ਵਿੱਚ ਆ ਕੇ ਅੰਤਮ ਸਵਾਸ ਇੱਥੇ ਛੱਡੇ ਸੀ, ਸੀਸ ਰੱਖ ਕੇ ਉਪਰੰਤ। ਇਹ ਹੁਣ ਬਹੁਤਿਆਂ ਲੋਕਾਂ ਨੇ ਇਹ ਅਸਲ ਵਿੱਚ ਕਮੀ ਤਾਂ ਪੈ ਗਈ ਜਿਹੜੇ ਅੱਜ ਕੱਲ ਦੇ ਪ੍ਰਚਾਰਕ ਨੇ। ਇਹ ਤਾਂ ਵਿਚਾਰੇ ਮੇਰਾ ਖਿਆਲ 3 ਬਾਣੀਆਂ ਤੋਂ ਹੁਣ ਹੌਲੀ ਹੌਲੀ 2 ਤੇ 1 ਤੇ ਆਉਂਦੇ ਆਉਂਦੇ, ਮੈਂ ਤਾਂ ਅੱਜ ਇਹ ਵੀ ਸੋਚਿਆ ਸੀ ਆ ਕਈਆਂ ਦੀਆਂ ਗੱਲਾਂ ਸੁਣ ਸੁਣ ਕੇ ਆ ਜਿਹੜੇ ਰੌਲਾ ਪਾਉਂਦੇ ਨੇ 10ਵੇਂ ਪਾਤਸ਼ਾਹ ਬਾਰੇ ਜਾਂ ਉਹਨਾਂ ਦੀ ਬਾਣੀ ਬਾਰੇ, ਮੈਂ ਸੋਚਦਾ ਵੀ ਤੁਸੀਂ ਅੰਦਾਜ਼ਾ ਜਿਹਾ ਲਾਇਓ 3 ਤੋਂ 4 ਸਾਲ ਦੇ ਵਿੱਚ ਵਿੱਚ ਇਹ ਲੋਕ ਕਹਿਣ ਲੱਗ ਜਾਣਗੇ ਵੀ 10ਵੇਂ ਪਾਤਸ਼ਾਹ ਤਾਂ ਹੋਏ ਹੀ ਨਹੀਂ, ਇਹਨਾਂ ਨੇ ਹੌਲੀ ਹੌਲੀ ਇਹ ਕੰਮ ਹੀ ਮੁਕਾ ਦੇਣਾ। ਤੁਸੀਂ ਦੇਖ ਲਿਓ ਕਈ ਚੀਜ਼ਾਂ ਅੱਜ ਤੋਂ 5 ਸਾਲ 7 ਸਾਲ ਪਹਿਲਾਂ ਜਿਹੜੀ ਅੰਮ੍ਰਿਤ ਬਾਣੀ ਸੀਰੀਜ਼ ਭਰੀਆਂ ਸੀ ਪਟਿਆਲੇ ਦੁੱਖ ਨਿਵਾਰਨ ਸਾਹਿਬ, ਉਦੋਂ ਕਈ ਗੱਲਾਂ ਕਹੀਆਂ ਸੀ। ਮੇਰਾ ਅੰਦਾਜ਼ਾ ਸੀ ਵੀ ਹੌਲੀ ਹੌਲੀ ਐਂ ਕਹਿਣ ਲੱਗ ਜਾਣਗੇ। ਕਿਉਂ? ਇਹ ਅੱਗੇ ਅੱਗੇ ਵਧੀ ਜਾਂਦੇ ਆ, ਵਧੀ ਜਾਂਦੇ ਆ, ਵਧੀ ਜਾਂਦੇ ਆ। ਫਿਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੀ ਕਰੀਏ, ਮਹਾਰਾਜ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ। ਸੋ ਬਾਬਾ ਜੀ ਨੇ ਉਸ ਥਾਂ ਦੇ ਉੱਤੇ ਜੋ ਸਵਾਸ ਅੰਤਮ ਸਵਾਸ ਲਏ ਤੇ ਵਾਹਿਗੁਰੂ ਕਹਿ ਕੇ ਉਸ ਵਕਤ ਆਪਣਾ ਜੋ ਸਰੀਰ ਸੀ ਪੰਜ ਭੂਤਕ ਚੋਲਾ ਸੀ ਉਹ ਤਿਆਗਿਆ। ਸ੍ਰੀ ਪਾਵਨ ਧਰਤੀ ਅੰਮ੍ਰਿਤਸਰ ਸਾਹਿਬ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦਾ ਜਿੱਥੇ ਅੰਤਮ ਸੰਸਕਾਰ ਕੀਤਾ ਗਿਆ, ਉੱਥੇ ਹੁਣ ਇਹ ਬਹੁਤ ਹੀ ਸੁੰਦਰ ਸਥਾਨ ਗੁਰਦੁਆਰਾ ਬਾਬਾ ਸ਼ਹੀਦਾਂ ਬਾਬਾ ਦੀਪ ਸਿੰਘ ਦੇ ਨਾਮ ਤੇ ਹੈ। ਉੱਥੇ ਵੀ ਇੱਕ ਵਾਰ ਕਾਫੀ ਵੱਡਾ ਸਮਾਗਮ ਹੋਇਆ ਸੀ ਟਕਸਾਲ ਵੱਲੋਂ, ਬੜੀ ਪੁਰਾਣੀ ਗੱਲ ਹੈ। ਤੇ ਇੱਕ ਰਾਗੀ ਸਿੰਘ ਚੰਗਾ ਤਕੜਾ, ਚਲੋ ਠੀਕ ਆ, ਉਹਨੂੰ ਨਹੀਂ ਸੀ ਪਤਾ, ਉਹ ਕਹਿੰਦਾ ਜੀ ਇੱਥੋਂ ਸਾਧ ਸੰਗਤ ਜੀ ਖੜ ਕੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਵਗਾ ਕੇ ਮਾਰਿਆ, ਉੱਪਰ ਕਰਮਾਂ ਡਿੱਗਿਆ। ਉਦੋਂ ਟਕਸਾਲ ਦੇ ਸਿੰਘਾਂ ਨੇ ਫਿਰ ਉਸ ਵਕਤ ਉਹ ਰਾਗੀ ਸਿੰਘ ਨੂੰ ਕਿਹਾ, ਭਾਈ ਇਹ ਪੁੱਠੀਆਂ ਗੱਲਾਂ ਨਾ ਬੋਲ, ਇਹ ਐਦਾਂ ਕਿੱਦਾਂ ਹੋ ਸਕਦਾ, ਤੂੰ ਸ਼ਹੀਦਾਂ ਦੀ ਇਹ ਬੇਅਦਬੀ ਕਰ ਰਿਹਾ। ਇਸ ਕਰਕੇ ਬੜੇ ਲੋਕਾਂ ਨੂੰ ਐਵੇਂ ਕਈ ਇੱਥੋਂ ਸੀਸ ਸਿੱਟਿਆ, ਕੋਈ ਕਹਿੰਦਾ ਟੱਕ ਵੱਜਿਆ। ਇਹ ਪਾਵਨ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਹੈ। ਇਸ ਦਾ ਨਾਮ ਗੁਰਦੁਆਰਾ ਸ਼ਹੀਦਾਂ ਹੈ। ਹਰ ਰੋਜ਼ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਨੇ। ਹਰ ਐਤਵਾਰ ਨੂੰ ਇੱਥੇ ਭਾਰੀ ਇਕੱਠ ਹੁੰਦਾ। ਹਰ ਸਾਲ ਭਾਰੀ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਹੋਏ ਨੇ। ਸ਼ਹੀਦਾਂ ਦੀ ਮਿਸਲ 12 ਮਿਸਲਾਂ ਵਿੱਚੋਂ ਇੱਕ ਪ੍ਰਸਿੱਧ ਮਿਸਲ ਸੀ। ਬਾਬਾ ਦੀਪ ਸਿੰਘ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ 12 ਮਿਸਲਾਂ ਕਿਹੜੀਆਂ ਹਨ ਤੇ ਸ਼ਹੀਦਾਂ ਮਿਸਲ ਦੇ ਜਿੰਮੇ ਕੀ ਕੀ ਕੰਮ ਲੱਗਿਆ ਹੋਇਆ ਸੀ। ਸੋ 12 ਮਿਸਲਾਂ ਤੇ ਸ਼ਹੀਦਾਂ ਦੀ ਮਿਸਲ ਜਿਹੜੀ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਸਿੱਖਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਦੋਂ ਭਾਰਤ ਉੱਪਰ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਦਸ਼ਮੇਸ਼ ਗੁਰੂ ਅਜੇ 9 ਸਾਲਾਂ ਦੇ ਹੀ ਸਨ ਜਦੋਂ ਕਿ ਉਹਨਾਂ ਦੇ ਪੂਜਨੀਕ ਸਤਿਕਾਰਯੋਗ ਪਿਤਾ ਜੀ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1675 ਈਸਵੀ ਵਿੱਚ ਸ਼ਹੀਦੀ ਦਿੱਤੀ, ਜਿਨ੍ਹਾਂ ਦਾ
ਪੁਰਾਤਨ ਰਵਾਇਤਾਂ ਵਿੱਚ ਹੋਣਾ ਸ਼ਹੀਦੀ ਦਿਨ 21 ਨਵੰਬਰ ਨੂੰ ਸੰਗਤਾਂ ਮਨਾ ਰਹੀਆਂ ਨੇ। ਤਾਂ ਬਾਕੀ ਚਲੋ 24 ਨੂੰ ਵੀ ਕਹਿੰਦੇ ਨੇ। 10ਵੇਂ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਬਹੁਤ ਅਨੇਕਾਂ ਲੜਾਈਆਂ ਲੜੀਆਂ। ਸਤਿਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਅਣਗਿਣਤ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਮਗਰੋਂ ਸਿੱਖਾਂ ਲਈ ਬਹੁਤ ਜ਼ਿਆਦਾ ਹੀ ਕਰੜੇ ਇਮਤਿਹਾਨ ਦਾ ਸਮਾਂ ਆਇਆ। 18ਵੀਂ ਸਦੀ ਦੇ ਅੱਧ ਤੱਕ ਸਿੱਖਾਂ ਨੂੰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਸੋ ਇਸ ਕਰਕੇ ਗੁਰਸਿੱਖਾਂ ਲਈ ਇਹ ਸਖਤ ਮੁਸੀਬਤ ਦਾ ਸਮਾਂ ਸੀ। ਲਗਭਗ 60 ਸਾਲ ਸਾਰੇ ਪੰਥ ਉੱਤੇ ਘੋਰ ਅਤਿਆਚਾਰ ਹੁੰਦੇ ਰਹੇ। ਅਨੇਕਾਂ ਸਿੱਖ ਸ਼ਹੀਦ ਹੋਏ, ਪਰ ਸਿੱਖ ਹਮੇਸ਼ਾ ਹੀ ਕਹਿੰਦੇ ਚੜ੍ਹਦੀ ਕਲਾ ਵਿੱਚ ਵਿਚਰਦਾ। ਸੋ ਇਸ ਸਮੇਂ ਸਿੱਖਾਂ ਦੇ 12 ਜਥੇ ਬਣ ਗਏ, ਜਿਨ੍ਹਾਂ ਨੂੰ 12 ਮਿਸਲਾਂ ਕਿਹਾ ਜਾਂਦਾ। ਇਹਨਾਂ ਮਿਸਲਾਂ ਵਿੱਚੋਂ ਬਹੁਤੀਆਂ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕੇ ਮੱਲ ਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ। ਮਿਸਲਾਂ ਦੇ ਨਾਮ ਇਸ ਪ੍ਰਕਾਰ ਨੇ ਭਈ ਪਹਿਲੀ ਮਿਸਲ ਜਿਹੜੀ ਆ ਆਹਲੂਵਾਲੀਆ ਦੀ ਮਿਸਲ, ਦੂਸਰੀ ਸੀ ਸ਼ਹੀਦਾਂ ਦੀ ਮਿਸਲ ਜਿਹਦੇ 'ਚ ਬਾਬਾ ਦੀਪ ਸਿੰਘ ਜੀ ਦਾ ਨਾਮ ਆਇਆ, ਤੀਸਰੀ ਸਿੰਘਪੁਰੀਆਂ ਦੀ ਮਿਸਲ ਜਿਹਨੂੰ ਫੈਜ਼ਲਾਪੁਰੀਆਂ ਦੀ ਮਿਸਲ ਵੀ ਕਹਿੰਦੇ ਆ, ਚੌਥੀ ਮਿਸਲ ਹੈ ਸ਼ੁਕਰਚਾਰੀਆਂ ਦੀ, ਪੰਜਵੀਂ ਘਨਈਆਂ ਦੀ ਮਿਸਲ, ਛੇਵੀਂ ਕਰੋੜੀਆਂ ਦੀ ਮਿਸਲ, ਸੱਤਵੀਂ ਡੱਲੇ ਵਾਲਿਆਂ ਦੀ ਮਿਸਲ, ਅੱਠਵੀਂ ਨਿਸ਼ਾਨ ਵਾਲੀ ਮਿਸਲ, ਨੌਵੀਂ ਨਕਈਆਂ ਦੀ ਮਿਸਲ, 10ਵੀਂ ਫੂਲਕਿਆਂ ਦੀ ਮਿਸਲ, 11ਵੀਂ ਭੰਗੀਆਂ ਦੀ ਮਿਸਲ ਤੇ 12ਵੀਂ ਰਾਮਗੜੀਆਂ ਦੀ ਮਿਸਲ। ਸ਼ਹੀਦਾਂ ਦੀ ਮਿਸਲ ਕੋਲ ਹੋਰ ਮਿਸਲਾਂ ਵਾਂਗ ਕੋਈ ਖਾਸ ਫੌਜ ਤਾਂ ਨਹੀਂ ਸੀ ਹੁੰਦੀ, ਨਾ ਹੀ ਇਸ ਮਿਸਲ ਕੋਲ ਕੋਈ ਆਪਣਾ ਮਿਥਿਆ ਹੋਇਆ ਇਲਾਕਾ ਸੀ। ਇਸ ਮਿਸਲ ਵਿੱਚ ਸਿਰਲੱਥ ਬਹਾਦਰ ਸਨ। ਉਹ ਦੇਸ਼ ਤੇ ਕੌਮ ਲਈ ਜੂਝਣ ਵਾਸਤੇ ਹਰ ਸਮੇਂ ਤਿਆਰ ਰਹਿੰਦੇ ਸਨ। ਜਦੋਂ ਕੋਈ ਭੀੜ ਬਣਦੀ ਅਤੇ ਫੌਜੀ ਜਾਂ ਕਿਸੇ ਹੋਰ ਪ੍ਰਕਾਰ ਦੀ ਸਹਾਇਤਾ ਦੀ ਲੋੜ ਪੈਂਦੀ ਤਾਂ ਸ਼ਹੀਦਾਂ ਦੀ ਮਿਸਲ ਵਾਲੇ ਦੂਜੀਆਂ ਮਿਸਲਾਂ ਕੋਲੋਂ ਸਹਾਇਤਾ ਮੰਗ ਲੈਂਦੇ ਸੀ। ਬਾਕੀ ਦੀਆਂ ਸਾਰੀਆਂ ਮਿਸਲਾਂ ਵਾਲੇ ਇਹਨਾਂ ਦੀ ਬੜੀ ਇੱਜ਼ਤ ਕਰਦੇ। ਹੋਰ ਮਿਸਲਾਂ ਜਿਹੜੀਆਂ ਸੀ, ਇਸ ਕਰਕੇ ਲਗਭਗ ਸਾਰੇ ਸਰਦਾਰਾਂ ਨੇ ਸ਼ਹੀਦਾਂ ਦੀ ਮਿਸਲ ਦੇ ਸਰਦਾਰਾਂ ਪਾਸੋਂ ਅੰਮ੍ਰਿਤ ਛਕਿਆ। ਇਸ ਮਿਸਲ ਦੇ ਆਗੂ ਆਚਰਨ ਤੇ ਰਹੁ ਰੀਤ ਵਿੱਚ ਬੜੇ ਉੱਚੇ ਸਨ, ਕਿਉਂਕਿ ਹੋਰ ਮਿਸਲਾਂ ਦੇ ਜਿਹੜੇ ਸੀ, ਇਹ ਜਿਹੜੀ ਸ਼ਹੀਦਾਂ ਦੀ ਮਿਸਲ ਸੀ ਅੰਮ੍ਰਿਤ ਸੰਚਾਰ ਬਹੁਤ ਕਰਦੀ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਤਾਂ ਇਹ ਜਿਹੜੀ ਸੀ ਅੰਮ੍ਰਿਤ ਛਕਿਆ ਸਾਰਿਆਂ ਨੇ ਤਾਂ ਬਹੁਤ ਸਤਿਕਾਰ ਕਰਦੇ। ਇਸ ਮਿਸਲ ਦੇ ਆਗੂ ਆਚਰਨ ਤੇ ਰਹੁ ਰੀਤ ਵਿੱਚ ਬੜੇ ਉੱਚੇ ਸਨ। ਇਸ ਮਿਸਲ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ। ਉਹ ਸਾਬੋ ਕੀ ਤਲਵੰਡੀ ਗੁਰਦੁਆਰਾ ਦਮਦਮਾ ਸਾਹਿਬ ਦੇ ਮੁਖੀ ਸਨ। ਦਮਦਮਾ ਸਾਹਿਬ ਦੇ ਮੁਖੀ ਵੀ ਸਨ ਤੇ ਦਮਦਮੀ ਟਕਸਾਲ ਦੇ ਮੁਖੀ ਵੀ ਆਪ ਹੋਏ ਨੇ। ਦਮਦਮੀ ਟਕਸਾਲ ਦੀ ਸੇਵਾ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ, ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਬੋ, ਇਹ ਆਪਣਾ ਜੋ ਪਾਵਨ ਸਥਾਨ ਹੈ ਸੱਤੋ ਕੀ ਗਲੀ ਦੇ ਵਿੱਚ ਅਮੀਰ ਭੰਡਾਰ ਜਿਹੜੀ ਆਪਾਂ ਸਟੀਕ ਪੜ੍ਹਦੇ ਹਾਂ ਸਾਰਾ, ਤੇ ਉਹਦੇ ਵਿੱਚ ਜਿਹੜੀ ਸੀ ਸੰਤ ਬਾਬਾ ਕਿਰਪਾਲ ਸਿੰਘ ਜੀ ਹੋਏ। ਇਹ ਸੱਤੋ ਕੀ ਗਲੀ ਪੈਂਦੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ ਟਕਸਾਲ 'ਚ ਬਾਬਾ ਜੀ ਪੜ੍ਹਾਉਂਦੇ ਰਹੇ ਸੰਗਤਾਂ ਨੂੰ। ਆਪ ਵਿਦਵਾਨ ਹੋਣ ਦੇ ਨਾਲ ਨਾਲ ਇੱਕ ਬਹਾਦਰ ਯੋਧੇ ਵੀ ਸਨ। ਆਪ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰੱਖਿਆ ਲਈ 1761 ਈਸਵੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਹ ਉਹ ਸਮਾਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਪਰ 5-6 ਹਮਲੇ ਕੀਤੇ। ਅਹਿਮਦ ਸ਼ਾਹ ਨੇ ਇਹਨਾਂ ਹਮਲਿਆਂ ਦੇ ਦੌਰਾਨ ਭਾਰਤ ਨੂੰ ਬਹੁਤ ਲੁੱਟਿਆ। ਅਹਿਮਦ ਸ਼ਾਹ ਨੇ ਜਹਾਨ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪਿਆ ਸੀ। ਉਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਦੀ ਨਾਕਾਬੰਦੀ ਕਰ ਦਿੱਤੀ। ਅਹਿਮਦ ਸ਼ਾਹ ਤੇ ਉਹਦੇ ਸੂਬੇਦਾਰ ਸਿੱਖਾਂ ਦੇ ਵਿਰੁੱਧ ਸਨ। ਸਿੱਖਾਂ ਦੇ ਧਰਮ ਕੇਂਦਰ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ। ਜਿਹੜੇ ਸਿੱਖ ਰਸਤੇ ਵਿੱਚ ਮਿਲੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਗਿਆ। ਇਥੋਂ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਭੁਰ ਦਿੱਤਾ। ਇਸ ਸਥਾਨ ਉੱਤੇ ਮਾਲ ਡੰਗਰ ਬੰਨ੍ਹ ਲਏ। ਇਸ ਪਵਿੱਤਰ ਸਥਾਨ ਦੀ ਬੇਅਦਬੀ ਸਿੱਖ ਕਿਵੇਂ ਸਹਿ ਸਕਦੇ ਸਨ। ਸੋ ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਨ ਵਿਰੁੱਧ ਅੰਦੋਲਨ ਆਰੰਭ ਲਿਆ ਆਪਣਾ। ਜਹਾਨ ਖਾਨ ਦੇ ਸੈਂਕੜੇ ਫੌਜੀ ਮਾਰੇ ਗਏ। ਲੜਦੇ ਲੜਦੇ ਬਾਬਾ ਦੀਪ ਸਿੰਘ ਜੀ ਵੀ ਸ਼ਹੀਦ ਹੋਏ। ਬਾਬਾ ਦੀਪ ਸਿੰਘ ਇੱਕ ਬਹਾਦਰ ਅਤੇ ਨਿਡਰ ਯੋਧੇ ਸਨ। ਉਹ ਪੂਰਨ ਗੁਰਸਿੱਖ ਅਤੇ ਮਹਾਨ ਵਿਦਵਾਨ, ਪੂਰਨ ਪੁਰਖ,
ਉਹ ਨਿਸ਼ਕਾਮ ਸੇਵਕ ਤੇ ਬਹੁਤ ਭਾਰੀ ਮੰਨ ਲਓ ਕਿ ਤਪਸਵੀ ਸਨ। ਤਪਸਵੀ ਕਿਵੇਂ? ਗੁਰ ਸੇਵਾ ਤਪਾਂ ਸਿਰ ਤਪਸਾਰ। ਧੰਨ ਬਾਬਾ ਦੀਪ ਸਿੰਘ ਨੂੰ ਬਚਪਨ ਵਿੱਚ ਨਹੀਂ ਸੀ ਲੋਕਾਂ ਨੂੰ ਪਤਾ ਕਿ ਇਹਨਾਂ ਨੇ ਇੰਨੇ ਵੱਡੇ ਯੋਧੇ ਬਣਨਾ ਹੈ। ਸੋ ਕੱਚਾ ਜਿਹਾ ਨਾਂ ਲੈ ਕੇ ਲੋਕ ਬੁਲਾਇਆ ਕਰਦੇ ਬਾਬਾ ਜੀ ਨੂੰ। ਉਦੋਂ ਤਾਂ ਕੱਚਾ ਲੋਕ ਨਾਂ ਲੈ ਲੈਂਦੇ ਨੇ, ਪਰ ਆਪਾਂ ਦੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੀ ਕਹਿਣਾ। ਬਾਅਦ ਵਿੱਚ ਇਹਨਾਂ ਦਾ ਨਾਮ ਬਾਬਾ ਦੀਪ ਸਿੰਘ ਪ੍ਰਸਿੱਧ ਹੋਇਆ। ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਕੁਝ ਸਮਾਂ ਬਤੀਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਯੁੱਧ ਵੀ ਕੀਤੇ। ਦਮਦਮਾ ਸਾਹਿਬ ਦੇ ਗੁਰਦੁਆਰੇ ਦੀ ਸੇਵਾ ਕਰਦੇ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਪੰਥ ਨੂੰ ਜਦੋਂ ਵੀ ਲੋੜ ਪਈ ਤਾਂ ਆਪਣੀ ਜਾਨ ਦੀ ਬਾਜੀ ਲਗਾ ਕੇ ਮੈਦਾਨ 'ਚ ਨਿਕਲ ਆਏ। ਬਾਬਾ ਜੀ ਦਾ ਜਿਹੜਾ ਜਨਮ ਹੈ ਤੇ ਬਚਪਨ ਦਾ ਸਮਾਂ, ਬਾਬਾ ਦੀਪ ਸਿੰਘ ਜੀ ਦਾ ਜਨਮ ਲਿਖਿਆ 1682 ਈਸਵੀ ਵਿੱਚ ਹੋਇਆ। ਇਹ ਥੋੜੇ ਥੋੜੇ ਆਪਸ ਵਿੱਚ ਕੁਝ ਮਤਭੇਦ ਜੇ ਚੱਲਦੇ ਰਹਿੰਦੇ ਨੇ। ਰੋਹ ਵਿਚਾਰ ਸਮਾਂ ਜਿਸ ਪ੍ਰਕਾਰ ਦਾ ਬਣਦਾ ਹੈ, ਹਲੇ ਖੋਜ ਹੋ ਰਹੀ ਹੈ। ਪਹਿਲਾਂ ਵੀ ਦੱਸਿਆ ਸੀ ਕਿ ਆਮ ਤੌਰ ਤੇ ਆਪਾਂ ਇਹ ਜਨਮ ਦਿਨ ਬਾਬਾ ਜੀ ਦਾ ਜਨਵਰੀ 'ਚ ਹੀ ਆਉਂਦਾ, 25, 26, 27 ਜਨਵਰੀ ਇਹਨਾਂ ਕੁ ਦਿਨਾਂ 'ਚ ਆਉਂਦਾ। ਸੋ ਆਪ ਦੇ ਪਿਤਾ ਦਾ ਨਾਂ ਭਗਤਾ ਸੀ ਤੇ ਮਾਤਾ ਜੀ ਦਾ ਨਾਮ ਸੀ ਮਾਤਾ ਜਿਉਣੀ ਜੀ। ਸੋ ਆਪ ਦਾ ਜਨਮ ਪਿੰਡ ਪਹੂਪਿੰਡ ਵਿੱਚ ਹੋਇਆ। ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ। ਬਾਬਾ ਦੀਪ ਸਿੰਘ ਨੂੰ ਕਹਿੰਦੇ ਨੇ ਬਚਪਨ ਦੇ ਵਿੱਚ ਨਿਆਣੇ ਕੱਚੇ ਨਾਂ ਨਾਲ ਹੀ ਬੁਲਾਉਂਦੇ ਸੀ। ਆਪ ਦੇ ਪਿਤਾ ਧਾਰਮਿਕ ਖਿਆਲਾਂ ਵਾਲੇ ਜੱਟ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਸੀ। ਉਹਨਾਂ ਨੇ ਆਪਣੇ ਸੁਪੁੱਤਰ ਨੂੰ ਵਾਹੀ ਦੇ ਨਾਲ ਗੁਰਮੁਖੀ ਪੜ੍ਹਨੀ ਵੀ ਸਿਖਾਈ, ਨਾਲੇ ਖੇਤੀਬਾੜੀ ਕਰਨੀ, ਨਾਲੇ ਊੜਾ ਆੜਾ ਈੜੀ ਸੱਸਾ ਹਾਹਾ ਸਿਖਾਉਣਾ। ਇਹ ਪਹਿਲਾਂ ਮੌਜ ਸੀ ਨਾ, ਤੇ ਪਹਿਲਾਂ ਸੰਥਿਆ ਵੀ ਨਾਲ ਹੀ ਕਰਾ ਦਿੰਦੇ ਹੁੰਦੇ ਸੀ, ਸਿਹਾਰੀ ਬਿਹਾਰੀ ਔਂਕੜ ਦਲੈਂਕੜ। ਹੁਣ ਨਿਆਣੇ ਵੱਡੇ ਵੱਡੇ ਹੋ ਗਏ, ਅੰਗਰੇਜ਼ੀ ਪੜ੍ਹਦੇ ਨੇ, ਕੋਈ ਪੜ੍ਹਾਈ ਕਰਦਾ ਮਸਾਂ ਕਿਤੇ, ਫਿਰ ਕਈ 25 30 ਸਾਲ 50 ਸਾਲ ਦੇ ਹੋ ਗਏ, ਉਹਨਾਂ ਨੂੰ ਹਾਲੇ ਤੱਕ ਊੜਾ ਆੜੇ ਦਾ ਪਤਾ ਹੀ ਨਹੀਂ ਵੀ ਸਿਹਾਰੀ ਬਿਹਾਰੀ ਕਿੱਧਰ ਨੂੰ ਲੱਗਦੀ। ਇਸ ਕਰਕੇ ਉਦੋਂ ਗੁਰਮੁਖੀ ਲਿਪੀ ਪਹਿਲਾਂ ਹੀ ਪੜ੍ਹਾ ਦਿੱਤੀ ਜਾਂਦੀ ਸੀ। ਸੋ ਬਾਬਾ ਦੀਪ ਸਿੰਘ ਜੀ ਹੌਲੀ ਹੌਲੀ ਗੁਰਬਾਣੀ ਦਾ ਪਾਠ ਕਰਨ ਲੱਗ ਪਏ। ਉਹ ਗੁਰਸਿੱਖਾਂ ਦੀ ਸੰਗਤ ਕਰਦੇ, ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ 'ਚ ਹੱਥ ਵਟਾਉਂਦੇ। ਸੋ ਬਾਬਾ ਜੀ ਬਚਪਨ ਤੋਂ ਹੀ ਇੱਕ ਸਡੌਲ ਤੇ ਚੰਗੇ ਜੁੱਸੇ ਵਾਲੇ ਸੀ। ਸਰੀਰ ਬੜਾ ਤਕੜਾ ਸੀ, ਯੋਧੇ ਸੀ ਬੜੇ ਤਕੜੇ। ਕੁਦਰਤ ਵੱਲੋਂ ਹੀ ਮਹਾਰਾਜ ਦੀ ਕਿਰਪਾ ਸੀ। ਸੋ ਉਹਨਾਂ ਨੂੰ ਕੁਸ਼ਤੀਆਂ ਤੇ ਘੋੜਸਵਾਰੀ ਦਾ ਬੜਾ ਸ਼ੌਂਕ ਸੀ। ਆਪਣੇ ਪਿਤਾ ਵਾਂਗ ਸ਼ੁਰੂ ਤੋਂ ਹੀ ਧਾਰਮਿਕ ਰੁਚੀ ਵਾਲੇ ਸੀ। ਜਦੋਂ ਬਾਬਾ ਜੀ ਵੱਡੇ ਹੋਏ ਤਾਂ ਸੋਹਣੇ ਭਰਵੇਂ ਨੌਜਵਾਨ ਬਣੇ। ਉਹਨਾਂ ਨੇ ਸ਼ਸਤਰ ਵਿਦਿਆ ਸਿੱਖੀ, ਗੱਤਕਾ ਸਿੱਖਿਆ, ਘੋੜਸਵਾਰੀ ਸਿੱਖੀ। ਤੋ ਇਸ ਕਰਕੇ ਉਹ ਬੜੇ ਨਿਡਰ ਸਨ। ਬਾਣੀ ਦਾ ਪ੍ਰਤਾਪ, ਫਿਰ ਇਸ ਪ੍ਰਕਾਰ ਪਿਤਾ ਦੇ ਉੱਤੇ ਵੀ ਸਾਰੀ ਗੱਲ ਹੈ। ਕੰਮਕਾਰ ਕਰਨ ਕਰਕੇ ਖੇਤੀਬਾੜੀ ਦੇ ਕੰਮ ਕਰਨ ਵਾਲਿਆਂ ਦੇ ਹੱਥ ਵੈਸੇ ਹੀ ਨਰੋਏ ਵੀ ਹੋ ਜਾਂਦੇ ਨੇ, ਨਾਲੇ ਉਦੋਂ ਹਲ ਵਾਹੁਣੇ, ਹੋਰ ਕਾਰਜ ਕਰਨੇ। ਸੋ ਆਚਰਣ ਦੇ ਬੜੇ ਉੱਚੇ ਤੇ ਸੁੱਚੇ ਸੀ। ਉਦੋਂ ਸਮਾਂ ਹੀ ਐਸਾ ਸੀ, ਵੈਸੇ ਵੀ ਬਹੁਤ ਹੈ ਹੀ ਨਹੀਂ ਸੀ ਵਿਸ਼ੇ ਵਿਕਾਰ। ਆ ਤਾਂ ਹੁਣ ਬਾਹਲੀ ਅੱਗ ਜੀ ਜਿਹੜੀ ਲੱਗੀ ਆ 40 ਸਾਲਾਂ ਤੋਂ, ਆ ਫਿਲਮਾਂ ਜੀਆਂ ਆ ਗਈਆਂ, ਸੀਰੀਅਲ ਆ ਗਏ, ਇਹਨਾਂ ਲੋਕਾਂ ਨੂੰ ਅੱਗ ਲਾਈ ਬਾਹਲੀ ਵਿਸ਼ਿਆਂ ਵਿਕਾਰਾਂ ਦੀ। ਨਹੀਂ ਪਹਿਲਾਂ ਕਿੱਥੇ ਹੁੰਦੀਆਂ ਸੀ ਅੱਗਾਂ। ਸੋ ਇਸ ਕਰਕੇ ਬਹੁਤ ਸ਼ਾਂਤਮਈ ਤੇ ਸੁੱਚੇ ਆਚਰਣ ਵਾਲੇ ਬਾਬਾ ਜੀ ਹਰ ਰੋਜ਼ ਖੇਤੀ ਦੇ ਕੰਮ ਕਾਜ ਤੋਂ ਇਲਾਵਾ ਸਵੇਰੇ ਸ਼ਾਮ ਸਤਸੰਗ ਕਰਦੇ, ਦੋਨੋਂ ਟਾਈਮ। ਫਿਰ ਗੁਰਬਾਣੀ ਪੜ੍ਹਦੇ, ਕੀਰਤਨ ਸੁਣਦੇ। ਜਦੋਂ ਵੇਲ ਲੱਗਦੀ ਤਾਂ ਸ੍ਰੀ ਸਾਹਿਬ ਚਲਾਉਣੀ, ਨੇਜਾ ਸੁੱਟਣਾ, ਘੋੜਸਵਾਰੀ ਦਾ ਅਭਿਆਸ ਕਰਨਾ। ਇਹ ਜਿਹੜੇ ਚਿਪਸਾਂ ਜੀਆਂ ਖਾ ਕੇ ਤੁਰੇ ਫਿਰਦੇ ਨਾ ਅੱਜ ਕੱਲ, ਗੱਲਾਂ ਕਰਦੇ ਨੇ, ਸੀਸ ਨਹੀਂ ਲੱਥਾ ਨਹੀਂ ਲੱਥਾ। ਤੁਸੀਂ ਤਾਂ ਪਾਈਏ ਦਾ ਵੱਟਾ ਚੱਕ ਕੇ ਨਹੀਂ ਤੁਰ ਸਕਦੇ। ਤੁਹਾਨੂੰ ਕੀ ਪਤਾ ਸਿੱਖੀ ਹੁੰਦੀ ਕੀ। ਜਿਨ੍ਹਾਂ ਨੇ ਖੇਤੀਬਾੜੀ ਕੀਤੀ ਆ, ਮਹਾਂਪੁਰਖਾਂ ਨੇ 22 ਘੰਟੇ ਖੇਤਾਂ 'ਚ ਕੰਮ ਕੀਤਾ। ਮੈਨੂੰ ਪਤਾ ਉਹਨਾਂ ਦਾ ਹੱਥ ਕਿੰਨਾ ਕਰੜਾ ਸੀ। ਜੇ ਇੱਕ ਵਾਰ ਵੱਜ ਜਾਂਦਾ ਸੀ ਨਾ ਕਿਸੇ ਦੇ, ਤੇ ਐਨ ਇੱਕ ਵਾਰ ਲਾਲ ਕਰ ਦਿੰਦੇ ਸੀ ਮੂੰਹ, ਜਾੜਾਂ ਜੂੜਾਂ ਸਭ ਹਿੱਲ ਜਾਂਦੀਆਂ। ਯੋਧਿਆਂ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ, ਤੇ ਐਵੇਂ ਬਹਿ ਕੇ ਆ ਕਮਰਿਆਂ ਦੇ ਵਿੱਚ ਗੱਲਾਂ ਕਰ ਲੈਣੀਆਂ ਇੱਕ ਅਲੱਗ ਗੱਲ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਲਾਪ ਕਿਵੇਂ ਹੋਇਆ। ਸੋ ਬਾਬਾ ਦੀਪ ਸਿੰਘ ਜੀ ਦਾ ਸੁਭਾਅ ਬਹੁਤ ਮਿੱਠਾ ਸੀ, ਮਿਠਾਸ ਭਰਿਆ। ਬਾਬਾ ਜੀ ਦੀ ਪਿਛਲੇ ਵੀ ਕਮਾਈ ਬਹੁਤ ਜ਼ਿਆਦਾ। ਚਲੋ ਅੱਜ ਕੱਲ ਦੇ ਜਿਹੜੇ ਇਹ ਨਹੀਂ ਮੰਨਣੀ ਨਾ ਮੰਨੋ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਨਾ, ਹੇਮਕੁੰਟ ਪਰਬਤ ਹੈ ਜਹਾਂ, ਉਸ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਸੀ ਬਹੁਤ ਤਪੱਸਿਆ ਕੀਤੀ। ਬਾਬਾ ਦੀਪ ਸਿੰਘ ਦੀ ਤਪੱਸਿਆ ਵੀ ਸਤਿਯੁਗ ਤੋਂ ਲੈ ਕੇ ਹੋਈ ਹੈ।
ਇੰਨਾ ਹੀ ਜਾਣ ਲਓ ਕਿ ਐਂ ਗੱਲਾਂ ਨਹੀਂ ਹੋ ਜਾਂਦੀਆਂ ਹੁੰਦੀਆਂ। ਇਹ ਬੜੀ ਕਮਾਈ ਹੈ ਇਹਨਾਂ ਦੀ ਪਿਛਲੇ ਸਮੇਂ ਤੋਂ ਲੈ ਕੇ। ਧੰਨ ਬਾਬਾ ਦੀਪ ਸਿੰਘ ਜੀ, ਹੋਰ ਨਾ ਕੋਈ ਐਂ ਕਰ ਗਿਆ, ਮਹਾਂਪੁਰਖ ਹੀ ਐਸਾ ਕਰ ਸਕਦੇ ਨੇ, ਜੀਵਨ ਮੁਕਤ ਮਹਾਂਪੁਰਖ। ਸੋ ਉਹਨਾਂ ਨੇ ਧਾਰਮਿਕ ਰੁਚੀਆਂ ਕਰਕੇ ਪਿੰਡ ਪਹੂ ਪਿੰਡ ਦੇ ਕੋਲ ਲੋਕ ਇਹਨਾਂ ਨੂੰ ਬਹੁਤ ਸਤਿਕਾਰ ਕਰਦੇ। ਆਚਰਨ ਦਾ ਉੱਚਾ, ਸਤਸੰਗੀ ਹੋਣ ਕਰਕੇ ਪਿੰਡ ਵਾਲੇ ਇਹਨਾਂ ਨੂੰ ਭਾਈ ਦੀਪ ਕਹਿਣ ਲੱਗੇ, ਭਾਈ ਦੀਪਾ ਕਹਿਣ ਲੱਗ ਪਏ, ਕਿਉਂਕਿ ਉਦੋਂ ਅੰਮ੍ਰਿਤ ਨਹੀਂ ਨਾ ਛਕਿਆ। ਭਾਈ ਦੀਪਾ ਜੀ ਜਦੋਂ 18 ਸਾਲ ਦੇ ਕਹਿੰਦੇ ਹੋ ਗਏ ਤਾਂ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ। ਪਿਛਲਾ ਕਰਮ ਜਾਗ ਪਿਆ। ਹੁਣ ਉਹ ਇੱਥੇ 3 ਮਹੀਨੇ ਤੇ 11 ਦਿਨ ਰਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਸੁਣਦੇ ਰਹੇ। ਜਦੋਂ ਭਾਈ ਕਹਿੰਦੇ ਬਾਬਾ ਦੀਪ ਸਿੰਘ, ਆਪਾਂ ਤਾਂ ਕਹਿਣਾ ਉਹ ਪਹਿਲਾ ਨਾਮ ਦੱਸਦੇ ਨੇ ਉਦੋਂ, ਕਿਉਂਕਿ ਹਲੇ ਅੰਮ੍ਰਿਤ ਛਕਣਾ ਸੀ। ਜਦੋਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ ਤਾਂ ਇਹ ਹੋਲੇ ਦੇ ਦਿਨ ਸਨ। ਉਦੋਂ ਇੱਥੇ ਦੂਰੋਂ ਨੇੜਿਓਂ ਬੇਅੰਤ ਸੰਗਤਾਂ ਆਈਆਂ ਹੋਈਆਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖਾਲਸਾ ਸਾਧ ਚੁੱਕੇ ਸੀ। ਹੋਲੇ ਮਹੱਲੇ ਦੇ ਸੋਹਣੇ ਮੌਕੇ ਤੇ ਅੰਮ੍ਰਿਤ ਸੰਚਾਰ ਹੋਣਾ ਸੀ। ਸੰਗਤਾਂ ਦੂਰੋਂ ਦੂਰੋਂ ਆ ਕੇ ਮਹਾਰਾਜ ਦੇ ਕਰ ਕਮਲਾਂ ਤੋਂ ਅੰਮ੍ਰਿਤ ਛਕਣਾ ਅਤੇ ਚੰਗੇ ਭਾਗ ਸਮਝਦੀਆਂ ਸੀ। ਭਾਈ ਭਗਤਾ, ਉਹਨਾਂ ਦੀ ਸਪਤਨੀ ਬੀਬੀ ਜੀਵਨੀ ਅਤੇ ਉਹਨਾਂ ਦਾ ਸਪੁੱਤਰ ਬਾਬਾ ਦੀਪ ਸਿੰਘ ਜੀ ਨਰੋਜ਼ ਸਤਸੰਗ ਦੇਖ ਕੇ ਬਹੁਤ ਖੁਸ਼ ਹੋਏ। ਉਹ ਲੰਗਰ ਦੀ ਸੇਵਾ ਕਰਦੇ ਰਹੇ, ਸ਼ਬਦ ਕੀਰਤਨ ਸੁਣਦੇ ਅਤੇ ਮਹਾਰਾਜ ਦੇ ਸੋਹਣੇ ਬਚਨ ਸੁਣ ਕੇ ਬੜੇ ਖੁਸ਼ ਹੁੰਦੇ। ਹੋਲੇ ਮਹੱਲੇ ਵਾਲੇ ਦਿਨ ਹੋਲੇ ਮਹੱਲੇ ਦਾ ਸਮਾਗਮ ਹੋਇਆ। ਜਦੋਂ ਉਹਨਾਂ ਨੇ ਬਹਾਦਰ ਸਿੱਖਾਂ ਦੀ ਤੀਰ ਅੰਦਾਜ਼ੀ, ਗੱਤਕਾ ਤੇ ਤਲਵਾਰ ਚਲਾਉਣੇ ਤੇ ਕੌਤਕ ਦੇਖੇ, ਘੋੜਿਆਂ ਦੀਆਂ ਦੌੜਾਂ ਤੱਕੀਆਂ, ਤਾਂ ਉਸ ਵਕਤ ਬਾਬਾ ਜੀ ਦੇ ਮਨ ਵਿੱਚ ਨਵਾਂ ਉਤਸ਼ਾਹ ਪੈਦਾ ਹੋ ਗਿਆ। ਕਿਉਂ? ਇਹ ਕੁਦਰਤੀ ਹੁੰਦਾ। ਕਈਆਂ ਦੇ ਮਨ 'ਚ ਹੁੰਦਾ ਮਾਲਾ ਫੜ ਲੈਣੀ ਵੀ ਮੈਂ ਭਗਤੀ ਕਰਨੀ ਹੈ, ਕਈਆਂ ਦੇ ਮਨ 'ਚ ਹੁੰਦਾ ਮੈਂ ਸੇਵਾ ਹੀ ਕਰਨੀ ਹੈ, ਉਹ ਲੰਗਰ 'ਚ ਭਾਂਡੇ ਮਾਂਜ ਲਾਈਨ ਜਾ ਕੇ। ਕਈਆਂ ਦੇ ਮਨ 'ਚ ਹੁੰਦਾ ਮੈਂ ਤਾਂ ਗੱਤਕਾ ਸਿੱਖਣਾ, ਮੈਂ ਤਾਂ ਯੋਧਾ ਬਣਨਾ। ਆਪੋ ਆਪਣੀ ਬਿਰਤੀ ਦੇ ਮੁਤਾਬਕ ਹੈ। ਬਾਬਾ ਜੀ ਨੇ ਜਦੋਂ ਘੋੜ ਸਵਾਰੀ ਦੇਖੀ, ਕਿਉਂਕਿ ਸ਼ਸਤਰ ਚਲਾਉਣਾ ਤਾਂ ਪਹਿਲਾਂ ਤੋਂ ਜਾਣਦੇ ਸੀ, ਬੜਾ ਚਾਅ ਉੱਠਿਆ ਵੀ ਮੇਰੀ ਇੱਛਾ ਪੂਰੀ ਹੋ ਗਈ। ਉਹਨਾਂ ਦਾ ਚਿੱਤ ਕੀਤਾ ਕਿ ਉਹ ਵੀ ਸਤਿਗੁਰੂ ਮਹਾਰਾਜ ਦੇ ਬਹਾਦਰ ਸਿੱਖਾਂ ਵਾਂਗੂ ਸ਼ਸਤਰ ਚਲਾਉਣ, ਘੋੜ ਸਵਾਰੀ ਵਿੱਚ ਨਿਪੁੰਨ ਹੋਣ। ਭਾਈ ਭਗਤਾ, ਉਹਨਾਂ ਦੇ ਪਿਤਾ ਜੀ ਅਨੰਦਪੁਰ ਸਾਹਿਬ ਜਦੋਂ ਕੁਝ ਸਮਾਂ ਰਹੇ ਤਾਂ ਇੱਕ ਦਿਨ ਉਹਨਾਂ ਨੇ ਆਪਣੀ ਉਸ ਵਕਤ ਪਤਨੀ ਸਮੇਤ ਦੀਵਾਨ ਵਿੱਚ ਖੜੇ ਹੋ ਕੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਗਰੀਬ ਨਵਾਜ। ਭਾਈ ਭਗਤਾ, ਮਾਤਾ ਜੀਵਨੀ ਭਾਈ ਭਗਤ ਸਿੰਘ ਜੀ ਬਣ ਗਏ। ਸੋ ਬੀਬੀ ਜੀਵਨ ਕੌਰ ਜੀ ਬਣ ਗਏ। ਮਹਾਰਾਜ ਨੇ ਉਹਨਾਂ ਦੇ ਸੀਸ ਤੇ ਹੱਥ ਰੱਖਿਆ, ਸਭ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਭਗਤਾ ਜੀ ਦਾ ਨਾਮ ਭਗਤ ਸਿੰਘ ਤੇ ਬਾਬਾ ਜੀ ਦਾ ਨਾਮ ਰੱਖਿਆ। ਅੱਜ ਤੋਂ ਇਹ ਦੀਪ ਸਿੰਘ ਹੈ। ਭਾਈ ਦੀਪ ਸਿੰਘ ਜੀ ਹਨ। ਇਹ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਸਾਹਿਬ ਜਾਣਦੇ ਨੇ। ਹੋਲੇ ਮਹੱਲੇ ਤੋਂ ਕੁਝ ਦਿਨ ਮਗਰੋਂ ਭਾਈ ਭਗਤ ਸਿੰਘ ਵਾਪਸ ਘਰ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਮਹਾਰਾਜ ਦੇ ਹਜ਼ੂਰ ਹਾਜ਼ਰ ਹੋ ਕੇ ਘਰ ਜਾਣ ਦੀ ਆਗਿਆ ਮੰਗੀ। ਬਾਬਾ ਦੀਪ ਸਿੰਘ ਆਪਣੇ ਮਾਤਾ ਪਿਤਾ ਨਾਲ ਹੱਥ ਜੋੜੀ ਖੜੇ ਸੀ। ਦਸ਼ਮੇਸ਼ ਪਿਤਾ ਦੀ ਬਾਬਾ ਜੀ ਵੱਲ ਤੱਕਿਆ। ਮਹਾਰਾਜ ਨੇ ਪੁੱਛਿਆ, ਭਾਈ ਦੀਪ ਸਿੰਘ, ਤੂੰ ਜਾਣਾ ਕਿ ਇੱਥੇ ਰਹਿਣਾ? ਗੁਰਾਂ ਨੇ ਉਹਦੇ ਅੰਨਾਂ ਨੇ ਅੰਦਰਲੀ ਗੱਲ ਪਕੜ ਲਈ ਵੀ ਜਾਣਾ ਨਹੀਂ ਚਾਹੁੰਦੇ ਹਨ। ਇਹ ਮੇਰਾ ਹੀ ਆ, ਮੇਰਾ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬਾਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਕਿਹਾ, ਕਿੰਨੇ ਪੁੱਤਰ ਨੇ? ਕਹਿੰਦੇ 7। ਕਹਿੰਦੇ ਆਹ ਸਾਨੂੰ ਦੇ ਦਿਓ। ਕਹਿੰਦੇ ਇੱਕ ਪੁੱਤਰ ਸਾਨੂੰ ਦੇ ਦਿਓ। ਕਹਿੰਦੇ ਜਿਹੜਾ ਮਰਜ਼ੀ ਲੈ ਲਓ। ਕਹਿੰਦੇ ਆਹ ਦੇ ਦਿਓ। ਮਹਾਂਪੁਰਸ਼ ਮੰਗ ਕੇ ਲੈ ਲਿਆ ਕਰਦੇ ਹੁੰਦੇ ਨੇ। ਇਹ ਬੜਿਆਂ ਮਹਾਂਪੁਰਖਾਂ ਨਾਲ ਹੋਇਆ, ਇੱਕ ਨਾਲ ਨਹੀਂ। ਕੋਈ ਮਹਾਂਪੁਰਖ ਜਾਊਗਾ, ਕਹੂਗਾ ਆਹ ਸਾਨੂੰ ਦੇ ਦਿਓ। ਬਾਬਾ ਦੀਪ ਸਿੰਘ ਦਾ ਜੀ ਨਹੀਂ ਸੀ ਕਰਦਾ ਸ੍ਰੀ ਅਨੰਦਪੁਰ ਸਾਹਿਬ ਜਾਣ ਤੋਂ। ਅੰਦਰ ਅੰਦਰ ਅਰਦਾਸਾਂ ਕਰਦੇ, ਮਹਾਰਾਜ ਕਿਤੇ ਮੈਂ ਇੱਥੇ ਹੀ ਰਹਿ ਜਾ, ਮੇਰੇ ਮਾਂ-ਬਾਪ ਨਾਲ ਜਾਣ। ਮਹਾਰਾਜ ਨੇ ਪੁੱਛਿਆ ਕਿ ਭਾਈ ਤੂੰ ਇੱਥੇ ਰਹਿਣਾ ਕਿ ਜਾਣਾ ਹੈ? ਬਾਬਾ ਜੀ ਨੇ ਉਸ ਨਿਮਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਸੇਵਕ ਹਾਂ, ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ। ਦੇਖੋ ਲਾਇਕ ਜਾਣਨਾ, ਦੇਖੋ ਇਹਨਾਂ ਗੱਲਾਂ ਤੋਂ ਪਹਿਚਾਣ ਹੁੰਦੀ ਹੈ ਉਹਨਾਂ ਦੀ ਸਿਆਣਪ, ਬਾਬਾ ਜੀ ਦੀ ਸੂਝ-ਬੂਝ। ਇਹ ਨਹੀਂ ਕਿਹਾ ਠਾ ਦੇਣੇ ਵੀ ਮੈਂ ਇੱਥੇ ਰਹੂੰਗਾ ਜੀ, ਮੈਂ ਨਹੀਂ ਘਰ ਜਾਣਾ ਜੀ। ਬੋਲਣ ਦਾ ਵੀ ਤਮੀਜ਼ ਹੋਣੀ ਚਾਹੀਦੀ, ਤਰੀਕਾ ਹੁੰਦਾ। ਸੱਚੇ ਪਾਤਸ਼ਾਹ ਤੁਹਾਡਾ ਸੇਵਕ ਹਾਂ, ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ। ਭਾਈ ਭਗਤ ਸਿੰਘ ਆਪਣੇ ਪੁੱਤਰ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ।
ਉਹਨਾਂ ਨੇ ਗੁਰਾਂ ਅੱਗੇ ਬੇਨਤੀ ਕੀਤੀ, हे ਮਾਲਕ ਜੀ, ਸੱਚੇ ਪਾਤਸ਼ਾਹ ਜੀ, ਸਾਡਾ ਬੇਟਾ ਆਪ ਦਾ ਚਰਨ ਸੇਵਕ ਹੈ, ਜੇ ਇਹਨੂੰ ਆਪ ਜੀ ਦੀ ਸ਼ਰਨ ਵਿੱਚ ਰਹਿਣ ਦਾ ਮਾਣ ਮਿਲੇ ਤਾਂ ਸਾਡੇ ਧੰਨ ਭਾਗ ਸਾਡੇ ਸੱਚੇ ਪਾਤਸ਼ਾਹ ਜੀ ਤੁਹਾਡੀ ਸੇਵਾ ਕਰੇ। ਇਸ ਕਰਕੇ ਉਹ ਬਹੁਤ ਖੁਸ਼ ਹੋਏ, ਬੜੇ ਖੁਸ਼ ਹੋਏ। ਸਾਥੋਂ ਵੱਧ ਖੁਸ਼ ਨਸੀਬ ਕੌਣ ਹੋਵੇਗਾ ਮਹਾਰਾਜ? ਸਤਿਗੁਰਾਂ ਨੇ ਕਿਹਾ, ਸਾਨੂੰ ਖੁਸ਼ੀ ਹੈ ਕਿ ਭਾਈ ਦੀਪ ਸਿੰਘ ਸਾਡੇ ਪਾਸ ਰਹੇਗਾ। ਭਾਈ ਦੀਪ ਸਿੰਘ ਦੇ ਮਾਤਾ ਪਿਤਾ ਵਾਪਸ ਆਪਣੇ ਪਿੰਡ ਚਲੇ ਗਏ, ਤਾਂ ਬਾਬਾ ਜੀ ਗੁਰੂ ਸਾਹਿਬ ਦੇ ਕੋਲ ਰਹਿ ਪਏ। ਉਹਨਾਂ ਦਾ ਚਿੱਤ ਕੀਤਾ ਉਹ ਵੀ ਗੁਰੂ ਸਾਹਿਬ ਦੇ ਬਹਾਦਰ ਸਿੱਖਾਂ ਵਾਂਗ ਬਹਾਦਰ ਤੇ ਨਿਡਰ ਬਣਨ। ਇਹ ਪਹਿਲਾਂ ਤੋਂ ਹੀ ਮਨ ਦੇ ਅੰਦਰ ਇਸ ਪ੍ਰਕਾਰ ਵੀਰ ਰਸ ਆਇਆ ਹੀ ਹੁੰਦਾ। ਗੁਰਾਂ ਦੀ ਕਿਰਪਾ ਹੈ, ਜਿਹੀ ਜੀ ਸੇਵਾ ਲੈਣੀ ਹੁੰਦੀ ਹੈ ਉਹੋ ਜਿਹਾ ਮਨ ਬਣਾ ਦਿੰਦੇ ਮਹਾਰਾਜ। ਸੋ ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਰਹਿੰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਰੋਜ਼ ਦਰਸ਼ਨ ਕਰਕੇ, ਸੇਵਾ ਕਰਕੇ, ਉਧਰ ਭਾਂਡੇ ਮਾਂਜਣੇ, ਕਦੇ ਝਾੜੂ ਦੇਣਾ, ਨਾਲ ਸਾਰੀ ਸੇਵਾਵਾਂ ਚਾਅ ਨਾਲ ਭੱਜੇ ਫਿਰਨਾ, ਬਹੁਤ ਖੁਸ਼ੀਆਂ ਮਿਲਣੀਆਂ ਮਹਾਰਾਜ ਦੀਆਂ। ਦਿਨ ਰਾਤ ਵਾਹਿਗੁਰੂ ਦੀ ਯਾਦ ਵਿੱਚ ਆਨੰਦ 'ਚ ਰਹਿਣਾ, ਆਉਣ ਜਾਣ ਵਾਲੀਆਂ ਸੰਗਤਾਂ ਦੀ ਸੇਵਾ 'ਚ ਰੁੱਝੇ ਰਹਿਣਾ, ਕਦੇ ਲੰਗਰ ਦੀ ਸੇਵਾ, ਕਦੇ ਝਾੜੂ ਦੀ ਸੇਵਾ, ਕਿਸੇ ਹੋਰ ਸੇਵਾ ਵਿੱਚ ਲੱਗ ਜਾਂਦੇ, ਵਿਹਲੇ ਨਾ ਬਹਿਣਾ। ਕਦੇ ਗੁਰਬਾਣੀ ਦਾ ਪਾਠ ਕਰਨਾ, ਕਦੇ ਦੂਜਿਆਂ ਨੂੰ ਪਾਠ ਸੁਣਾਉਣਾ, ਕਈਆਂ ਨੂੰ ਕਹਿਣਾ ਮੇਰਾ ਪਾਠ ਸੁਣ ਲਓ, ਭਾਈ ਮੈਨੂੰ ਜਪਜੀ ਸਾਹਿਬ ਸਿਖਾ ਦਿਓ, ਭਾਈ ਮੈਂ ਠੀਕ ਪੜ੍ਹਦਾ ਜੀ, ਮੈਂ ਗੁਰਮੁਖੋ ਆ ਸੁਣਿਓ ਤਾਂ ਮੇਰੇ ਕੋਲੋਂ ਵੀ ਜਾਪ ਸਾਹਿਬ ਦਾ ਪਾਠ। ਐਦਾਂ ਇੱਕ ਦੂਜੇ ਗੁਰਮੁਖਾਂ ਨੂੰ ਸੁਣਾ ਕੇ ਨਾ ਪਾਠ ਆਪਣਾ ਸ਼ੁੱਧ ਵੀ ਕਰਵਾ ਲਈਦਾ। ਕਦੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਲੱਗ ਜਾਣਾ। ਬਾਬਾ ਜੀ ਨੇ ਆਪ ਵੱਡੀ ਉਮਰ ਦੇ ਸੀ ਨਾ, ਛੋਟੇ ਛੋਟੇ ਬੱਚਿਆਂ ਨੂੰ ਬਿਠਾ ਲੈਣਾ, ਤੁਸੀਂ ਊੜਾ ਐੜਾ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਦੇਖੋ, ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਦੇਖੋ ਸੰਥਿਆ ਤਾਂ ਸ਼ੁਰੂ ਕਰਾ ਦਿੱਤੀ ਬਾਬਾ ਜੀ ਨੇ, ਤੇ ਅਰਥ ਸਮਝਾਉਂਦੇ ਸੀ। ਜਦੋਂ ਅਸੀਂ ਜਥੇ 'ਚ ਹੁੰਦੇ ਨਿੱਕੇ ਨਿੱਕੇ ਭਜੰਗੀਆਂ ਨੇ ਕਹਿਣਾ ਹਾਸੇ ਖੇਡੇ 'ਚ, ਕਿਉਂਕਿ ਸਾਰੇ ਬੜੇ ਪਿਆਰ ਨਾਲ ਹੱਸਦੇ ਹੀ ਰਹਿਣਾ। ਭਜੰਗੀਆਂ ਨੇ ਕਈ ਵਾਰ ਕਹਿਣਾ ਕਥਾ ਕਿੱਦਾਂ ਕਰੀਦੀ ਹੈ, ਸਾਨੂੰ ਤਾਂ ਪਤਾ ਨਹੀਂ ਲੱਗਦਾ। ਮੈਂ ਕਹਿਣਾ ਇੱਥੇ ਚੱਲ ਬੈਠ, 8-10 ਭਜੰਗੀ ਬਿਠਾ ਲੈਣੇ, ਚੱਲ ਪੜ੍ਹ ਪੰਗਤੀ ਪੜ੍ਹਨੀ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਮੈਂ ਭਜੰਗੀਆਂ ਨੂੰ ਸਮਝਾਉਣਾ, ਜਦੋਂ ਪੂਰਿਆਂ ਗੁਰਾਂ ਨੇ ਕਿਰਪਾ ਕੀਤੀ, ਮਹਾਰਾਜ ਦੀ ਕਿਰਪਾ ਨਾਲ ਸਾਡੀ ਜਿਹੜੀ ਲੋਚਾ ਸੀ ਇੱਛਾ ਪੂਰੀ ਹੋ ਗਈ। ਕਥਾ ਕਰਨੀ ਤਾਂ ਬਹੁਤ ਖੁਸ਼ ਹੋਣਾ ਨਿਆਣਿਆਂ ਨੇ, ਉਹਨੇ ਅਸੀਂ ਵੀ ਸਿੱਖਾਂਗੇ। ਹਾਂ ਤੁਸੀਂ ਵੀ ਸਿੱਖੋਗੇ। ਤੇ ਇਸ ਕਰਕੇ ਇਹ ਸੁਭਾਅ ਹੀ ਹੁੰਦਾ ਵੀ ਜਿੰਨਾ ਪੜ੍ਹਾ ਸਕੀਏ, ਜਿੰਨੀ ਸੰਥਿਆ ਕਰਾ ਸਕੀਏ, ਜਿੰਨਾ ਊੜਾ ਆੜਾ ਸਿਖਾ ਸਕੋ, ਦਸਵੇਂ ਪਾਤਸ਼ਾਹ ਨੇ ਕਿਹਾ ਉਨਾ ਹੀ ਪੁੰਨ ਲੱਗੂਗਾ ਤੁਹਾਨੂੰ। ਮਹਾਂਪੁਰਖਾਂ ਨੇ ਕਿਹਾ ਸੀ ਜਿਹੜੀ ਕਥਾ ਕਰਨੀ ਹੈ ਨਾ, ਕਥਾ ਤੇ ਦਸਵੇਂ ਪਾਤਸ਼ਾਹ ਪ੍ਰਚਾਰ ਕਰਨ ਤੇ ਬਹੁਤ ਖੁਸ਼ ਹੁੰਦੇ ਨੇ ਕਲਗੀਆਂ ਵਾਲੇ। ਕਦੇ ਸਰੀਰਕ ਕਸਰਤ ਕਰਦੇ ਬਾਬਾ ਜੀ, ਕਦੇ ਹੋਰ ਸਾਥੀਆਂ ਨਾਲ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਦੀ ਸਿਖਲਾਈ ਜੁਟੇ ਰਹਿੰਦੇ। ਕੁਛ ਹੁਣ ਗੁਰੂ ਸਾਹਿਬ ਦੀ ਨਿਗਾਹ 'ਚ ਰਹਿਣਾ, ਕਿਰਪਾ ਦ੍ਰਿਸ਼ਟੀ ਹੁੰਦੀ ਰਹਿਣੀ ਉੱਪਰ। ਸੋ ਬਾਬਾ ਦੀਪ ਸਿੰਘ ਜੀ ਸਡੌਲ ਉਹ ਸਰੀਰ ਦੇ ਨੌਜਵਾਨ ਤਾਂ ਬੜੇ ਪਹਿਲਾਂ ਸੀ, ਹੁਣ ਗੱਠਵਾਂ ਸਰੀਰ ਬਣਾ ਕੇ ਹੋਰ ਵੀ ਸੋਹਣਾ ਹੋ ਗਏ, ਕਿਉਂਕਿ ਬਹੁਤ ਮਿਹਨਤ ਕਰਨੀ। ਹੌਲੀ ਹੌਲੀ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਨੇੜਤਾ ਪ੍ਰਾਪਤ ਹੋਣ ਲੱਗੀ। ਮਹਾਰਾਜ ਵੀ ਜਾਣਦੇ ਨੇ ਇਹ ਕੌਣ ਹੈ, ਮੇਰਾ ਪਿਆਰਾ ਹੈ। ਹੌਲੀ ਹੌਲੀ ਪਿਆਰ ਹੋ ਜਾਂਦਾ, ਕੁਦਰਤੀ ਹੁੰਦਾ। ਆ ਜਾ ਭਾਈ ਦੀਪ ਸਿਆ, ਤੂੰ ਸਾਡੇ ਕੋਲ ਬੈਠਿਆ ਕਰ, ਭਾਈ ਤੂੰ ਸੇਵਾ ਹੀ ਕਰਦਾ ਰਹਿਣਾ, ਇੱਧਰ ਆ ਸਾਡੇ ਕੋਲ ਬੈਠ ਜਾ। ਨਾਲੇ ਹੌਲੀ ਹੌਲੀ ਨਿਗਾਹ ਕਰ ਦੇਣੀ, ਨਾਲੇ ਸੀਸ ਤੇ ਹੱਥ ਫੇਰ ਦੇਣਾ, ਕਦੇ ਕਦੇ ਥਾਪੜਾ ਦੇ ਦੇਣਾ। ਹੌਲੀ ਹੌਲੀ ਅਥਾਹ ਸ਼ਕਤੀ ਭਰਦੇ ਗਏ ਉਹਨਾਂ 'ਚ। ਚੰਗੇ ਗੁਣਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵੀ ਬੜੇ ਖੁਸ਼ ਸੀ ਵੀ ਐ ਸਿੰਘ ਆ ਬਈ, ਸੇਵਾ ਕਰਦਾ, ਦੌੜਿਆ ਫਿਰਦਾ, ਇਹ ਬੈਠਦਾ ਹੀ ਨਹੀਂ, ਤਾਂ ਸਾਰਾ ਦਿਨ ਬੜੀ ਸੇਵਾ ਕਰਦਾ। ਸੋ ਇਸ ਕਰਕੇ ਇੱਕ ਮਨ ਦੇ ਅੰਦਰ ਹੀ ਚਾਓ ਉਤਸ਼ਾਹ ਉਮਾਹ ਹੁੰਦਾ, ਚਾਹ ਹੁੰਦਾ ਸਵੇਰੇ ਉੱਠਣ ਦਾ, ਸੇਵਾ ਕਰਨ ਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਭਾਈ ਦੀਪ ਸਿੰਘ ਸਿਮਰਨ 'ਚ ਹੀ ਮਗਨ ਰਹਿੰਦੇ ਨੇ 24 ਘੰਟੇ, ਵੀ ਸਿਦਕ ਤੇ ਭਰੋਸੇ ਵਾਲਾ ਸਿੱਖ ਹੈ, ਨਿਸ਼ਕਾਮ ਸੇਵਕ ਹੈ। ਗੁਰਾਂ ਨੇ ਦੇਖ ਲਿਆ ਉਹਦੇ ਦਿਲ ਦੇ ਵਿੱਚ ਕੋਈ ਇੱਛਾ ਨਹੀਂ ਹੈ। ਗੁਰਬਾਣੀ ਤੇ ਗੁਰਮਤਿ ਦੀ ਚੰਗੀ ਸੂਝ ਰੱਖਦੇ ਆ, ਨਾਲ ਸੰਥਿਆ ਕਰਾਉਂਦੇ ਨੇ, ਆ ਹੁਣੇ ਹੀ ਊੜਾ ਆੜਾ ਪੜ੍ਹਾਉਂਦੇ, ਨਾਲੇ ਅਰਥਾਂ ਦੀ ਬੜੀ ਸੋਝ ਹੈ ਇਹਨਾਂ ਨੂੰ, ਤਾਂ ਬੜਾ ਕਿਰਪਾ ਹੈ। ਹਰ ਕਿਸੇ ਨੂੰ ਬੜੇ ਪ੍ਰੇਮ ਨਾਲ ਤੇ ਨਿਮਰਤਾ ਨਾਲ ਮਿਲਦੇ ਨੇ। ਇਹ ਗੁਣ ਦੇਖ ਦੇਖ ਕੇ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਸਨਮੁਖੀ ਸਿੱਖਾਂ ਵਿੱਚ ਸ਼ਾਮਲ ਕਰ ਲਿਆ। ਸਨਮੁਖ ਰਹਿਣਾ, ਬਸ ਮੇਰੇ ਕੋਲ ਰਹਿਣਾ। ਸਨਮੁਖੀ ਹੁਣ ਕੌਣ ਹੁੰਦੇ ਨੇ?
ਸਨਮੁਖੀ ਸਿੱਖ ਉਹ ਹੁੰਦੇ ਜੋ ਗੁਰੂ ਸਾਹਿਬ ਦੇ ਨੇੜੇ ਜਾਂ ਹਜ਼ੂਰੀ 'ਚ ਹੀ ਰਹਿੰਦੇ ਹੁੰਦੇ। ਸੋ ਇਸ ਕਰਕੇ ਉਹ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਹੀ ਰਹਿਣ ਲੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਖਾਸ ਕੰਮ ਪੈਂਦਾ ਨਾ ਤਾਂ ਹਜ਼ੂਰੀ ਸਿੱਖਾਂ ਵਾਂਗ ਬਾਬਾ ਜੀ ਨੂੰ ਖਾਸ ਸੇਵਾ ਦਿੱਤੀ ਜਾਂਦੀ ਸੀ। ਇਹ ਖਾਸ ਫਿਰ ਨੇੜਤਾ ਹੌਲੀ ਹੌਲੀ ਮਿਲਦੀ ਆ। ਇਹ ਨਹੀਂ ਹੁੰਦਾ ਕਿ ਪਹਿਲੇ ਦਿਨ ਹੀ ਨੇੜੇ ਲਾ ਲੈਂਦੇ ਨੇ। ਪਹਿਲਾਂ ਦੇਖ ਦੇਖ ਕੇ ਚੰਗੇ ਚੰਗੇ ਗੁਣ, ਫਿਰ ਹੌਲੀ ਹੌਲੀ ਨੇੜੇ ਲਾ ਲੈਣਾ। ਪਹਿਲਾਂ ਅਸੀਂ ਬੜੇ ਖੁਸ਼ ਹੋਣਾ, ਆ ਮਹਾਂਪੁਰਖਾਂ ਦਾ ਜਾ। ਗੁਰਮੁਖ ਸਿੰਘ ਗੜਵਈ ਨੇ ਕਹਿਣਾ, ਅੱਜ ਆ ਮਹਾਂਪੁਰਖਾਂ ਦਾ ਪਰਨਾ ਧੋ ਲਿਆ, ਆ ਤੂੰ ਆ ਬਾਟਾ ਮਾਂਜ ਲਿਆ। ਅਸੀਂ ਇੰਨੇ 'ਚ ਬੜੇ ਖੁਸ਼ ਰਹਿਣਾ, ਮੈਂ ਅੱਜ ਮਹਾਂਪੁਰਖਾਂ ਦਾ ਪਰਨਾ ਧੋ ਕੇ ਲਿਆ, ਅੱਜ ਮੈਂ ਬਾਟਾ। ਫਿਰ ਹੌਲੀ ਹੌਲੀ ਜਾ ਉੱਥੋਂ ਪ੍ਰਸ਼ਾਦਾ ਲੈ ਕੇ ਆ। ਇੰਨੇ 'ਚ ਬੜੇ ਖੁਸ਼ ਹੁੰਦੇ ਸੀ ਵੀ ਅੱਜ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਸਮਾਂ ਲੱਗਿਆ ਸਾਨੂੰ। ਜੇ ਕਿਸੇ ਨੂੰ ਪਾਠ ਕਰਨ ਨਾਲ ਬਿਠਾ ਲੈਣ ਤਾਂ ਬਹੁਤ ਚਾਅ ਚੜ੍ਹਦਾ, ਨਹੀਂ ਮੈਨੂੰ ਆਹ ਸੇਵਾ ਮਿਲੀ ਹੈ, ਉਹ ਤੂੰ ਰਾਤ ਨੂੰ ਪਹਿਰੇ ਤੇ ਖੜਿਆ ਕਰ, ਮੇਰੇ ਕੋ ਤੂੰ ਪੱਖਾ ਕਰਿਆ ਕਰ ਓਏ, ਸਤ ਬਚਨ ਜੀ। ਇਹਨੇ ਨਾਲ ਸਿੰਘ ਬੜੇ ਖੁਸ਼ ਰਹਿੰਦੇ ਵੀ ਮੈਨੂੰ ਮਹਾਂਪੁਰਖਾਂ ਦੀ ਸੇਵਾ ਮਿਲੀ ਆ। ਇਸ ਤਰ੍ਹਾਂ ਵੀ ਮੈਂ ਉਹੀ ਅੰਦਾਜ਼ਾ ਲਾਉਣਾ ਨਾ ਵੀ ਮਹਾਰਾਜ ਵੇਲੇ ਵੀ ਕਿੰਨਾ ਅਸੀਂ ਵੀ ਕਦੇ ਕਦੇ ਸੋਚਦੇ ਮਹਾਰਾਜ ਵੇਲੇ ਵੀ ਹੁੰਦੇ, ਉਦੋਂ ਉਹਨਾਂ ਦੀ ਸੇਵਾ ਕਰਦੇ ਸੱਚੇ ਪਾਤਸ਼ਾਹ ਦੀ। ਤਾਂ ਹਜ਼ੂਰੀ 'ਚ ਰਹਿਣ ਲੱਗ ਪਏ। ਖਾਸ ਕੰਮ ਹੁੰਦਾ ਤਾਂ ਬਾਬਾ ਜੀ ਨੂੰ ਭੇਜਣਾ, ਖਾਸ ਸੇਵਾ ਦੇਣ ਲੱਗ ਪਏ। ਜਦ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਉਦੋਂ ਬਾਬਾ ਜੀ ਵੀ ਨਾਲ ਜਾਂਦੇ ਹੁੰਦੇ ਸੀ। ਮਹਾਰਾਜ ਵੱਲੋਂ ਬਾਬਾ ਦੀਪ ਸਿੰਘ ਨੂੰ ਹਰ ਤਰ੍ਹਾਂ ਦੀ ਵਡਿਆਈ ਮਿਲਦੀ ਰਹੀ। ਬਾਬਾ ਜੀ ਨੇ ਗੁਰੂ ਸੇਵਾ ਦੇ ਨਾਲ ਨਾਲ ਸੰਗਤਾਂ ਦੀ ਸੇਵਾ ਵੀ ਕਰਨੀ। ਸੋ ਉਹਨਾਂ ਦਾ ਸਿਦਕ ਤੇ ਪ੍ਰੇਮ ਦੇਖ ਕੇ ਸੰਗਤਾਂ ਵਿੱਚ ਵੀ ਸਤਿਕਾਰ ਵੱਧ ਗਿਆ ਤੇ ਉਹਨਾਂ ਦੇ ਸਾਥੀ ਉਹਨਾਂ ਦੀ ਬਹੁਤ ਇੱਜ਼ਤ ਕਰਨ ਲੱਗ ਪਏ। ਸਾਰੀ ਸੰਗਤ ਭਾਈ ਦੀਪ ਸਿੰਘ ਕਰਨ ਲੱਗ ਪਈ। ਸਾਰੇ ਪਾਸੇ ਸਤਿਕਾਰ ਨਾਲ ਹੌਲੀ ਹੌਲੀ ਭਾਈ ਦੀਪ ਸਿੰਘ ਜਾਂ ਭਾਈ ਜੀ ਕਹਿ ਕੇ ਬੁਲਾਉਂਦੇ, ਭਾਈ ਸਾਹਿਬ, ਸਾਰੇ ਬੜਾ ਸਤਿਕਾਰ ਦੇਣ ਲੱਗ ਪਏ। ਉਹਨਾਂ ਦਾ ਮਾਣ ਤੇ ਇੱਜ਼ਤ ਦਿਨੋਂ ਦਿਨ ਵਧਣ ਲੱਗਿਆ। ਉਹ ਜੋ ਵੀ ਬਚਨ ਕਹਿੰਦੇ ਗੁਰੂ ਸਾਹਿਬ ਦੇ ਸਿੱਖ ਖੁਸ਼ੀ ਨਾਲ ਮੰਨ ਲੈਂਦੇ। ਸਾਰੇ ਸਿੰਘ ਉਹਨਾਂ ਨੂੰ ਹੌਲੀ ਹੌਲੀ ਮੰਨਣ ਲੱਗ ਪਏ ਵੀ ਇਹ ਸਿੰਘ ਚੜ੍ਹਦੀ ਕਲਾ ਵਾਲੇ ਆ। ਇਉਂ ਬਾਬਾ ਜੀ ਆਨੰਦਪੁਰ ਸਾਹਿਬ ਦੀ ਸੰਗਤ ਦਾ ਇੱਕ ਸ਼੍ਰੋਮਣੀ ਸਿੱਖ ਬਣ ਗਏ। ਲੋਕਾਂ ਵੱਲੋਂ ਇੰਨੇ ਮਾਣ ਦੇ ਬਾਵਜੂਦ ਬਾਬਾ ਜੀ ਬਹੁਤ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਂਦੇ ਸੀ। ਇਹ ਨਹੀਂ ਕਿ ਹੁਣ ਮੈਨੂੰ ਸੰਗਤ ਵੱਡਾ ਕਹਿਣ ਲੱਗ ਪਈ, ਮੈਂ ਵੱਡਾ ਬਣ ਗਿਆ। ਹਰ ਇੱਕ ਨੂੰ ਆਪਣੀ ਮਿੱਠੀ ਜ਼ਬਾਨ ਨਾਲ ਮੋਹ ਲੈਣਾ। ਬਾਬਾ ਜੀ ਸੋ ਉਸ ਵਕਤ ਬਾਬਾ ਦੀਪ ਸਿੰਘ ਨੂੰ ਆਨੰਦਪੁਰ ਸਾਹਿਬ 'ਚ ਰਹਿੰਦਿਆਂ ਕੁਝ ਸਮਾਂ ਬਤੀਤ ਹੋਇਆ। ਪਿੰਡ ਪਹੂਬਿੰਡ ਤੋਂ ਉਹਨਾਂ ਦੇ ਮਾਤਾ ਪਿਤਾ ਕੁਝ ਸੰਬੰਧੀ ਮਹਾਰਾਜ ਦਰਸ਼ਨਾਂ ਲਈ ਆਏ। ਸੋ ਉਸ ਵਕਤ ਉਹ ਬਾਬਾ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਹਨਾਂ ਦਾ ਉੱਚਾ ਲੰਬਾ ਕੱਦ ਕਾਠ, ਸੋਹਣੀ ਡੀਲ ਡੌਲ ਦੇਖ ਕੇ ਜਦੋਂ ਪਾਇਆ, ਨੀਲਾ ਬਾਣਾ, ਸ਼ਸਤਰ ਸਜਾਏ ਹੋਏ, ਸੋਹਣੇ ਦਸਤਾਰੇ ਸਜਾਏ ਹੋਏ, ਚੰਦ ਤੋੜਾ ਲਾਇਆ, ਕਿਤਨੇ ਸੋਹਣੇ ਲੱਗਦੇ ਹੋਣਗੇ। ਲਾਲ ਚਿਹਰਾ ਤੇ ਛੋਟਾ ਛੋਟਾ ਕਾਲਾ ਦਾੜਾ ਬਾਬਾ ਜੀ ਦਾ, ਤੇ ਦੇਖ ਕੇ ਬੜੇ ਮਾਪੇ ਖੁਸ਼ ਹੋਏ। ਸਾਡਾ ਪੁੱਤ, ਮਾਂ-ਬਾਪ ਵੀ ਰੱਬ ਨੇ ਉਹੋ ਜਿਹੇ ਦਿੱਤੇ। ਬਾਬਾ ਦੀਪ ਸਿੰਘ ਜੀ ਨੇ ਦੋਹਰੀ ਦਸਤਾਰ ਸਜਾਈ ਹੋਣੀ ਦਮਾਲਾ ਪਿੰਡ ਤੇ। ਸੋ ਉਸ ਵਕਤ ਪਿਛਲੇ ਪਾਸੇ ਪਿੱਠ ਤੇ ਢਾਲ ਤੇ ਕਮਰ ਤੇ ਸੋਹਣਾ ਗਾਤਰਾ ਸਜਾਇਆ, ਸ੍ਰੀ ਸਾਹਿਬ ਵੱਡੀ ਕਟਾਰ ਨਾਲ। ਸ਼ਸਤਰਾਂ ਦੇ ਬਹੁਤੇ ਸ਼ਕੀਨ ਸੀ ਨਾ। 1.25 ਮਣ ਕੱਚੇ ਦਾ ਤਾਂ ਬਾਬਾ ਜੀ ਦਾ ਇਸ ਦਾ ਪ੍ਰਕਾਰ ਦੱਸਦੇ, ਸਾਰਾ ਜਿੰਨਾ ਵੀ ਕਮਰ ਕਸਾ ਸੀ ਸਾਰਾ ਇੰਨਾ ਸੀ। ਤਾਂ ਉਹਨਾਂ ਦੇ ਕਰ ਕਮਲਾਂ ਵਿੱਚ ਤੀਰ ਕਮਾਨ ਸੀ। ਉਹ ਨੱਚਦੇ ਟੱਪਦੇ ਆਏ ਤੇ ਬੜੇ ਜੋਸ਼ੀਲੇ ਸੀ। ਮਾਪਿਆਂ ਨੂੰ ਸੀਸ ਝੁਕਾ ਕੇ ਫਤਿਹ ਬੁਲਾਈ ਆ ਕੇ, ਪਿੰਡ ਦਿਆਂ ਦਾ ਹਾਲ ਪੁੱਛਿਆ। ਉਸ ਵਕਤ ਬਾਬਾ ਦੀਪ ਸਿੰਘ ਨੇ ਕੁਝ ਫੌਜੀ ਕਰਤੱਵ ਕਰਕੇ ਦਿਖਾਏ। ਘੋੜ ਸਵਾਰੀ ਦੇਖੋ, ਪਿਤਾ ਜੀ ਮੈਂ ਘੋੜਾ ਹੁਣ ਬਹੁਤ ਤੇਜ਼ ਭਜਾਉਣਾ। ਜਦੋਂ ਘੋੜਾ ਦੜਾ ਤਾਂ ਜਿਵੇਂ ਹਵਾ ਨਾਲ ਗੱਲਾਂ ਕਰ, ਤੀਰ ਅੰਦਾਜ਼ੀ, ਤਲਵਾਰ ਸ੍ਰੀ ਸਾਹਿਬ ਚਲਾਉਣੀ, ਗੱਤਕੇ ਬਾਜੀ, ਨੇਜਾ ਸੁੱਟਣ, ਸਾਰੇ ਕਰਤੱਵ ਦੇਖ ਕੇ ਮਾਤਾ ਪਿਤਾ ਪਿੰਡ ਵਾਲੇ ਬਹੁਤ ਖੁਸ਼। ਉਹ ਬੱਲੇ ਭਾਈ ਭਗਤ ਸਿਆਂ ਤੇਰਾ, ਬਈ ਭਜੰਗੀ ਸਿੰਘ ਤਾਂ ਦੇਖੋ ਮਹਾਰਾਜ ਦੀ ਕਿੰਨੀ ਸੇਵਾ ਕਰਦਾ, ਕਿੰਨਾ ਚੁਸਤ ਫੁਰਤ ਹੈ, ਕਿੰਨੀ ਚਿਹਰੇ ਤੇ ਲਾਲੀ ਹੈ। ਧੰਨ ਬਾਬਾ ਦੀਪ ਸਿੰਘ ਜੀ। ਪਿੰਡ ਦੇ ਜੋ ਸੰਬੰਧੀ ਆਏ ਸਨ ਉਹ ਹੈਰਾਨ ਹੋਏ ਜਾਣ ਕਿ ਸਾਡੇ ਪਿੰਡ ਦਾ ਇਹ ਜਿਹਨੂੰ ਅਸੀਂ ਦੀਪਾ ਕਹਿੰਦੇ, ਹੁਣ ਬਾਬਾ ਦੀਪ ਸਿੰਘ ਦੇ ਰੂਪ ਵਿੱਚ ਕਿੱਡੇ ਸੋਹਣੇ ਲੱਗਦੇ ਨੇ। ਅਸੀਂ ਤਾਂ ਭਾਈ ਫੇਰ ਉਹ ਮਾਫੀਆਂ ਮੰਗਦੇ, ਬਾਬਾ ਜੀ ਹੁਣ ਸਾਨੂੰ ਮਾਫ ਕਰ ਦਿਓ, ਸਾਨੂੰ ਕੀ ਪਤਾ ਸੀ ਤੁਸੀਂ ਇੰਨੇ ਮਹਾਨ ਪੁਰਖ ਹੋ। ਇਸ ਕਰਕੇ ਉਹ ਕਿਤਨੇ ਬਹਾਦਰ ਹੋ ਗਏ, ਸਾਰੇ ਤਾਰੀਫ ਕਰਨ ਲੱਗ ਪਏ। ਭਾਈ ਭਗਤ ਸਿੰਘ ਨੇ ਪਰਿਵਾਰ ਸਮੇਤ ਪਹਿਲਾਂ ਵਾਂਗ
कुछ देर उत्थे डेरा कीता, सेवा कीती, लंगर पकाउण दी सेवा, भांडे मांजण दी ते पानी ढोण दी, जल ढोण दी सारी सेवा कीती। लंगर लई जंगल चों ਲੱਕੜਾਂ ਲਿਆਉਣ ਦੀ सेवा ਵਿੱਚ जुटे रहे। बाबा दीप सिंह ਅਤੇ कदे संगतां दी सेवा करदे, कदे पिंडों आए संबंधियां देखभाल करदे। 1 महीना भाई भगत सिंह ते उन्हां दे साथी सारे पिंड वाले उत्थे रहे। ਜਦੋਂ वापस जाण ਲਈ ਤਿਆਰ ਹੋਏ ਤਾਂ महाराज ਦੇ ਅੱਗੇ हथ जोड़ के बेनती ਕੀਤੀ, सच्चे पातशाह जे आग्ञा होवे ਤਾਂ ਅਸੀਂ ਆਪਣੇ ਪੁੱਤਰ ਨੂੰ ਨਾਲ ਲੈ ਜਾਈਏ। ਦਸ਼ਮੇਸ਼ ਪਿਤਾ ਜੀ ਨੇ ਬਾਬਾ ਦੀਪ ਸਿੰਘ ਜੀ ਵੱਲ ਬੜੀ ਮਿਹਰ ਨਾਲ ਨਜ਼ਰ ਨਾਲ ਤੱਕਿਆ। ਉਹਨਾਂ ਨੇ ਉਹ ਬਾਬਾ ਜੀ ਨੂੰ ਪੁੱਛਿਆ, ਕਿਉਂ ਭਾਈ ਦੀਪ ਸਿੰਘ, ਤੂੰ ਮਾਤਾ ਪਿਤਾ ਨਾਲ ਘਰ ਜਾਣਾ ਕਿ ਇੱਥੇ ਰਹਿਣਾ? ਦੇਖੋ ਇਹ ਗੱਲ ਦੇ ਵਿੱਚ ਵੀ ਇੱਕ ਰਮਜ ਹੈ, ਰਮਜ। ਅੰਦਰੋਂ ਆਪ ਵੀ ਨਹੀਂ ਚਾਹੁੰਦੇ ਹੈਗੇ ਭੇਜਣਾ, ਕਿਉਂਕਿ ਇਹ ਕੁਦਰਤੀ ਮਹਾਂਪੁਰਖਾਂ ਨਾਲ ਰਹਿ ਕੇ ਕਈ ਚੀਜ਼ਾਂ ਦੀ ਰਮਜ ਇਉਂ ਸਮਝ ਲੱਗ ਜਾਂਦੀ ਹੈ। ਆਹ ਜਿਹੜੀ ਗੱਲ ਕਰੀ ਕਿ ਜਾਣਾ ਚਾਹੁੰਦਾ ਕਿ ਰਹਿਣਾ ਚਾਹੁੰਦਾ, ਮਤਲਬ ਕਿ ਆਪ ਦਾ ਵੀ ਜੀ ਨਹੀਂ ਕਰਦਾ ਭੇਜਣ ਨੂੰ। ਬਾਬਾ ਦੀਪ ਸਿੰਘ ਨੇ ਕਿਹਾ ਜਿਵੇਂ ਆਪ ਦੀ ਆਗਿਆ ਹੋਵੇ। ਉਹ ਆਗਿਆਕਾਰੀ ਸਿੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਦੀ ਪਿੱਠ ਤੇ ਥਾਪੜਾ ਦਿੱਤਾ। ਉਹਨਾਂ ਖੁਸ਼ੀ ਨਾਲ ਬਾਬਾ ਜੀ ਨੂੰ ਮਾਪਿਆਂ ਨਾਲ ਜਾਣ ਦੀ ਆਗਿਆ ਦਿੱਤੀ, ਕਿਉਂਕਿ ਮਾਂ-ਬਾਪ ਵੀ ਗੁਰਸਿੱਖ ਨੇ, ਅੰਮ੍ਰਿਤਧਾਰੀ ਸਾਰਾ ਪਿੰਡ। ਮਹਾਰਾਜ ਨੂੰ ਇਹ ਪਤਾ ਸੀ ਜੇ ਪਿੰਡ ਜਾਣਗੇ ਤਾਂ ਉੱਥੇ ਵੀ ਸੰਥਿਆ ਕਰਾਉਣਗੇ, ਕਿਸੇ ਨੂੰ ਕਥਾ ਸਿਖਾਉਣਗੇ, ਕੋਈ ਪ੍ਰਚਾਰ ਕਰਨਗੇ, ਕੋਈ ਪਿੰਡ ਵਾਲਿਆਂ ਨੂੰ ਅੰਮ੍ਰਿਤ ਵੀ ਛਕਾਉਣਗੇ ਨਾ। ਗੁਰਸਿੱਖ ਤਾਂ ਥਾਂ ਤੇ ਜਾ ਕੇ ਪ੍ਰਚਾਰ ਕਰਦੇ ਹੀ ਚੰਗੇ ਲੱਗਦੇ। ਬਾਬਾ ਦੀਪ ਸਿੰਘ ਦੇ ਮਾਪਿਆਂ ਤੇ ਸਾਕ ਸੰਬੰਧੀਆਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਫਿਰ ਬਾਬਾ ਦੀਪ ਸਿੰਘ ਆਪ ਅੱਗੇ ਹੋ ਕੇ ਗੁਰੂ ਦੇ ਚਰਨਾਂ 'ਚ ਲਿਪਟ ਗਏ, ਨੇਤਰਾਂ 'ਚ ਜਲ ਭਰ। ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਦੀਪ ਸਿੰਘ ਨੇ ਮਹਾਰਾਜ ਨੂੰ ਬਚਨ ਕੀਤਾ, ਇਹ ਸਤਿਗੁਰੂ ਮਿਹਰ ਦੀ ਨਿਗਾਹ ਰੱਖਣੀ। ਮਹਾਰਾਜ ਨੇ ਉਹਨਾਂ ਨੂੰ ਦੋਹਾਂ ਬਾਹਾਂ ਤੋਂ ਫੜ ਕੇ ਉੱਪਰ ਉਠਾਇਆ। ਮਹਾਰਾਜ ਨੇ ਦੇਖੋ ਬਾਬਾ ਜੀ ਨੂੰ ਗਲ ਨਾਲ ਲਾ ਲਿਆ, ਬਈ ਤੂੰ ਤਾਂ ਸਾਡਾ ਲਾਡਲਾ ਪੁੱਤ ਆ, ਮਾਤਾ ਸਾਹਿਬ ਕੌਰ ਦਾ ਲਾਡਲਾ, ਸਾਡਾ ਲਾਡਲਾ ਤੂੰ। ਸੀਨੇ ਨਾਲ ਲਾ ਤੇ ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ, ਭਾਈ ਦੀਪ ਸਿੰਘ ਜੀ ਦੇਖੋ 10ਵੇਂ ਪਾਤਸ਼ਾਹ ਵੱਲ ਦੇਖੋ ਕੀ ਕਹਿੰਦੇ ਨੇ। ਹੋਰ ਕੁਛ ਨਹੀਂ ਕਿਹਾ। ਕੀ ਬਚਨ ਕੀਤਾ ਬਾਬਾ ਦੀਪ ਸਿੰਘ ਨੂੰ? ਜੇ ਘਰ ਜਾਣ ਲੱਗੇ, ਨਿਤਨੇਮ ਦਾ ਨਾਗਾ ਨਹੀਂ ਕਰਨਾ, ਇਹ ਧਿਆਨ ਰੱਖਣਾ ਚੰਗਾ। 5 ਬਾਣੀਆਂ ਆਪਣੇ ਟਾਈਮ ਸਿਰ ਪੜ੍ਹਨੀਆਂ, ਅੰਮ੍ਰਿਤ ਵੇਲਾ ਨਹੀਂ ਛੱਡਣਾ, ਰਹਿ ਰਾਤ ਸਮੇਂ ਸਿਰ ਪੜ੍ਹਿਓ, ਸੋਹਿਲਾ ਪੜ੍ਹ ਕੇ ਸੌਣਾ ਰਾਤ ਨੂੰ, ਦਿਨੇ ਗੁਰੂ ਗੁਰੂ ਜਪਣਾ, ਮੂਲ ਮੰਤਰ, ਸੁਖਮਨੀ ਸਾਹਿਬ, ਇਹ ਸਾਰਾ ਪਾਠ ਕਰਨਾ ਹੈ ਧਿਆਨ ਨਾਲ। 5 ਗ੍ਰੰਥੀ ਵੀ ਕਰਨੀ ਹੈ। ਆਪਣਾ ਜਿੰਨੀ ਬਾਣੀ ਰਹਿ 'ਚ ਪੱਕੇ ਰਹਿਣਾ, ਢਲਿਆਈ ਨਹੀਂ ਪਾਉਣੀ ਹੈ, ਸਿੱਖੀ ਸਿਰ ਤੇ ਭਰੋਸਾ ਰੱਖਣਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਆਪਣੇ ਮਾਪਿਆਂ ਨਾਲ ਆਪਣੇ ਪਿੰਡ ਵਾਪਸ ਜਾਣ ਦੀ ਆਗਿਆ ਦਿੱਤੀ। ਇਹ ਦੇਖ ਲਓ, ਇਹ ਕਿੰਨਾ ਜ਼ਰੂਰੀ ਕਿਹਾ ਕਿ ਨਿਤਨੇਮ ਜ਼ਰੂਰ ਕਰਨਾ। ਇਹ ਨਾ ਉਦੋਂ ਜਾ ਕੇ ਪਿੰਡ ਹੁਣ ਤੁਸੀਂ 5 ਬਾਣੀਆਂ ਛੱਡ ਦਿਓ, ਨਿਤਨੇਮ ਕਰਨਾ ਸਾਰਾ ਛੱਡ ਦਿਓ। ਆਪਾਂ ਨੂੰ ਵੀ ਇਹ ਪੱਕੀ ਹਦਾਇਤ ਹੈ ਸਾਰਿਆਂ ਨੂੰ। ਕਈ ਸਿੰਘ ਢਲਿਆਈਆਂ ਜਿਹੀਆਂ ਕਰਦੇ ਨਿਤਨੇਮ 'ਚ, ਕਈ ਗੱਲਾਂ ਤਾਂ ਬਹੁਤ ਮਾਰਦੇ ਆ। ਮੈਂ ਜਾਣ ਕੇ ਨਹੀਂ ਪੁੱਛਦਾ ਉਹਨਾਂ ਨੂੰ ਵੀ ਤੂੰ 5 ਬਾਣੀਆਂ ਪੜ੍ਹਦਾ ਕਿ ਨਹੀਂ, ਪਤਾ ਤਾਂ ਹੈਗਾ ਵੀ ਪੜ੍ਹਦਾ ਤਾਂ ਹੈ ਨਹੀਂ। ਸੋ ਇਸ ਕਰਕੇ ਇਹ ਸਿੰਘ ਸਾਰੇ ਧਿਆਨ ਦਿਓ, ਜਿੱਥੇ ਵੀ ਕੋਈ ਅੰਮ੍ਰਿਤਧਾਰੀ ਸੁਣਦੇ ਆ, 5 ਬਾਣੀਆਂ 'ਚ ਢਿਲਾਈ ਨਾ ਪਾਇਆ ਕਰੋ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਿਦਾ ਹੋ ਕੇ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਨਾਲ ਪਹੂ ਪਿੰਡ ਆ ਗਏ। ਇੱਥੇ ਆਪਣੇ ਪਰਿਵਾਰ ਵਿੱਚ ਰਹਿ ਕੇ ਰੋਜ਼ ਆਪਣੇ ਪਿਤਾ ਦੇ ਖੇਤਾਂ ਵਿੱਚ ਫਿਰ ਹਲ ਵਾਹੁਣ ਲੱਗ ਪਏ ਆ ਕੇ, ਕਿਉਂਕਿ ਹੁਣ ਘਰ ਦਾ ਕੰਮ ਵੀ ਤਾਂ ਨਾਲ ਨਾਲ ਕਰਨਾ ਸੀਗਾ। ਇਲਾਕੇ 'ਚ ਫਿਰ ਤੁਰ ਕੇ ਨੇਕਾਂ ਦਾ ਕੰਮ ਸਵਾਰਦੇ, ਵਾਹਿਗੁਰੂ ਦਾ ਸਿਮਰਨ ਕਰਦੇ ਅਤੇ ਹੋਰਨਾਂ ਨੂੰ ਭਲੇ ਪਾਸੇ ਲਾਉਂਦੇ। ਸਿੰਘ ਦਾ ਜੀਵਨ ਹੀ ਪ੍ਰਚਾਰ ਹੈ, ਸਿੰਘ ਦਾ ਬਾਣਾ ਪਾਇਆ ਹੋਇਆ ਹੀ ਪ੍ਰਚਾਰ ਹੈ। ਜਿਹੜੇ ਅੱਜ ਕੱਲ ਰਾਗੀ ਜਿੱਥੇ ਆਉਂਦੇ ਨੇ, ਮੈਂ ਸਾਰੀਆਂ ਕਮੇਟੀਆਂ ਨੂੰ ਵੀ ਬੇਨਤੀ ਕਰਦਾ ਹੁੰਦਾ, ਹੁਣ ਵੀ ਕਰਦਾ, ਸੰਗਤਾਂ ਨੂੰ ਵੀ ਕਰਦਾ, ਇਹ ਨਾ ਹੌਲੀ ਹੌਲੀ ਬੜੇ ਚਲਾਕੀਆਂ ਜੇ ਮਾਰ ਕੇ ਕਿਰਪਾਨ ਸਾਰਿਆਂ ਨੂੰ ਥੱਲੇ ਪਾਉਣ ਲੱਗ ਪਏ ਤੇ ਹੌਲੀ ਹੌਲੀ ਇਹ ਗਲ ਵਾਲਾ ਪਰਨਾ ਵੀ ਛੱਡਤਾ। ਇਹ ਕਢਾਈਆਂ ਜੇ ਕਰਾ ਕੇ ਨਾ ਕੁੜਤਿਆਂ ਤੇ, ਜਿੱਦਾਂ ਕਲਾਕਾਰ ਹੁੰਦੇ ਨੇ ਗਾਉਣ ਵਾਲੇ, ਐਦਾਂ ਦੇ ਬਣ ਗਏ ਰਾਗੀ ਹੁਣ। ਜੇ ਗਾਤਰਾ ਪਾ ਲਓਗੇ ਉੱਪਰ ਦੀ, ਸੰਗਤ ਤੇ ਪ੍ਰਭਾਵ ਪਊਗਾ ਚੰਗਾ, ਸੰਗਤ ਪਾਊਗੀ, ਨਿੱਕੇ ਨਿਆਣੇ ਦੇਖਣਗੇ,
ਪੋਸਟਰ ਹੈ ਸਿੰਘ ਤੁਰਿਆ ਫਿਰਦਾ ਹੀ ਪੋਸਟਰ ਹੁੰਦਾ। ਜੀਵਨ ਉਹਦਾ ਬਾਣਾ, ਉਹਦੀ ਸਾਰੀ ਹਰਕਤ ਨੂੰ ਦੇਖ ਕੇ ਹੋਰ ਸਾਰੇ ਵੀ ਉਸ ਪਾਸੇ ਲੱਗਦੇ ਨੇ। ਜੇ ਪ੍ਰਚਾਰਕ ਹੀ ਢਿੱਲੇ ਪੈ ਗਏ ਤਾਂ ਸਾਰੀ ਦੁਨੀਆ ਹੀ ਮਾਨੋ ਢਿੱਲੀ ਪਈ। ਪ੍ਰਚਾਰਕ ਦੀ ਤਾਂ ਇੱਕ ਗੱਲ ਨੂੰ ਲੋਕ ਇਉਂ ਭੱਜ ਕੇ ਫੜਦੇ ਨੇ ਜਿਵੇਂ ਚਿੱਟੇ ਚਾਦਰ ਦੇ ਉੱਤੇ ਕਾਲਾ ਦਾਗ ਫੱਟ ਦਿਖ ਜਾਂਦਾ। ਇਸ ਕਰਕੇ ਫਿਰ ਬਾਬਾ ਜੀ ਸਾਰਿਆਂ ਲੋਕਾਂ ਨੂੰ ਗੁਰਮਤਿ ਦੀ ਗੌਰਵਤਾ ਦੱਸਦੇ, ਪ੍ਰਚਾਰ ਕਰਦੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਰਹਿ ਕੇ ਜੋ ਕੁਝ ਦੇਖਿਆ ਸਿੱਖਿਆ ਤੇ ਉਹਨਾਂ ਨੂੰ ਵਰਣਨ ਕਰਦੇ। ਇਹਨੂੰ ਆਪਾਂ ਕਹਿੰਦੇ ਲਾਈਵ ਦੇਖਣਾ ਅਸੀਂ ਸਾਰਾ ਕੁਝ। ਕਹਿੰਦੇ ਜੀ ਸਿੱਧਾ ਪ੍ਰੋਗਰਾਮ ਆ ਰਿਹਾ। ਬਾਬਾ ਜੀ ਸਾਹਿਬ 10ਵੇਂ ਪਾਤਸ਼ਾਹ ਕੋਲ ਰਹਿ ਕੇ ਸਾਰਾ ਕੁਝ ਦੇਖ ਕੇ ਜਦੋਂ ਅੱਖੀਂ ਡਿੱਠਾ ਹਾਲ ਸ੍ਰੀ ਅਨੰਦਪੁਰ ਸਾਹਿਬ ਦਾ ਸੁਣਾਇਆ, ਉਹ ਬੜੇ ਲੋਕੀ ਤਿਆਰ ਹੋ ਗਏ, ਭਈ ਅਸੀਂ ਵੀ ਜਾਣਾ, ਅਸੀਂ ਵੀ ਦਰਸ਼ਨ ਕਰਨੇ, ਅਸੀਂ ਵੀ ਅੰਮ੍ਰਿਤ ਛਕਣਾ। ਸਾਰੀ ਸੰਗਤ ਦੇਖੋ ਹੌਲੀ ਹੌਲੀ ਇੱਕ ਬਾਬਾ ਜੀ ਦਾ ਆਪਣਾ ਭਜਨ ਬੰਦਗੀ ਦਾ ਪ੍ਰਤਾਪ, ਪਿਛਲੇ ਜਨਮਾਂ ਦੀ ਕਮਾਈ, ਜਿੱਧਰੋਂ ਲੰਘ ਜਾਣਾ ਲੋਕਾਂ ਨੇ ਖੜੇ ਦੇਖਦੇ ਹੀ ਰਹਿਣਾ। ਉਹ ਬਾਬਾ ਦੀਪ ਸਿੰਘ ਜੀ, ਉਹ ਬਾਬਾ ਮਾਂ ਮੈਂ ਵੀ ਅੰਮ੍ਰਿਤ ਛਕਣਾ। ਲੋਕਾਂ ਨਿਆਣਿਆਂ ਨੇ ਕਹਿਣਾ ਮਾਂ ਮੈਂ ਵੀ ਚੋਲਾ ਪਾਉਣਾ, ਮੈਂ ਵੀ ਗਾਤਰਾ ਪਾਉਣਾ, ਮੈਂ ਵੀ ਘੋੜੇ ਦੀ ਸਵਾਰੀ ਕਰਨੀ ਹੈ, ਮੈਂ ਵੀ ਬਰਛਾ ਚਲਾਉਣਾ। ਬਾਬਾ ਦਾ ਜੀਵਨ ਦੇਖ ਕੇ ਉਤਸ਼ਾਹਤ ਹੋ ਜਾਂਦੇ ਸੀ। ਬਾਬਾ ਜੀ ਸਾਰਿਆਂ ਨੂੰ ਸਤਿਗੁਰਾਂ ਦੇ ਚਰਨੀ ਲੱਗਣ ਲਈ ਪ੍ਰੇਰਦੇ। ਗੁਰੂ ਘਰ ਦੇ ਕਈ ਸ਼ਰਧਾਲੂ ਬਾਬਾ ਦੀਪ ਸਿੰਘ ਨੂੰ ਮਿਲਣ ਆਉਂਦੇ। ਉਹ ਗੁਰੂ ਮਹਾਰਾਜ ਦੀਆਂ ਸਾਖੀਆਂ ਤੇ ਸਿੱਖਿਆ ਸੁਣ ਕੇ ਪ੍ਰਸੰਨ ਹੋ ਕੇ ਮੁੜਦੇ, ਨਾਲੇ ਚਾਅ ਚੜ ਜਾਂਦਾ ਵੀ ਉੱਥੋਂ ਆਏ ਨੇ ਬਾਬਾ ਜੀ 10ਵੇਂ ਪਾਤਸ਼ਾਹ ਕੋਲੋਂ, ਇਲਾਕੇ ਦੇ ਲੋਕਾਂ ਨੇ ਦਰਸ਼ਨ ਕਰਨ ਆਉਣੇ ਵੀ ਉੱਥੋਂ ਆਏ ਨੇ। ਇਸ ਕਰਕੇ ਬੜਾ ਚਾਅ ਹੁੰਦਾ ਸੀ ਸਾਰਿਆਂ ਨੂੰ। ਇਉਂ ਬਾਬਾ ਜੀ ਨੇ ਆਪਣੀ ਜਵਾਨੀ ਦੀ ਉਮਰ ਵਿੱਚ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਭਾਈ ਸੁੱਚੀ ਕਿਰਤ ਕਰਨੀ, ਮਿੱਠੇ ਬੋਲ ਬੋਲਣੇ, ਸਿੱਖੀ ਸਿਦਕ ਤੇ ਲੋਕ ਸੇਵਾ ਉਹਨਾਂ ਦੇ ਗੁਣ ਸੀ। ਬੜਾ ਕਮਾਲ ਦਾ ਜੀਵਨ ਹੈ। ਜਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਸਾਰੇ ਸ਼ੁਭ ਗੁਣਾਂ ਦੇ ਖਜ਼ਾਨੇ। ਧੰਨ ਬਾਬਾ ਦੀਪ ਸਿੰਘ ਜੀ ਐਵੇਂ ਨਹੀਂ ਟਕਸਾਲ ਦੀ ਸੇਵਾ ਸੌਂਪੀ ਹੈ ਜੇ ਮਹਾਂਪੁਰਖਾਂ ਨੂੰ। ਇਸ ਕਰਕੇ ਧੰਨ ਬਾਬਾ ਭਾਈ ਮਨੀ ਸਿੰਘ ਜੀ ਐਵੇਂ ਨਹੀਂ ਸੇਵਾ ਸੌਂਪੀ। ਮਹਾਨ ਹਸਤੀਆਂ ਨੂੰ 48 ਸਿੰਘਾਂ ਦੇ ਵਿੱਚੋਂ ਕੱਢ ਲਿਆ ਵੱਖਰੇ, ਦੋਨਾਂ ਨੇ ਸੇਵਾ ਕਰਨੀ ਹੈ, ਸੰਥਿਆ ਕਰਾਉਣੀ ਹੈ, ਕਥਾ ਸਿਖਾਉਣੀ ਹੈ। ਤੁਸੀਂ ਅੱਗੇ ਸਾਰਿਆਂ ਸਿੰਘਾਂ ਨੂੰ ਪੰਥ ਦੇ ਵਿੱਚ ਭਾਈ ਸੇਵਾ ਕਰਨੀ ਹੈ। ਤੁਸੀਂ ਕਿੱਧਰ ਚੱਲੇ ਹੋ? ਥੋੜੇ ਸਮੇਂ ਵਿੱਚ ਹੀ ਬਾਬਾ ਦੀਪ ਸਿੰਘ ਜੀ ਇਲਾਕੇ 'ਚ ਬਹੁਤ ਹਰਮਨ ਪਿਆਰੇ ਹੋ ਗਏ। ਹੌਲੀ ਹੌਲੀ ਉਹਨਾਂ ਦੇ ਸੱਚੇ ਤੇ ਉੱਚੇ ਗੁਣਾਂ ਦੀ ਖੁਸ਼ਬੂ ਫੈਲ ਗਈ ਦੂਰ ਤੱਕ। ਕਿਸੇ ਦੇ ਘਰੇ ਖੁਸ਼ਬੂ ਹੋਵੇ ਨਾ, ਚੰਗੀ ਸੋਹਣੀ ਅਗਰਬੱਤੀ ਕਈ ਵਾਰ ਲਾਈ ਹੋਵੇ, ਸਾਰੇ ਇਲਾਕੇ 'ਚ ਪਤਾ ਲੱਗ ਜਾਂਦਾ ਕਿ ਇੱਥੇ ਅਗਰਬੱਤੀ ਲੱਗੀ। ਖੁਸ਼ਬੂ ਨੂੰ ਲੋਕ ਸੁਣ ਕੇ ਆਪੇ ਉੱਥੇ ਆ ਜਾਂਦੇ ਹੁੰਦੇ ਨੇ। ਇਹ ਆ ਗੁਰਮੁਖਾਂ ਦੀ ਖੁਸ਼ਬੂ ਹੁੰਦੀ ਹੈ। ਆਪੇ ਹੌਲੀ ਹੌਲੀ ਸਾਰੀ ਸੰਗਤ ਆ ਜਾਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ 1704 ਈਸਵੀ ਵਿੱਚ ਕਈ ਪਿੰਡਾਂ ਤੋਂ ਨਗਰਾਂ ਤੋਂ ਹੁੰਦੇ ਹੋਏ ਪਿੰਡ ਸਾਬੋ ਕੇ ਤਲਵੰਡੀ ਜ਼ਿਲ੍ਹਾ ਬਠਿੰਡਾ 'ਚ ਪਹੁੰਚ ਗਏ। ਜਦੋਂ ਇੱਥੇ ਗੁਰੂ ਸਾਹਿਬ ਨੇ ਥੋੜਾ ਸਮਾਂ ਆਰਾਮ ਕੀਤਾ, ਸੋ ਇਸ ਸਥਾਨ ਨੂੰ ਅੱਜ ਕੱਲ੍ਹ ਵੀ ਆਪਾਂ ਦਮਦਮਾ ਸਾਹਿਬ ਦੇ ਨਾਂ ਨਾਲ ਯਾਦ ਕਰਦੇ ਹਾਂ, ਸਾਬੋ ਕੀ ਤਲਵੰਡੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੀ ਦੇਰ ਤੋਂ ਬਾਅਦ ਇੱਥੇ ਕਮਰ ਕਸਾ ਖੋਲ੍ਹਿਆ ਤੇ ਦਮ ਲਿਆ, ਇਸ ਕਰਕੇ ਦਮਦਮਾ ਸਾਹਿਬ ਨਾਂ ਪਿਆ। ਇਸੇ ਲਈ ਦਮਦਮਾ ਸਾਹਿਬ ਪ੍ਰਸਿੱਧ ਹੋ ਗਿਆ ਨਾਮ। ਸੋ ਡੱਲੇ ਸਿੱਖਾਂ ਦਾ ਪ੍ਰੇਮ ਦੇਖ ਕੇ ਇੱਥੇ ਗੁਰੂ ਮਹਾਰਾਜ ਲਗਭਗ 9.5 ਮਹੀਨੇ ਰਹੇ। 9.5 ਮਹੀਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਪਾਠ ਲਿਖਵਾਉਣਾ, ਸ਼ਾਮ ਨੂੰ ਕਥਾ ਕਰਨੀ, 9 ਮਹੀਨੇ 9 ਦਿਨ 9 ਘੜੀਆਂ 9 ਪਲ ਇਹ ਸਮਾਂ ਲੱਗਿਆ ਸੀ। ਆਪ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਵਿੱਚ ਪ੍ਰਵੀਨ ਹੋਣ ਦੀ ਸਿੱਖਿਆ ਦਿੱਤੀ ਅਤੇ ਗੁਰਮਤਿ ਪ੍ਰਚਾਰ ਲਈ ਤਿਆਰ ਕੀਤਾ। ਸਿੰਘ ਸਜਾਇਆ, ਅੰਮ੍ਰਿਤ ਛਕਾਇਆ। ਸਭ ਤੋਂ ਪਹਿਲਾਂ ਆਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਸੰਪੂਰਨ ਕਰਵਾਉਣ ਵੱਲ ਧਿਆਨ ਦਿੱਤਾ। ਸਾਰੀ ਵਿਉਂਤ ਬਣ ਗਈ ਤਾਂ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਆਗਿਆ ਦਿੱਤੀ ਕਿ ਭਾਈ ਦੀਪ ਸਿੰਘ ਨੂੰ ਸੱਦ ਲਓ। ਉਸ ਵੇਲੇ ਇੱਕ ਸੇਵਕ ਨੂੰ ਬੁਲਾ ਕੇ ਸਾਰੀ ਗੱਲ ਸਮਝਾ ਕੇ ਪਹੂ ਪਿੰਡ ਭੇਜਿਆ। ਸੋ ਉਹਨਾਂ ਨੂੰ ਆਖਿਆ ਗਿਆ ਕਿ ਉਹ ਭਾਈ ਦੀਪ ਸਿੰਘ ਨੂੰ ਨਾਲ ਲੈ ਕੇ ਹੀ ਆਉਣ। ਸੇਵਕ ਹੁਕਮ ਸੁਣਦਿਆਂ ਹੀ ਮਹਾਰਾਜ ਨੂੰ ਅਦਬ ਨਾਲ ਮੱਥਾ ਟੇਕ ਕੇ ਤੁਰ ਪਿਆ। ਮਾਲਵੇ ਦਾ ਇਲਾਕਾ ਲੰਘ ਕੇ ਪੈਂਡਾ ਕਰਦੇ ਹੋਏ ਸੇਵਕ ਮਾਝੇ ਵਿੱਚ ਆ ਪਹੁੰਚਿਆ। ਪਹੂ ਪਿੰਡ ਵਿੱਚ ਪਹੁੰਚ ਕੇ ਉਹ ਭਾਈ ਦੀਪ ਸਿੰਘ ਨੂੰ ਮਿਲਿਆ। ਭਾਈ ਦੀਪ ਸਿੰਘ ਨੂੰ ਜਦ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਸੱਦਿਆ, ਉਹ ਤਾਂ ਭਈ ਇੰਨਾ ਚਾਅ ਚੜ ਗਿਆ, ਖੁਸ਼ ਹੋ ਗਏ ਵੀ ਹੁਣੇ ਚੱਲ ਪਈ ਆਪਾਂ।
महाराज सच्चे पातशाह सेवक नूं 1-2 दिन फिर अपने कोल ठहराया भी थके आए हो, फिर आपां चलदे हैं। बड़े प्रेम नाल सेवा कीती, नाले संगतां नूं मिलाया भी आह देखो भाई महाराज कोलों सिंह आया, ये मैनूं लैण लई आया। पिंड वाले ओहदी सेवा करन लग पे, और 10वें पातशाह कोलों सिंह आया है। सारे पिंड विच खबर फैल गई कि बाबा जी मुड़ के धन गुरु गोबिंद सिंह साहब महाराज कोल जा रहे ने। बाबा जी दी संगत करन वाले पिंड विचों होर इधरों इलाके चों इकट्ठे होके आ गए, श्रद्धालु बन गए। अच्छा महाराज कोल जा रहे हो तुसीं? उन्हां दे मन विच भी गुरु महाराज दे दर्शन करन ते अमृत छकण दी इच्छा पैदा हो गई। उन्हां विचों कई बाबा दीप सिंह दे नाल गुरु दे दर्शन लई तैयार हो गए। चलो सारा जथा बना के चलदे आ। फिर उन्हां सारिਆਂ ਨੂੰ ਨਾਲ ਲੈ ਕੇ ਤੁਰ ਪਏ। ਰਸਤੇ ਵਿੱਚ ਸ਼ਬਦ ਕੀਰਤਨ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਗਏ। ਰਸਤੇ ਵਿੱਚੋਂ ਵੀ ਕੁਝ ਸੰਗਤਾਂ ਨਾਲ ਲੈ ਕੇ ਬਾਬਾ ਦੀਪ ਸਿੰਘ ਜੀ महाराज सच्चे पातशाह की हजूरी च जाके हाजिर हो गए। एक अद्धा दिन आराम किया तो महाराज ने बाबा जी नूं प्यार नाल अपने कोल बिठाया। आ जाओ भाई दीप सिंह, आ जाओ भाई। फिर भाई मनी सिंह नूं बुला लिया तो कहा, भाई दीप सिंह जी तुसां भाई मनी सिंह नाल मिल के गुरबाणी दे स्वरूप तैयार करने ने। उस वक्त महाराज सच्चे पातशाह ने धीरमल कोल भी सिंह भेजे, पर उन्हें स्वरूप देण तो ना कर दित्ती। फिर उन्होंने जो आके कहा, वो कहने जे गुरु अपने आप नूं कहाउंदे ने अंतरजामता नाल आपे ही लिख लैण। महाराज कहने ठीक है बई। स्वरूप एक भाई की डरौली भी उस वक्त सी, पर महाराज ने कहा हुण सिखां दे मन च किते शंका ही ना हो जाए भी हुण सारा स्वरूप अंतरजामता नाल ही लिखावा। जिन्ने भी हुण स्वरूप ने गुरु ग्रंथ साहिब दे, उन्हां स्वरूपां दे अगले पासे देखो लिखिआ बीड़ दमदमी। ये दमदमी बीड़ है। दमदमा साहब तो रची दमदमी बीड़, दमदमी टकसाल। ये वो कई कहते दमदमी टकसाल होई नहीं, ये साखियां नहीं होईयां। सो ये तो महाराज सच्चे पातशाह जानते, एडा वड्डा इतिहास है, इन्ना सब कुछ हो गया, सारा कुछ 84 च देखिया, हाले कहते होई नहीं टकसाल। ठीक है, हौली हौली तुसीं यही कहोगे भी साडा तां कोई प्यो ही नहीं हैगा। बाबा ना बाबा दीप सिंह होया, ना 10वें पातशाह होया, खबरे तुसीं की मिथ के बैठे हो सारे जाने। चलो रहो विचार, तुहाडीआं गल्लां तां असीं मनाउंदे ही नहीं, भी बुरा भी मनाउंदे, असीं ये भी नहीं कहंदे भी महाराज सच्चे पातशाह गुरु गोबिंद सिंह अगे अरदास करांगे। असीं बाबा दीप सिंह दे स्थान ते जाके अरदास करांगे कि बाबा जी जे दमदमी टकसाल है ना, तुसीं उहदे मुखी हो। तां इह जिहड़े बंदे कहंदे ना टकसाल होई ही नहीं, तो बाबा जी तुसीं फिर हुण उन्हां नूं माड़ा जिहा समझा दिओ तरीके नाल। असीं तां नहीं हुण कुछ कह दे उन्हां नूं। इस करके बाबा दीप सिंह जी नूं इह हुक्म होया। भाई दीप सिंह ने हुक्म सुणदे ही सिर झुकाया। ये 1705 ईस्वी की गल है। महाराज सच्चे पातशाह ने एक तंबू लगवाया जिस विच आप विराजमान हो गए। भाई मनी सिंह नूं कोल बिठा के बाणी लिखवाउण लगे। बाबा दीप सिंह की ड्यूटी सी सारी लिखण समग्री तुसीं तैयार करनी है ते होर हर प्रकार की सहायता नाल करनी है। इत्थे सवेर ते शाम दोनों वेले दीवान सजदे। सवेरे महाराज बाणी लिखवाउंदे, शाम नूं कथा करदे। महाराज सच्चे पातशाह जी संगतां नूं उपदेश दिंदे, कथा कीर्तन हुंदा। महाराज जी सिखां नूं रहत विच पक्किआं रहण लई प्रेरदे। वो संगतां नूं हर वेले तैयार बर तैयार रहण दा हुकम करदे। महाराज जी सिखां नूं संबोधन करके कहंदे साडे सिखां नूं हर मुश्किल दा सामना करन लई तैयार रहना चाहीदा। सवेर दे दीवान उपरंत महाराज सारा दिन स्वरूप की तैयारी भी दे काम विच रहिंदे। भाई मनी सिंह ते भाई दीप सिंह इस पवित्र कारज विच उन्हां दी नाल नाल सेवा करदे। लगभग 9 महीने 9 दिन 9 घड़ियां 9 पलां विच स्वरूप तैयार होया। शाम नूं कथा हुंदी रहिंदी। सो श्री दमदमा साहिब विच गुरु गोबिंद सिंह साहब महाराज ने गुरु ग्रंथ साहिब दा संपूर्ण पाठ लिखवाया सी। इस लई इह स्वरूप दा नाम ही दमदमा साहिब वाला बीड़ लिखिया हुंदा। दमदमा बीड़ दमदमी ते नाल नाल प्रसिद्ध है। 3 साल दमदमा साहिब दे विच सेवा। गुरु ग्रंथ साहिब दे स्वरूप तैयार होण उपरंत थोड़े समय तक गुरु गोबिंद सिंह महाराज दमदमा साहिब ठहरे। फिर आपने दखण की तैयारी की। बाबा दीप सिंह जी निष्काम सेवा ते काबलियत देख के महाराज खुश हो गए।
इस लिए महाराज ने इस स्थान की सेवा संभाल का काम जिहड़ा बाबा जी के सपुरद कर दिता। महाराज ने आग्या की भाई दीप सिंह, भाई तुसीं इत्थे रह के गुरमत का प्रचार करो, इस स्थान की उसारी करवाओ, भाई गुरबाणी लिखो ते लिखवाओ, सिखां नूं गुरमुखी पढ़वाओ अते पाठ का अभ्यास कराओ। भाई दीप सिंह ने गुरु महाराज के हुक्म अगे सिर झुकाया। ये बाबा दीप सिंह की ड्यूटी लगी। भाई मनी सिंह साहब की सेवा लगी। माता साहब कौर के जीवन च आपां सुनिया कि माता सुंदर कौर हुणां ने भी 40 साल 10वें पातशाह बाद सेवा की है। भाई मनी सिंह की सेवा हरमंदर साहब लाई माता साहब कौर जी हुणां ने, मातावां ने मिल के। इस करके वो गल्लां नूं भुलाउणा नहीं चाहिए। धन गुरु गोबिंद सिंह साहब महाराज जी कुछ संगत नूं नाल लैके दक्षिण वल तुरन लगे। बाबा जी बराग च आ गए, उन्हां दी अखां च अथरू आ गए। महाराज ढारस दित्ती, गल नाल लाया ते चढ़दी कला च रहण दा हुक्म कीता। तो उत्थों इस प्रकार क्यों बाबा दीप सिंह जी गुरु महाराज दे नाल लगभग 10 महीने रहे। महाराज जाण तो मगरों बाबा जी ने बाबा दीप सिंह 2 साल तो वध उत्थे रहे। इस तरह उन्होंने लगभग 3 साल दमदमा साहब, पहले 9 महीने 9.5 महीने वो हो गए, बाकी 2 साल तो उत्ते समा कुल 3 साल दमदमा साहब की सेवा की। बाबा जी का बुरज भी उत्थे, घड़ा भी पिया जिथे जल छकदे, सारिया निशानियां भी ने। इस करके आम संगतां नूं भरम भुलेखिਆਂ च नहीं पैना चाहिए। ਜਿਹੜੇ लोग गुमराह हो जाते हैं, वो गलत प्रचार करते हैं, उन्हां वल ध्यान ही ना दो, सुनो ही ना उन्हां नूं। भाई दीप सिंह गुरु महाराज की आग्या अनुसार दमदमा साहब के गुरुद्वारा साहब के स्थान ते सेवा करन लग पे। आप हर रोज सवेरे अमृत वेले उठ जाना। बाबा जी ने, बाबा जी की मौज सी, 11 तो 1 बजे तक ही लगभग आराम करते सी बाबा जी। फिर उठ के भजन हुंदा, इशनान पानी तो बाद बाणी दे पाठ कीर्तन हुंदा, फिर बाबा जी कथा करते हुंदे सी। इत्थों फिर कथा शुरू हुई। 10वें पातशाह ने कहा सी, आ जिहड़ी हुण कथा तुहानूं सुणाई है, ये हुण कथा तुसीं करनी है ते अगे गुरसिखां नूं सुणाउणी है। इत्थे संथਿਆ ये गुरु की काशी दमदमा साहब अज तो थाप दित्ती। साडे सिखां नूं हुण काशी जाण दी लोड़ नहीं। ਉਹ ਜਿਹੜੀਆਂ ਕਲਮਾਂ ਸੀ, ਸ਼ਾਹੀ ਸੀ, ਦਵਾਤਾਂ ਸੀ, ਉਹ ਜਿੱਥੇ ਸਰੋਵਰ ਲਿਖਣਸਰ ਹੈ ਉਹਦੇ ਵਿੱਚ ਸੁੱਟ ਦਿੱਤੀਆਂ। ਬਚਨ ਕੀਤਾ ਜਿਹੜਾ ਸਿੱਖ ਇਸ਼ਨਾਨ ਕਰਕੇ ਇੱਥੇ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਾਹਮਣੇ ਊੜਾ ਐੜਾ ਈੜੀ ਸੱਸਾ ਹਾਹਾ ਸਾਰੀ ਮੁਹਾਰਨੀ ਲਿਖ ਦੇਵੇਗਾ, ਉਹ ਬੈਲ ਬੁੱਧੀ ਵਾਲਾ ਵੀ ਪੰਡਾ ਬੁੱਧੀ ਬਣ ਜਾਵੇਗਾ। ਕਈ ਕਹਿੰਦੇ ਨੇ ਅਸੀਂ ਜਾਣਦੇ ਹਾਂ, ਆਹ ਮਰਿਆਦਾ ਰੱਖਿਆ ਕਰੋ, ਪਹਿਲਾਂ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ ਕੇਸੀ, फिर ऊड़ा एड़ा लिखना है, पहला देग भी कराओ, अरदास भी करो। महाराज 10वें पातशाह जी आपके बचनानुसार अरदास इत्थे ऊड़ा एड़ा लिखण लग्या जी। बैल बुद्धि है महाराज, असीं किरपा करो सानू समत बख्शो, सानू बुद्धि बख्शो। तो दिन विच पिंड दे बच्चों नूं बाबा जी पढ़ाउंदे रहे। इलाके विचों बहुत सारे लोगों ने बाबा जी कोल अपने बच्चे छड्डणे। उदों ये डिग्रियां डुगरियां तां तुहाडे वालियां हुंदियां ही नहीं सीगियां। उदों तो पिंडां विच यही हुंदा सी, साडा बच्चा सिख बन जाए, सिंह साजे, संथਿਆ करे। बाबा जी ने बड़े पाठी तैयार किए, बहुत कथा सिखाई, बड़ी बाणी लिखण लाए, सारे शुद्ध संथਿਆ कराउणी। कई वड्डी उम्र के श्रद्धालु भी गुरबाणी पढ़न लई बाबा जी कोल आ जांदे। हौली हौली सहजे सहजे इलाके विच आप दी धुम पै गई। कई बार दूरों नेड़ियों बहुत गिणती संगतां आ जांदियां सी, क्योंकि स्थान सी महाराज दा। दिन तिहारां ते इन्हां दी गिणती हज़ारां तक पहुंच जांदी। बाबा दीप सिंह दी गुरबाणी दी व्याख्या सुन के लोग जिहड़े सी प्रभावित हुंदे। क्यों? ये गुरबाणी दी व्याख्या कलगीधर महाराज ने बख्शिश कीती हुई है टकसाल ते। टकसाल तो बाहर जिहड़े कथा करदे ने, इन्हां दी कथा 'च रस नहीं पैंदा। क्यों? ये समझदे खानी असीं साडी कथा 'च रस नहीं पैंदा हुंदा। ये तो जिहड़ा बाबा दीप सिंह की किरपा हुंदी, कलगीधर महाराज की किरपा हुंदी है, महाराज आप ही किरपा करते हैं। ये कुछ ऐसियां चीज़ां हुंदियां ने जदों बख्शिश करके आप सारा कुछ करवाउंदे ने। दोपहर ते शामी महाराज का लंगर वरतदा। बाबा जी आए गए की बहुत सेवा करते, लोड़वंदां नूं प्रसाद छकाउंदे, होरां नूं प्रसाद छका के फिर पिछों बचिया आप सिकंदा की मर्यादा भी करते।
ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਗੁਰ ਇਤਿਹਾਸ ਸੁਣਾਉਂਦੇ, ਫਿਰ ਸੋਦਰ ਰਹਿ ਰਾਸ ਦਾ ਪਾਠ ਹੁੰਦਾ। ਰਾਤ ਨੂੰ ਢਾਡੀ ਵਾਰਾਂ ਵੀ ਹੁੰਦੀਆਂ ਸੀ। ਇਉਂ ਸੰਗਤਾਂ ਵਿੱਚ ਵੀਰ ਰਸ ਤੇ ਉਤਸ਼ਾਹ ਵੀ ਭਰਿਆ ਜਾਂਦਾ। ਜਦੋਂ ਥੋੜਾ ਸਮਾਂ ਮਿਲਦਾ ਤਾਂ ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਸ਼ਬਦ ਲਿਖ ਕੇ ਪੋਥੀਆਂ ਤਿਆਰ ਕਰਦੇ ਰਹਿੰਦੇ। ਉਹ ਇਹ ਪੋਥੀਆਂ ਵੱਖ-ਵੱਖ ਥਾਵਾਂ ਤੇ ਭੇਜ ਦਿੰਦੇ ਤਾਂ ਜੋ ਵੱਧ ਤੋਂ ਵੱਧ ਲੋਕੀ ਪੜ੍ਹ ਕੇ ਲਾਭ ਉਠਾ ਸਕਣ। 1706 ਈਸਵੀ ਦੀ ਵਿਸਾਖੀ ਦੇ ਮੌਕੇ ਤੇ ਭਾਰੀ ਗਿਣਤੀ ਸੰਗਤਾਂ ਜੁੜੀਆਂ ਹੋਈਆਂ ਸੀ। ਗੁਰਦੁਆਰਾ ਸਾਹਿਬ ਵਿੱਚ ਪਾਣੀ ਲਿਆਉਣ ਲਈ ਸੰਗਤਾਂ ਸੇਵਾ ਕਰ ਰਹੀਆਂ ਸਨ। ਜਦੋਂ ਬਾਬਾ ਜੀ ਨੇ ਸੋਚਿਆ ਕਿ ਸੰਗਤ ਨੂੰ ਦੂਰੋਂ ਪਾਣੀ ਲਿਆਉਣ ਲੱਗਿਆਂ ਬਹੁਤ ਖੇਚਲ ਹੁੰਦੀ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਖੂਹ ਲੱਗ ਜਾਣਾ ਚਾਹੀਦਾ। ਉਸੇ ਦਿਨ ਉੱਥੇ ਇੱਕ ਵੱਡਾ ਖੂਹ ਲਵਾਉਣ ਦੀ ਤਿਆਰੀ ਲਈ ਟੱਕ ਲੱਗ ਗਿਆ। ਛੇਤੀ ਖੂਹ ਤਿਆਰ ਹੋ ਗਿਆ। ਇਸ ਕੰਮ ਲਈ ਸਿੱਖਾਂ ਨੇ ਬਹੁਤ ਭਾਰੀ ਹੱਥੀਂ ਸੇਵਾ ਕੀਤੀ। ਮਾਇਆ ਪੱਖੋਂ ਦਸਵੰਧ ਲਿਆ ਕੇ ਸੇਵਾ ਕੀਤੀ। ਥੋੜੇ ਚਿਰ ਮਗਰੋਂ ਗੁਰਦੁਆਰੇ ਸਾਹਿਬ ਨੂੰ ਵੱਡਾ ਤੇ ਪੱਕਾ ਕਰਨ ਦੀ ਵਿਚਾਰ ਹੋਈ। ਗੁਰਦੁਆਰਾ ਸਾਹਿਬ ਦੇ ਕੋਲ ਖੁੱਲੀ ਜ਼ਮੀਨ ਵਿੱਚ ਆਵੇ ਲਗਵਾਏ ਗਏ। ਇੱਟਾਂ ਪਕਵਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਸੇਵਾ ਕਰਵਾਈ। ਹੁਣ ਨਿੱਤ ਦੇ ਕੰਮ ਦੇ ਨਾਲ ਸੰਗਤਾਂ ਇਮਾਰਤ ਦੀ ਉਸਾਰੀ ਵਿੱਚ ਹੱਥ ਵਟਾਉਣ ਲੱਗੀਆਂ। ਇਸ ਕੰਮ ਵਿੱਚ ਭਾਈ ਬੁੱਢਾ ਸਿੰਘ ਨੇ ਭਾਈ ਦੀਪ ਸਿੰਘ ਦਾ ਹੱਥ ਵਟਾਏ। ਉਸ ਟਾਈਮ ਦੇ ਜਥੇਦਾਰ ਹੋਏ ਨੇ ਭਾਈ ਬੁੱਢਾ ਸਿੰਘ ਜੀ। ਇਹ ਵੀ ਦਸ਼ਮੇਸ਼ ਪਿਤਾ ਦੀ ਹਜ਼ੂਰੀ ਦੇ ਸਿੱਖਾਂ ਵਿੱਚੋਂ ਇੱਕ ਹੋਏ ਨੇ ਭਾਈ ਬੁੱਢਾ ਜੀ। ਸੋ ਬਾਬਾ ਜੀ ਨੇ ਦਮਦਮਾ ਸਾਹਿਬ ਦੇ ਗੁਰਦੁਆਰੇ ਵਿੱਚ ਅਤੇ ਇਹਦੇ ਇਰਦ ਗਿਰਦ ਚਾਰੇ ਪਾਸੇ ਬੜੇ ਦਰਖਤ ਲਗਵਾਏ ਸੀ। ਇਹ ਦੇਖੋ ਸਿਆਣਪ ਦੀ ਵੀ ਬਾਗ ਲੱਗਣ, ਚੰਗੇ ਦਰਖਤ ਲੱਗਣ। ਜਿਵੇਂ ਖਡੂਰ ਸਾਹਿਬ ਹੁਣ ਬਾਬਾ ਜੀ ਲਗਵਾ ਰਹੇ, ਬਾਬਾ ਸੇਵਾ ਸਿੰਘ ਜੀ ਸੇਵਾ ਕਰਵਾ ਰਹੇ ਨੇ। ਤੇ ਉਧਰੋਂ ਸੰਤ ਸੀਚੇਵਾਲ ਜੀ ਨੇ ਆਪਣਾ ਸੁਲਤਾਨਪੁਰ ਸਾਹਿਬ ਦਾ ਇਲਾਕਾ ਬਹੁਤ ਸੋਹਣਾ ਬਣਾਤਾ। ਭਾਈ ਜੇ ਸਾਰੇ ਹੀ ਐਂ ਲੱਗ ਜਾਣ ਕਰਨ ਤਾਂ ਪੰਜਾਬ ਦੇ ਵਿੱਚ ਕਿੰਨੇ ਬਾਗ ਹੋਣ, ਫੁੱਲ ਹੋਣ, ਸੋਹਣੇ ਪੰਜਾਬ ਨੂੰ ਫਿਰ ਸੁੰਦਰ ਬਣਾ ਸਕਦੇ ਹਾਂ ਆਪਾਂ ਨੇ। ਆਪਦੇ ਲਾਏ ਹੋਏ ਬੇਰਾਂ ਦੇ ਕੋਈ ਦਰਖਤ ਅਜੇ ਵੀ ਮੌਜੂਦ ਨੇ ਉੱਥੇ। ਇਹਨਾਂ ਨਾਲ ਬਹੁਤ ਮਿੱਠੇ ਬੇਰ ਲੱਗਦੇ। ਤਾਈਓ ਬਾਬੇ ਦੇ ਜੀਵਨ ਚ ਆਉਂਦਾ ਕਿ ਬਾਬਾ ਜੀ ਬੇਰ ਛਕਦੇ ਹੁੰਦੇ ਸੀ ਤੇ ਬਸ ਜਲ ਛਕ ਲੈਣਾ, ਬੇਰ ਛਕ ਲੈਣੇ, ਬਸ ਫਿਰ ਬਹਿ ਜਾਣਾ ਭਗਤੀ। ਜਾਂ ਬਾਬਾ ਜੀ ਛੋਲੇ ਬਣਾ ਕੇ ਰੱਖਿਆ ਕਰਦੇ ਸੀ, ਗੁੜ ਛੋਲੇ ਛਕ ਲੈਣੇ ਤੇ ਫਿਰ ਭਗਤੀ ਚ ਬੈਠ ਜਾਣਾ। ਇਉਂ ਬਾਬਾ ਦੀਪ ਸਿੰਘ ਨੇ ਲਗਭਗ 3 ਸਾਲ ਦਮਦਮਾ ਸਾਹਿਬ ਰਹਿ ਕੇ ਸੇਵਾ ਕੀਤੀ, ਸਿੱਖੀ ਦਾ ਪ੍ਰਚਾਰ ਕੀਤਾ। ਆਪਦੇ ਇਸ ਪ੍ਰਚਾਰ, ਵਿਦਵਤਾ, ਸੇਵਾ ਤੇ ਸੁਗੜਤਾ ਕਾਰਨ ਬਾਬਾ ਜੀ ਨੂੰ ਨੌਜਵਾਨੀ ਦੀ ਅਵਸਥਾ ਵਿੱਚ ਹੀ ਲੋਕੀ ਬਾਬਾ ਜੀ ਕਹਿਣ ਲੱਗ ਪਏ, ਕਿਉਂਕਿ ਕਰਮ ਤੋਂ ਬਾਬਾ ਹੋ ਜਾਂਦਾ ਹੈ। ਐ ਤਾਂ ਕਈ ਬਹੁਤ ਆਮ ਜਿਹੜੇ ਹੁੰਦੇ ਨੇ ਕਈ ਸਾਲਾਂ ਦੇ, ਉਹਨਾਂ ਲੋਕ ਕਹਿੰਦੇ ਬੁੜਾ ਆ ਗਿਆ, ਪਰ ਸਤਿਕਾਰ ਨਾਲ ਛੋਟੇ ਜਿਹੇ ਬੱਚੇ ਨੂੰ ਮਾਝੇ ਦੇ ਵਿੱਚ ਇਹ ਰਿਵਾਜ ਹੈ। ਕਈ ਲੋਕਾਂ ਨੇ ਨਾ ਕਈ ਥਾਈਂ ਵਿਚਰਿਆ ਨਹੀਂ ਹੁੰਦਾ, ਅਸੀਂ ਸਾਰੇ ਥਾਈਂ ਵਿਚਰੇ ਹੋਏ ਆ। ਮਾਝੇ ਦਾ ਰਿਵਾਜ ਹੈ, ਭਾਵੇਂ 3 ਸਾਲ ਦੇ ਨਿਆਣੇ ਨੂੰ ਚੋਲਾ ਪਾਇਆ ਹੋਵੇ, ਲੋਕ ਉੱਥੇ ਕਹਿਣਗੇ ਬਾਬਾ ਆ ਗਿਆ, ਬਾਬਾ ਚਲਿਆ ਗਿਆ, ਉਹ ਬਾਬਾ ਹੀ ਕਹਿੰਦੇ ਨੇ ਉੱਥੇ। ਕਈ ਲੋਕਾਂ ਨੂੰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਹੈ ਵੀ ਕਿਹੜੇ ਇਲਾਕੇ 'ਚ ਕਿਹੜੀ ਬੋਲੀ ਹੈ। ਮਾਲਵੇ 'ਚ ਬਾਬਾ ਅੱਖਰ ਦਾਦੇ ਲਈ ਵਰਤਿਆ ਜਾਂਦਾ ਹੈ, ਉਹ ਕਿਉਂਕਿ ਜੇ ਕੋਈ ਦਾਦਾ ਉਹਨੂੰ ਉੱਥੇ ਬਾਬਾ ਜੀ ਕਹਿੰਦੇ ਨੇ, ਤੇ ਮਾਝੇ 'ਚ ਬਾਪੂ ਜੀ ਕਹਿੰਦੇ ਨੇ ਬਜ਼ੁਰਗ ਨੂੰ। ਆ ਨਕੋਦਰ ਦੇ ਇਲਾਕੇ 'ਚ ਬਾਪੂ ਸਹੁਰੇ ਨੂੰ ਕਹਿੰਦੇ ਨੇ। ਇਸ ਕਰਕੇ ਸਾਰਿਆਂ ਇਲਾਕਿਆਂ ਦੀ ਬੋਲੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। 1707 ਈਸਵੀ ਵਿੱਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਚੜ੍ਹਾਈ ਕਰ ਗਿਆ ਤਾਂ ਉਹਦਾ ਵੱਡਾ ਲੜਕਾ ਮੁਅੱਜ਼ਮ ਤਖਤ ਉੱਪਰ ਬੈਠਾ। ਇਹ ਬਹਾਦਰ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹਨੂੰ ਤਖਤ ਉੱਤੇ ਬੈਠਿਆਂ ਜੇ ਥੋੜਾ ਸਮਾਂ ਹੀ ਹੋਇਆ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਜਾਬ ਛੱਡ ਕੇ ਦੱਖਣ ਵੱਲ ਚਲੇ ਗਏ। ਦੱਖਣ ਵੱਲ ਜਾਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਮੇਲ ਜਿਹੜਾ ਸੀ ਬੰਦਾ ਬਰਾਗੀ ਜਿਹੜਾ ਸੀ ਉਹਦੇ ਨਾਲ ਹੋਇਆ। ਗੁਰੂ ਸਾਹਿਬ ਨੇ ਉਹਨੂੰ ਅੰਮ੍ਰਿਤ ਛਕਾ ਕੇ ਉਹਨਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਜੀ ਰੱਖਿਆ, ਪਰ ਪੰਥ ਬੰਦਾ ਸਿੰਘ ਬਹਾਦਰ ਨਾਮ ਨਾਲ ਯਾਦ ਕਰਦਾ ਹੈ। ਇਹ ਆਪਣੇ ਆਪ ਨੂੰ ਗੁਰੂ ਮਹਾਰਾਜ ਦਾ ਬੰਦਾ ਭਾਵ ਸੇਵਕ ਹੁੰਦਾ। ਸੇਵਕ ਬੰਦੇ ਨੂੰ ਕਹਿੰਦੇ ਬੰਦਾ, ਸੋ ਮਹਾਰਾਜ ਮੈਂ ਸੇਵਕ ਹਾਂ ਜੀ। ਇਸ ਲਈ ਇਹਨਾਂ ਦਾ ਨਾਮ ਬੰਦਾ ਪ੍ਰਸਿੱਧ ਹੋ ਗਿਆ। ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੇ ਉਹ ਜ਼ੁਲਮ ਸੁਣਾਏ, ਜ਼ਾਲਮਾਂ ਦਾ ਨਾਸ਼ ਕਰਨ ਲਈ ਗੁਰੂ ਸਾਹਿਬ ਨੇ ਹੁਕਮ ਅਨੁਸਾਰ ਬੰਦਾ ਸਿੰਘ ਬਹਾਦਰ ਨੂੰ 1708 ਈਸਵੀ ਵਿੱਚ ਪੰਜਾਬ ਭੇਜਿਆ। ਉਹਨਾਂ ਦੀ ਅਗਵਾਈ ਵਿੱਚ ਸਿੱਖ ਫੌਜਾਂ ਜਥੇਬੰਦ ਹੋਣ ਲੱਗੀਆਂ। ਸੋ ਉਹਨਾਂ ਨੇ ਜ਼ਾਲਮ ਹਾਕਮਾਂ ਨਾਲ ਲੜਾਈ ਕੀਤੀ। ਸਿੱਖਾਂ ਅੰਦਰ ਇੱਕ ਨਵਾਂ ਜੋਸ਼ ਉੱਭਰਿਆ ਆਇਆ। ਬੰਦਾ ਬਹਾਦਰ ਨੂੰ ਪੰਜਾਬ ਭੇਜਣ ਮਗਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਗਏ ਸਨ। ਹੁਣ ਬੰਦਾ ਬਹਾਦਰ ਸਿੱਖਾਂ ਦਾ ਉਸ ਵਕਤ ਮਹਾਰਾਜ ਨੇ ਆਗੂ ਥਾਪਿਆ। ਇਹਦੇ ਵਿੱਚ ਨਾਲ ਇੱਕ ਚੀਜ਼ ਯਾਦ ਕਰਾ ਦਈਏ ਕਿ ਜਦੋਂ ਬਾਬਾ ਦੀਪ ਸਿੰਘ ਨੂੰ ਬਹੁਤ ਬਰਾਗ ਹੋਇਆ ਤਾਂ ਬਾਬਾ ਜੀ 10ਵੇਂ ਪਾਤਸ਼ਾਹ ਤੋਂ ਪਹਿਲਾਂ ਆਗਿਆ ਲਏ ਸੀ ਮਿਲਣ ਵੀ ਆਉਣਾ। ਬਾਬਾ ਜੀ ਉਦੋਂ ਗਏ ਵੀ ਸੀ, ਹਜੂਰ ਸਾਹਿਬ ਵੀ ਗਏ, ਕਿਉਂਕਿ ਜਦੋਂ ਇਹ ਵੀ ਇਤਿਹਾਸ 'ਚ ਆਉਂਦਾ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੌਂਪੀ ਆ,
उदों बाबा जी ताबिया पंज ਸਿੰਘਾਂ ਵਿੱਚ खड़े सी। बाद च बाबा जी फिर आए सी वापस, क्योंकि उत्थों ही फिर आके बाद च बंदे बहादुर नाल मिले सी। बाबा दीप सिंह ने सुनिया कि बाबा बंदा बहादुर धन गुरु गोबिंद सिंह साहब महाराज के आदेश मुताबिक पंजाब आए हुए ने ते उहदी कमान हेठ सिख चढ़दी कला विच विचर रहे ने। बाबा दीप सिंह ने मन विच आया कि वह अपने साथियों समेत बाबा बंदा बहादुर नाल शामिल होण अते सिੱਖੀ शान नूं ਵਧਾਉਣ ਲਈ मैदान विच नितरन। सो बाबा जी ने अपने इलाके के सिखां नूं सुनेहे भेजे। थोड़े दिनां च हज़ारां सिख दमदमा साहब इकट्ठे हो गए। कई सूरमे घोड़े लैके आए भेटा करन लई। संगतां कोई ना कोई शस्त्र लैके पहुंचियां। थोड़े जे समय च शस्त्रां दा ढेर लग गया। बाबा दीप सिंह जी ने अपने सद्दे ते आए सिखां नूं वंगार के आखे, जो सिख सूरमे बंदा सिंह बहादुर दीआं फौजां नाल मिल के सिखां वास्ते लड़ना चाहुंदे हन, ਉਹ मैदान विच नितरन। सैकड़े ही सिख उस वेले तैयार हो गए। उन्हां विचों कुछ घोड़सवार बाबा जी ने कई गड्डियां दा प्रबंध कीता ते अपने साथियां समेत तुरन लई तैयारियां कर लईआं। दमदमा साहिब दे गुरुद्वारे सेवा भाई नत्था सिंह नूं सौंप के बाबा दीप सिंह देश दे उधार ते जालमां दे खात्मे लई मैदान जंग च कुੱਦ पए। गुरुद्वारे विच भाई नत्था सिंह दे नाल 100 सेवक पिछे रहा। बाबा जी ने उन्हां नूं गुरबाणी दे प्रचार ते आए गए दी सेवा दी हदायत कीती। इउं बाबा जी सैकड़े साथियों समेत दमदमा साहिब तो तुर पए। रस्ते विच ज्यों-ज्यों वो अगे वधदे गए, अनेकां होर सिख भी उन्हां नाल शामिल हुंदे गए। बाबा बंदा सिंह नाल शामिल होण तक बाबा दीप सिंह दे नाल हज़ारां सिख सन। उन्हां विचों 300-400 घोड़सवार भी सन। बाबा दीप सिंह वर्गी उच्ची शख्सियत दा बाबा बंदा बहादुर सिंह दे नाल जाके मिलना बड़ा ही लाभदायक साबित होया। ज्यों-ज्यों दूर-दूर दे सिखां ने सुनिया कि बाबा दीप सिंह ने बंदा बहादुर दी सहायता करनी शुरू कर दित्ती, तां अनेकां सिख वीरां घत के बंदा सिंह बहादुर दी फौज शामिल होण लग पए। सन 1708 ਤੋਂ 1715 तक 7 साल बाबा दीप सिंह ने बंदा बहादुर दी हर युद्ध ते हर मुहिम विच सहायता कीती। ये ध्यान रखो कि बाबा जी की सेवा कितनी है। 1708 तो 1715 तक बंदा बहादुर ने बाबा दीप सिंह ते होर सिख सूरमिਆਂ ਦੀ मदद नाल समाणा, सढौरा, सहारनपुर ते सरहंद आदि होर सारे इलाके जित लए। सो बाबा जी ਨੂੰ आनंदपुर साहिब च शहीदी खिताब। बादशाह बहादुर शाह की मौत होने उपरंत ही बंदा बहादुर पहाड़ां तो मैदानां च आ गया। सिखां की सहायता नाल बंदा बहादुर ने सरहंद की इट नाल इट खड़का दी। जालम हाकमां नूं मार दिता गया। कुछ देर मगरों बंदा बहादुर 3 महीनों तो बाद आनंदपुर साहिब विच रहा। बाबा दीप सिंह ते उन्हां दे कोई साथी भी बंदे नाल सी। सारियां मुहिमां विच बाबा दीप सिंह दा जथा हमेशा अगे रहिंदा रहा। बाबा जी आप शेरां वांग गजदे ते बिजली की तरह कड़कदे। इन्हां ने लड़ाइयां मगरों हुण कुछ सुख का साह लिया। कुछ देर इत्थे शांत वायु मंडल विच रह के बाबा जी ने मुड़ आनंदपुर साहिब की पुरानी याद ताज़ा की। आनंदपुर साहिब ठहर समय दोनों वक्त दीवान सजदे, शब्द कीर्तन हुंदा, गुरमत का प्रचार हुंदा। बाबा दीप सिंह जी गुर शब्द की कथा ते गुरबाणी की व्याख्या बहुत की उत्थे। जिवें दमदमा साहिब विच आपने रह के गुरबाणी का प्रचार करके नामना खट्टिया, इसे तरह ही इत्थे 3 महीनों विच आपने बहुत शलाघा प्राप्त की। बाबा जी बहुत सोहनी कथा, बहुत सोहनी कथा करदे। ਜਿਹੜੇ ਇਹ ਕਹਿੰਦੇ ਵੀ ਇਹ ਹੋਇਆ ਨਹੀਂ, ਆ ਨਹੀਂ ਹੋਇਆ, ਐ ਵੱਡਿਆਂ ਨੂੰ ਲਾਜ ਨਹੀਂ ਲਾਈਦੀ ਹੁੰਦੀ, ਵੱਡਿਆਂ ਨੂੰ ਹਮੇਸ਼ਾ ਸਿਰ ਝੁਕਾਈਦਾ ਹੁੰਦਾ। ਇਸ ਕਰਕੇ ਨਿਆਣੀ ਮਤ ਨੂੰ ਛੱਡ ਦਿਓ, ਸਿਆਣੇ ਬਣੋ। ਇੱਕ ਦਿਨ ਸਵੇਰ ਦੇ ਦੀਵਾਨ ਵਿੱਚ ਬਾਬਾ ਦੀਪ ਸਿੰਘ ਜਦ ਕਥਾ ਕਰਕੇ ਬੈਠੇ, ਭੋਗ ਪੈਣ ਤੋਂ ਪਹਿਲਾਂ ਬੰਦਾ ਬਹਾਦਰ ਨੇ ਉੱਠ ਕੇ ਸੰਗਤਾਂ ਨੂੰ ਸੰਬੋਧਨ ਕੀਤਾ। ਉਸ ਨੇ ਆਖਿਆ, ਸਮਾਣਾ, ਸਢੌਰਾ, ਸਹਾਰਨਪੁਰ ਤੇ ਸਰਹੰਦ ਦੇ ਯੁੱਧਾਂ ਵਿੱਚ ਸਾਨੂੰ ਜੋ ਜਿੱਤਾਂ ਪ੍ਰਾਪਤ ਹੋਈਆਂ ਹਨ, ਉਹ ਗੁਰੂ ਦੀ ਮਿਹਰ ਦਾ ਸਦਕਾ ਨੇ। ਮੇਰੇ ਨਾਲ ਦੇ ਸਿੰਘਾਂ ਨੇ ਅਤੇ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਜਥੇ ਨੇ ਬਹੁਤ ਘਾਲਣਾ ਘਾਲੀਆਂ ਨੇ। ਉਹਨਾਂ ਦੀ ਸ਼ਲਾਘਾ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ। ਬਾਬਾ ਦੀਪ ਸਿੰਘ ਹਰ ਸਮੇਂ ਮੈਦਾਨ ਵਿੱਚ ਅੱਗੇ ਰਹੇ ਨੇ। ਉਹਨਾਂ ਦਾ ਕੋਈ ਵਾਰ ਖਾਲੀ ਨਹੀਂ ਸੀ ਜਾਂਦਾ। ਉਹਨਾਂ ਦਾ ਲੰਬਾ ਕੱਦ, ਭਰਮਾ ਚਿਹਰਾ, ਲਾਲ ਭਖਦਾ ਰੰਗ ਤੇ ਬਾਹੂ ਵੱਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿੱਚ ਨਿਡਰਤਾ ਹੈ, ਸ਼ਹਾਦਤ ਦਾ ਚਾਅ ਹੈ ਅਤੇ ਗੁਰਬਾਣੀ ਨਾਲ ਪਿਆਰ। ਇਹ ਅਜਿਹੇ ਗੁਣਾਂ ਕਰਕੇ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਮਨ ਮੋਹ ਲਏ ਨੇ। ਬਾਬਾ ਦੀਪ ਸਿੰਘ ਗਿਆਨੀ ਵੀ ਹਨ ਤੇ ਪ੍ਰਚਾਰਕ ਵੀ ਹਨ ਅਤੇ ਨਾਲ ਹੀ ਉਹ ਇੱਕ ਬਹਾਦਰ ਤੇ ਨਿਰਭੈ ਯੋਧੇ ਵੀ ਹਨ। ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਕਹੇ ਹੋਏ ਲਫ਼ਜ਼ ਨੇ, ਜਿਨ੍ਹਾਂ ਨੇ ਬਾਬਾ ਜੀ ਨੂੰ ਕਿਹਾ, ਇਹ ਗਿਆਨੀ, ਬ੍ਰਹਮ ਗਿਆਨੀ, ਵਿਦਿਆ ਮਾਰਤੰਡ,
ਪ੍ਰਚਾਰਕ, ਨਾਲ ਯੋਧੇ ਵੀ ਨੇ, ਸ਼ਸਤਰਧਾਰੀ ਵੀ ਨੇ, ਬੜੇ ਗੁਣ ਸੰਪੰਨ ਹਨ। ਬਾਬਾ ਦੀਪ ਸਿੰਘ ਆਪਣੀ ਉਪਮਾ ਸੁਣਦੇ ਹੀ ਇੱਕਦਮ ਦੀਵਾਨ ਵਿੱਚ ਉੱਠ ਕੇ ਖੜੇ ਹੋ ਗਏ। ਦੇਖੋ ਸਿੱਖ, ਜੇ ਸਾਡੇ ਵਰਗੇ ਦੀ ਉਪਮਾ ਕਰੇ ਹੀ ਫੁੱਲ ਜਾਂਦੇ ਆ। ਗਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਕਹਿਣ ਲੱਗੇ, ਬਸ ਕਰੋ, ਹੋਰ ਕੋਈ ਨਾ ਕਰੋ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਘਰ ਦਾ ਸੇਵਕ ਹਾਂ। ਇੱਥੇ ਆਨੰਦਪੁਰ ਸਾਹਿਬ ਰਹਿ ਕੇ ਮੈਂ ਗੁਰੂ ਜੀ ਕੋਲੋਂ ਅੰਮ੍ਰਿਤ ਛਕਿਆ, ਸਤਿਗੁਰਾਂ ਤੋਂ ਉਹਨਾਂ ਕੋਲੋਂ ਸਿੱਖਿਆ ਲਈ ਸੀ ਤੇ ਅਸੀਸਾਂ ਪ੍ਰਾਪਤ ਕੀਤੀਆਂ ਸਨ। ਇਹ ਸਭ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਨਾਲ ਹੀ ਹੈ ਮੈਂ ਕੁਝ ਸੇਵਾ ਕਰ ਸਕਿਆ। ਮੇਰੀ ਸਿਫਤ ਨਾ ਕਰੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਸਿਫਤਾਂ ਕਰੋ, ਉਹ ਉਹਨਾਂ ਦੇ ਗੁਣ ਗਾਓ। ਸਾਡੀਆਂ ਜਿੱਤਾਂ ਇਸ ਕਰਕੇ ਹੋਈਆਂ ਕਿ ਗੁਰੂ ਮਹਾਰਾਜ ਦਾ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਹੈ, ਸਾਡੀ ਪਿੱਠ ਤੇ ਉਹਨਾਂ ਦਾ ਹੱਥ ਹੈ। ਉਹ 10ਵੇਂ ਪਾਤਸ਼ਾਹ ਸਾਡੇ ਅੰਗ ਸੰਗ ਨੇ। ਇਹ ਸ਼ਹੀਦਾਂ ਦਾ ਸਤਿਕਾਰ ਕਰੋ, ਇਹ 10ਵੇਂ ਪਾਤਸ਼ਾਹ ਦਾ ਸਤਿਕਾਰ ਕਰੋ। ਸਾਧ ਸੰਗਤ ਜੀ, ਆਪਾਂ ਕੁਛ ਨਹੀਂ, ਇਹ 10ਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਬਾਬਾ ਦੀਪ ਸਿੰਘ ਨੇ ਜਦ ਇਹੋ ਜਿਹੇ ਨਿਮਰਤਾ ਭਰਪੂਰ ਤੇ ਦਰਦ ਭਰੇ ਸ਼ਬਦ ਕਹੇ, ਉੱਥੇ ਬੈਠੀਆਂ ਸੰਗਤਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸਿੱਖੀ, ਧੰਨ ਬਾਬਾ ਦੀਪ ਸਿੰਘ ਜੀ। ਸੰਗਤ ਵਿੱਚੋਂ ਇੱਕ ਬਜ਼ੁਰਗ ਨੇ ਆਖਿਆ, ਬਾਬਾ ਦੀਪ ਸਿੰਘ ਜਿੰਦਾ ਸ਼ਹੀਦ ਹੈ, ਇਸ ਨੂੰ ਸ਼ਹੀਦ ਦਾ ਖਿਤਾਬ ਦੇਣਾ ਚਾਹੀਦਾ। ਸੰਗਤਾਂ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ। ਆਪ ਦੇ ਇਸ ਖਿਤਾਬ ਤੋਂ ਹੀ ਸ਼ਹੀਦਾਂ ਦੀ ਮਿਸਲ ਚੱਲੀ ਹੈ। ਇਉਂ ਜਾਣ ਲਓ ਸ਼ਹੀਦਾਂ ਦੀ ਮਿਸਲ ਕਿੱਥੋਂ ਚੱਲੀ। ਸੰਗਤਾਂ ਨੇ ਜਿਉਂਦੇ ਜੀ ਬਾਬਾ ਜੀ ਨੂੰ ਕਿਹਾ, ਇਹ ਜਿਉਂਦਾ ਸ਼ਹੀਦ ਹੈ, ਸਾਡਾ ਜਿੰਦਾ ਸ਼ਹੀਦ ਹੈ, ਇਸ ਕਰਕੇ ਸ਼ਹੀਦ ਦਾ ਖਿਤਾਬ ਮਿਲਿਆ। ਉਹ ਤੋਂ ਸ਼ਹੀਦਾਂ ਦੀ ਮਿਸਲ ਚੱਲੀ। ਬਾਬਾ ਜੀ ਇਸ ਮਿਸਲ ਦੇ ਸਭ ਤੋਂ ਵੱਡੇ ਮੁਖੀ ਸਨ। ਇਸ ਮਿਸਲ ਵਿੱਚ ਆਪ ਦੇ ਨਾਲ ਕੁਝ ਹੋਰ ਮੁਖੀਏ ਵੀ ਸਨ। ਉਹਨਾਂ ਵਿੱਚੋਂ ਕੁਝ ਜਿਹੜੇ ਗੁਰਸਿੱਖ ਸਨ, ਉਹਨਾਂ ਦੇ ਨਾਮ ਆਪਾਂ ਨੂੰ ਇਸ ਪ੍ਰਕਾਰ ਪਤਾ ਹੀ ਹੈ। ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੇਲ, ਭਾਈ ਸੁੱਧ ਸਿੰਘ ਪਿੰਡ ਦੋਹਾ, ਭਾਈ ਦਰਗਾਹ ਸਿੰਘ, ਭਾਈ ਸ਼ੇਰ ਸਿੰਘ, ਭਾਈ ਹੀਰਾ ਸਿੰਘ ਆਦਿਕ ਸੀ। ਸ਼ਹੀਦਾਂ ਦੀ ਮਿਸਲ ਨੇ ਸਮੇਂ-ਸਮੇਂ ਸਿਰ ਦੇਸ਼ ਤੇ ਕੌਮ ਦੀ ਸੇਵਾ ਕੀਤੀ। ਸ੍ਰੀ ਅਨੰਦਪੁਰ ਸਾਹਿਬ 3 ਮਹੀਨੇ ਰਹਿ ਕੇ ਬਾਬਾ ਦੀਪ ਸਿੰਘ ਬੰਦਾ ਬਹਾਦਰ ਨਾਲ ਮਾਝੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਬੰਦਾ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬਚਨ ਦਿੱਤਾ ਸੀ ਕਿ ਉਹ ਜੀਵਨ ਭਰ ਗੁਰੂ ਦਾ ਬੰਦਾ ਰਹੇਗਾ। ਉਹਨਾਂ ਨੇ ਇਹ ਵੀ ਕਿਹਾ ਸੀ ਕਿ 5 ਸਿੰਘਾਂ ਦੀ ਸਲਾਹ ਵਿੱਚ ਰਹੇਗਾ। ਜਦ ਬੰਦਾ ਬਹਾਦਰ ਨੂੰ ਜਿੱਤਾਂ ਪ੍ਰਾਪਤ ਹੋਈਆਂ ਤਾਂ ਉਸ ਦੀ ਅਗਵਾਈ ਵਿੱਚ ਸਿੱਖ ਭਾਰੀ ਗਿਣਤੀ 'ਚ ਇਕੱਠੇ ਹੋ ਗਏ। ਉਹਨਾਂ ਦੀ ਹਰ ਪਾਸੇ ਜੈ ਜੈਕਾਰ ਹੋਣ ਲੱਗ ਪਈ। ਬੰਦਾ ਬਹਾਦਰ ਸਿੰਘ ਵਿੱਚ ਸਫਲਤਾ ਕਾਰਨ ਫਿਰ ਹਉਮੈ ਆ ਗਈ। ਦੇਖੋ, ਬਾਬਾ ਜੀ ਵਿੱਚ ਨਿਮਰਤਾ ਆਈ, ਉਹਨਾਂ ਵਿੱਚ ਫਿਰ ਇਹ ਹਉਮੈ ਆ ਗਈ। ਸਾਰੇ ਪੰਜਾਬ ਦਾ ਸਿੱਖਾਂ ਦਾ ਦਬਦਬਾ ਬੈਠਦਾ ਜਾ ਰਿਹਾ ਸੀ ਸਾਰਿਆਂ ਦਾ ਜਦੋਂ ਪੰਜਾਬ 'ਚ, ਪਰ ਬੰਦਾ ਇਹ ਸਮਝਣ ਲੱਗ ਪਿਆ ਕਿ ਸਭ ਜਿੱਤਾਂ ਉਸ ਦੀ ਬਹਾਦਰੀ ਦੇ ਕਾਰਨ ਹੀ ਨੇ। ਇੱਥੇ ਆ ਕੇ ਥੋੜਾ ਜਿਹਾ ਧਿਆਨ ਦੇਣਾ ਪੈਂਦਾ। ਜਦੋਂ ਚੜ੍ਹਦੀ ਕਲਾ ਹੋਣ ਲੱਗਦੀ ਨਾ ਕਿਸੇ ਦੀ ਵੀ, ਫਿਰ ਉਹਦੇ 'ਚ ਇਹ ਆਉਂਦਾ ਕਿ ਮੈਂ ਕਰ ਰਿਹਾ। ਨਹੀਂ, ਚੜ੍ਹਦੀ ਕਲਾ ਬਾਜਾਂ ਵਾਲੇ ਦੀ ਕਿਰਪਾ ਨਾਲ ਹੀ ਹੈ। ਜੇ ਚਾਹਣ ਤਾਂ ਚੜ੍ਹਦੀ ਕਲਾ ਹੁੰਦੀ ਹੈ, ਜੇ ਨਾ ਚਾਹਣ ਤਾਂ ਨਹੀਂ ਹੁੰਦੀ। ਫਿਰ ਇਸ ਕਰਕੇ ਹਮੇਸ਼ਾ ਇਹ ਗੱਲ ਯਾਦ ਰੱਖੋ, ਜਦੋਂ ਵੀ ਕੋਈ ਸੇਵਾ ਕਰੋ, ਕੋਈ ਸਿਮਰਨ ਕਰੋ, ਕੋਈ ਕਥਾ ਕਰੋ, ਕੁਝ ਵੀ ਕਰੋ, ਇਹੀ ਬਾਬਾ ਦੀਪ ਸਿੰਘ ਵਾਲੇ ਬਚਨ ਯਾਦ ਰੱਖਣੇ ਆ ਵੀ ਨਹੀਂ, ਬਾਬਾ ਜੀ ਨੇ ਕਿਹਾ ਨਾ ਵੀ ਕਲਗੀਧਰ ਮਹਾਰਾਜ ਦੀ ਕਿਰਪਾ, ਖਬਰਦਾਰ ਇਹ ਜਿਹੀਆਂ ਗੱਲਾਂ ਕੀਤੀਆਂ ਜੀ। ਸੋ ਉਹਦੇ ਮਨ ਵਿੱਚੋਂ ਸੇਵਾ ਦੀ ਭਾਵਨਾ ਅਲੋਪ ਹੋਣ ਲੱਗ ਪਈ। ਉਸ ਦੀ ਥਾਂ ਮਨ ਵਿੱਚ ਅਭਿਮਾਨ ਆਉਣਾ ਸ਼ੁਰੂ ਹੋ ਗਿਆ। ਉਹ ਇਹ ਭੁੱਲ ਗਏ ਕਿ ਉਸ ਦੀ ਸਫਲਤਾ ਸਿੱਖਾਂ ਦੇ ਸਹਿਯੋਗ ਕਾਰਨ ਸੀ। ਬੰਦਾ ਸਿੰਘ ਪ੍ਰਭਤਾ ਤੇ ਵਡਿਆਈ ਪਾ ਕੇ ਆਪੇ ਤੋਂ ਬਾਹਰ ਹੋਣ ਲੱਗ ਪਿਆ। ਉਹ ਸਿੱਖਾਂ ਉੱਪਰ ਗੁਰੂ ਸਾਹਿਬ ਵਾਂਗ ਹੁਕਮ ਹਾਸਲ ਕਰਨਾ ਚਾਹੁੰਦਾ ਸੀ। ਉਹਨੇ ਹਰਮੰਦਰ ਸਾਹਿਬ ਦੇ ਅੰਦਰ ਗੱਦੀ ਲਗਾ ਕੇ ਬੈਠਣਾ ਚਾਹਿਆ। ਸਿੱਖਾਂ ਨੇ ਇੰਜ ਕਰਨੋਂ ਵਰਜ ਦਿੱਤਾ। ਸਿੱਖਾਂ ਨੇ ਆਖਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤੁਹਾਨੂੰ ਗੁਰੂ ਨਹੀਂ ਸੀ ਥਾਪਿਆ, ਉਹਨਾਂ ਤਾਂ ਕੇਵਲ ਜੰਗੀ ਜਰਨੈਲ ਬਣਾ ਕੇ ਭੇਜਿਆ ਸੀ। ਹਰਮੰਦਰ ਸਾਹਿਬ ਵਿੱਚ ਤੁਸੀਂ ਗੱਦੀ ਲਗਾ ਕੇ ਨਹੀਂ ਬੈਠ ਸਕਦੇ। ਬੰਦਾ ਇੱਕ ਵਾਰ ਤਾਂ ਇੰਜ ਕਰਨੋਂ ਰੁਕ ਗਿਆ, ਪਰ ਫਿਰ ਉਸਨੇ ਇਹ ਖਿਆਲ ਕੀਤਾ ਕਿ ਉਹ ਜਿਵੇਂ ਕਰਨਾ ਚਾਹੇ ਕਰ ਸਕਦਾ। ਕਿਸੇ ਸਿੱਖ ਦੀ ਕੋਈ ਹਿੰਮਤ ਹੈ ਕਿ ਉਹਨੂੰ ਰੋਕ ਸਕੇ। ਸਨ 1716 ਦੀ ਵਿਸਾਖੀ ਨੂੰ ਸਿਰ ਉੱਪਰ ਛਤਰ ਝਲਾਉਂਦਾ ਉਹ ਹਰਮੰਦਰ ਸਾਹਿਬ ਦੇ ਅੰਦਰ ਗੱਦੀ ਲਗਾ ਕੇ ਬੈਠ ਗਿਆ। ਉਸ ਸਮੇਂ ਬਾਬਾ ਦੀਪ ਸਿੰਘ ਵੀ ਅੰਮ੍ਰਿਤਸਰ ਹੀ ਸਨ। ਉਹਨਾਂ ਨੇ ਜਦੋਂ ਖਬਰ ਸੁਣੀ, ਉਹ ਇੱਕਦਮ ਹਰਮੰਦਰ ਸਾਹਿਬ ਦੇ ਅੰਦਰ ਪਹੁੰਚ ਗਏ। ਉਹਨਾਂ ਉੱਥੇ ਬੈਠੀ ਸੰਗਤ ਦੇ ਸਾਹਮਣੇ ਸਖਤੀ ਨਾਲ ਬੰਦੇ ਨੂੰ ਵੰਗਾਰਿਆ। ਨਾਲ ਹੀ ਸੰਗਤ ਨੂੰ ਪ੍ਰੇਰਿਆ ਕਿ ਤੁਸੀਂ ਕਿਵੇਂ ਬੰਦੇ ਨੂੰ ਇਸ ਤਰ੍ਹਾਂ ਇੱਥੇ ਬਹਿਣ ਦਿੱਤਾ। ਬਾਬਾ ਦੀਪ ਸਿੰਘ ਦੀ ਗਰਜਵੀਂ ਆਵਾਜ਼ ਵਿੱਚ ਲਲਕਾਰੇ ਜਦੋਂ ਉਹਨਾਂ ਦਾ ਗੁੱਸੇ 'ਚ ਲਾਲ ਸੂਹਾ ਚਿਹਰਾ ਦੇਖ ਕੇ ਬੰਦਾ ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਉਸ ਸਮੇਂ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ
ਬਾਬਾ ਕਾਹਨ ਸਿੰਘ ਭੋਲਾ ਵੀ ਸੰਗਤ ਵਿੱਚ ਬੈਠੇ ਸਨ। ਉਹ ਦੋਵੇਂ ਇੱਕਦਮ ਕੁੱਦ ਕੇ ਉੱਠੇ। ਉਹਨਾਂ ਨੇ ਅੱਗੇ ਵੱਧ ਕੇ ਬੰਦੇ ਨੂੰ ਫੜ ਕੇ ਗਦੈਲੇ ਤੋਂ ਉਠਾਤਾ। ਬੰਦਾ ਉਸ ਸਮੇਂ ਤਾਂ ਹਰਿਮੰਦਰ ਸਾਹਿਬ ਤੋਂ ਬਾਹਰ ਆ ਗਿਆ, ਪਰ ਉਹਨੇ ਆਪਣੀ ਗਲਤੀ ਨਾ ਮੰਨੀ। ਜੇ ਤਾਂ ਉਹ ਆਪਣੀ ਭੁੱਲ ਦੀ ਮਾਫੀ ਮੰਗ ਲੈਂਦਾ ਤਾਂ ਮਾਮਲਾ ਖਤਮ ਹੋ ਜਾਂਦਾ। ਬੰਦਾ ਜਿੱਦੀ ਤੇ ਹੰਕਾਰੀ ਹੋ ਗਿਆ ਸੀ। ਉਹ ਸਿੱਖਾਂ ਦੇ ਸਮਝਾਉਣ ਬੁਝਾਉਣ ਤੇ ਵੀ ਆਪਣੇ ਜਿੱਦ ਤੇ ਕਾਇਮ ਰਿਹਾ। ਉਹਨੇ ਹਰ ਮਾਮਲੇ ਵਿੱਚ ਸਿੱਖ ਅਸੂਲਾਂ ਤੋਂ ਵੱਖ ਆਪਣੀ ਰਾਹ ਰੀਤੀ ਕਾਇਮ ਕਰਨ ਦੇ ਯਤਨ ਆਰੰਭ ਕਰਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਤੇ ਉਹਨੇ ਕੀ ਕਿਹਾ? ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ, ਦਰਸ਼ਨੀ ਫਤਿਹ ਬੁਲਾਉਣ ਦਾ ਹੁਕਮ ਕੀਤਾ। ਬੰਦੇ ਵੱਲੋਂ ਸਿੱਖ ਅਸੂਲਾਂ ਦੀ ਵਿਰੋਧਤਾ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸੀ? ਸਿੱਖਾਂ ਨੂੰ ਇੱਕ ਹੋਰ ਤੌਖਲਾ ਸੀ, ਉਹ ਇਹ ਕਿ ਪਿਛਲੇ ਕੁਝ ਸਾਲਾਂ ਵਿੱਚ ਬੰਦੇ ਨੇ ਜੋ ਕੰਮ ਕੀਤਾ ਸੀ ਕਿਤੇ ਉਹ ਖਤਮ ਹੀ ਨਾ ਹੋ ਜਾਵੇ। ਉਸ ਦੀ ਅਗਵਾਈ ਵਿੱਚ ਜੋ ਜਿੱਤਾਂ ਪ੍ਰਾਪਤ ਹੋਈਆਂ ਸਨ ਉਹ ਆਪਸੀ ਫੁੱਟ ਕਾਰਨ ਮਿੱਟੀ 'ਚ ਨਾ ਮਿਲ ਜਾਣ ਕਿਤੇ। ਇਸ ਲਈ ਸਿੱਖਾਂ ਵੱਲੋਂ ਬੰਦੇ ਨੂੰ ਸਮਝਾਉਣ ਬੁਝਾਉਣ ਲਈ ਬੜਾ ਉਪਰਾਲਾ ਹੋਇਆ, ਪਰ ਬੰਦਾ ਮੰਨਿਆ ਨਾ। ਬੰਦੇ ਬਹਾਦਰ ਨੂੰ ਇਹ ਵੀ ਦੱਸਿਆ ਗਿਆ ਕਿ ਸਿੱਖਾਂ ਵਿੱਚ ਫੁੱਟ ਪੰਥ ਨੂੰ ਤੇ ਦੇਸ਼ ਨੂੰ ਨੁਕਸਾਨ ਪਹੁੰਚਾਏਗੀ, ਵੈਰੀਆਂ ਦੇ ਹੌਸਲੇ ਵਧਣਗੇ, ਤੁਸੀਂ ਧਾਰਮਿਕ ਮਾਮਲਿਆਂ 'ਚ ਦਖਲ ਨਾ ਦੇਵੋ। ਪਰ ਬੰਦੇ ਨੇ ਇੱਕ ਵੀ ਨਾ ਮੰਨੀ। ਕੁਝ ਸਿੱਖ ਸਰਦਾਰਾਂ ਨੇ ਏਕਾ ਕਰਕੇ ਬੰਦੇ ਵਿਰੁੱਧ ਆਵਾਜ਼ ਉਠਾਈ। ਉਹਨਾਂ ਨੇ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਠ ਕੀਤਾ। ਇਸ ਇਕੱਠ ਵਿੱਚ ਸੈਂਕੜੇ ਸਿੱਖ ਹੋਇਆ ਹਾਜ਼ਰ। ਉੱਥੇ ਪਹਿਲਾਂ ਤਾਂ ਬੰਦੇ ਦੇ ਵਤੀਰੇ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ। ਇਸ ਇਕੱਠ ਵਿੱਚ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ ਭੋਲਾ, ਭਾਈ ਫਤਿਹ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਧਰਮ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਕੇਸਰਾ ਸਿੰਘ, ਭਾਈ ਰਾਮ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਬਹਾਦਰ ਸਿੰਘ ਦੀਵਾਨ, ਭਾਈ ਬੁੱਢਾ ਸਿੰਘ ਤਾਰੂਕੇ, ਭਾਈ ਤੇਜਾ ਸਿੰਘ, ਭਾਈ ਨਗਾਈਆ ਸਿੰਘ, ਭਾਈ ਹਰੀ ਸਿੰਘ, ਭਾਈ ਹਰਸਾ ਸਿੰਘ ਤੇ ਬਹੁਤ ਸਾਰੇ ਪ੍ਰਸਿੱਧ ਸਿੱਖ ਸ਼ਾਮਲ ਹੋਏ। ਇਹਨਾਂ ਨੇ ਆਪਣੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਪ੍ਰੇਰਿਆ ਕਿ ਉਹ ਬੰਦੇ ਤੋਂ ਅੱਡ ਹੋ ਜਾਣ। ਇਹਨਾਂ ਸਭ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਿਵੇਕਸਰ ਦੇ ਕੰਢੇ ਤੇ ਆਪਣਾ ਡੇਰਾ ਲਾਇਆ। ਇਹਨਾਂ ਦੇ ਦਲ ਦਾ ਨਾਂ ਤਤ ਖਾਲਸਾ ਪਿਆ। ਕੁਝ ਕੁ ਸਿੱਖ ਤਾਂ ਬੰਦੇ ਦੇ ਨਾਲ ਰਹੇ। ਇਹਨਾਂ ਵਿੱਚੋਂ ਪ੍ਰਸਿੱਧ ਨਾਂ ਇਹ ਹਨ: ਭਾਈ ਬਾਜ ਸਿੰਘ, ਭਾਈ ਬਾਗ ਸਿੰਘ, ਭਾਈ ਬਲਾਕੀ ਸਿੰਘ, ਭਾਈ ਮੱਲੀ ਸਿੰਘ, ਭਾਈ ਈਸਰ ਸਿੰਘ ਤੇ ਭਾਈ ਮਾਨ ਸਿੰਘ ਆਦਿ। ਇਹਨਾਂ ਤੇ ਇਹ ਸਾਥੀ ਬੰਦਈ ਖਾਲਸਾ ਅਖਵਾਏ। ਇੱਕ ਤਤ ਖਾਲਸਾ ਬਣਿਆ, ਜਿਹੜੇ ਚੰਗੇ ਸਿੰਘ ਸੀ, ਇਹ ਬੰਦਈ ਖਾਲਸਾ ਬਣਿਆ। ਇਉਂ ਸਿੱਖਾਂ ਦੇ ਦੋ ਜਥੇ ਬਣ ਕੇ ਸਵਾਲ ਉੱਠਿਆ ਕਿ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਕਿਹੜੇ ਜਥੇ ਕੋਲ ਹੋਵੇਗਾ। ਦੋਹਾਂ ਧਿਰਾਂ ਦੇ ਕੁਝ ਚੋਣਵੇਂ ਸਿੱਖ ਇਕੱਠੇ ਹੋਏ। ਆਪਸ ਵਿੱਚ ਬੜਾ ਖਿੱਚੋਤਾਣ ਹੋਈ, ਪਰ ਕੋਈ ਫੈਸਲਾ ਨਾ ਹੋ ਸਕਿਆ। ਉਦੋਂ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਸਾਥੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਨ। ਕੋਈ ਫੈਸਲਾ ਨਾ ਹੁੰਦਾ ਵੇਖ ਕੇ ਬਾਬਾ ਜੀ ਨੇ ਦੋਹਾਂ ਧਿਰਾਂ ਨੂੰ ਆਖਿਆ ਕਿ ਜੇ ਤੁਹਾਡੇ ਕੋਲੋਂ ਫੈਸਲਾ ਨਹੀਂ ਹੁੰਦਾ ਤਾਂ ਗੁਰੂ ਅੱਗੇ ਅਰਦਾਸ ਕਰਕੇ ਫੈਸਲਾ ਗੁਰੂ ਤੋਂ ਹੀ ਕਰਵਾ ਲਓ। ਉਹਨਾਂ ਤਜਵੀਜ਼ ਪੇਸ਼ ਕੀਤੀ ਕਿ ਦੋ ਕਾਗਜ਼ ਲਿਆਓ, ਇੱਕ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੋ, ਦੂਜੀ ਉੱਪਰ ਦਰਸ਼ਨੀ ਫਤਿਹ ਲਿਖੋ। ਦੋਹਾਂ ਨੂੰ ਅਰਦਾਸ ਕਰਕੇ ਹਰਿਮੰਦਰ ਸਾਹਿਬ ਦੀ ਹਰ ਕੀ ਪੌੜੀ ਤੇ ਖੜੇ ਹੋ ਕੇ ਸਰੋਵਰ ਦੇ ਵਿੱਚ ਮਾੜੇ ਵਿੱਚ ਉਦੋਂ ਛੋਟੇ ਛੋਟੇ ਰੋੜੇ ਜੇ ਪਾਰਨੇ ਹੁੰਦੇ ਸੀਗੇ ਵੀ ਪਰਚੀਆਂ ਥੱਲੇ ਨੂੰ ਇੱਕ ਵਾਰ ਡੁੱਬ ਜਾਣ, ਜਿਹੜੀ ਉੱਪਰ ਤਰ ਆਈ ਉਹ ਪਰਚੀ ਮੰਨੀ ਜਾਊਗੀ। ਜਿਹੜਾ ਕਾਗਜ਼ ਤਰ ਪਏ ਉਹ ਉੱਪਰ ਜਿਹਦੀ ਫਤਿਹ ਵਾਲਾ ਬੋਲ ਹੋਵੇ ਉਹ ਇੱਥੇ ਰਹੇ, ਦੂਜੀ ਧਿਰ ਹਰਿਮੰਦਰ ਛੱਡ ਕੇ ਚਲੀ ਜਾਵੇ। ਦੋਹਾਂ ਨੇ ਬਾਬਾ ਦੀਪ ਸਿੰਘ ਦੀ ਤਜਵੀਜ਼ ਮੰਨ ਲਈ। ਇੰਜ ਹੀ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਤਰ ਆਈ ਤੇ ਦੂਜੀ ਡੁੱਬ ਗਈ। ਸਿੱਖਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਲਾਉਣੇ ਸ਼ੁਰੂ ਕਰਤੇ। ਇਹਨਾਂ ਜਕਾਰਿਆਂ ਨਾਲ ਸਾਰਾ ਵਾਯੂ ਮੰਡਲ ਗੂੰਜ ਉੱਠਿਆ। ਇਉਂ ਰੱਬ ਨੇ ਇਹ ਫੈਸਲਾ ਕੀਤਾ। ਇਹ ਫੈਸਲਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਿਆ। ਇਹ ਫੈਸਲਾ ਗੁਰੂ ਦਾ ਫੈਸਲਾ। ਫੈਸਲੇ ਤਾਂ ਬਾਅਦ ਵਿੱਚ ਵੀ ਕਈ ਹੋਏ ਨੇ, ਪਰਚੀਆਂ ਤਾਂ ਬਾਅਦ ਵਿੱਚ ਵੀ ਪਾਈਆਂ ਸੀ ਕਿ ਇਹ ਬਾਣੀ ਹੈ ਕਿ ਨਹੀਂ ਬਾਣੀ ਰਾਗਮਾਲਾ, ਤੇ ਫਿਰ ਪਰਚੀ ਤਾਂ ਉੱਤੇ ਤਰਿਆਈ ਸੀ ਇਹ ਬਾਣੀ ਹੈ, ਪਰ ਫਿਰ ਮੰਨਣ ਵਾਲਿਆਂ ਨੇ ਮੰਨੀ ਨਹੀਂ। ਬਾਬਾ ਦੀਪ ਸਿੰਘ ਬੰਦੇ ਨਾਲੋਂ ਵੱਖਰੇ ਹੋ ਗਏ। ਬੰਦੇ ਦੇ ਸਾਥੀ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਗਏ। ਬਾਬਾ ਦੀਪ ਸਿੰਘ ਦੀ ਤਜਵੀਜ਼ ਦਾ ਸਦਕਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੜਾਈ ਹੁੰਦੀ ਬਚ ਗਈ। ਇਸ ਨਾਲ ਬਾਬਾ ਜੀ ਦਾ ਸਤਿਕਾਰ ਹੋਰ ਵੀ ਵਧਿਆ। ਬੰਦਾ ਬਹਾਦਰ ਦਾ ਹੰਕਾਰ ਖਤਮ ਹੋ ਗਿਆ। ਭਾਵ ਬੰਦਾ ਸਿੰਘ ਬਹਾਦਰ ਦਾ ਜਿਹੜਾ ਹੰਕਾਰ ਸੀ ਉਹ ਸਾਰਿਆਂ 'ਚ ਪ੍ਰਗਟ ਹੋ ਗਿਆ ਤੇ ਉਹ ਖਤਮ ਨਾ ਹੋਇਆ। ਇਸ ਲਈ ਬਾਬਾ ਦੀਪ ਸਿੰਘ ਦਾ ਬੰਦਾ ਬਹਾਦਰ ਨਾਲ ਮਤਭੇਦ ਹੋ ਜਾਣਾ ਕੁਦਰਤੀ ਸੀ। ਬਾਬਾ ਜੀ ਨੇ ਆਪਣੇ ਜਥੇ ਸਮੇਤ ਬੰਦੇ ਦਾ ਸਾਥ ਛੱਡ ਦਿੱਤਾ। ਉਹ ਦਮਦਮਾ ਸਾਹਿਬ ਚਲੇ ਗਏ। ਉੱਥੇ ਮੁੜ ਉਹਨਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ। ਗੁਰਬਾਣੀ ਦਾ ਪ੍ਰਚਾਰ ਕਰਨ ਲੱਗ ਪਏ। ਇਲਾਕੇ ਦੇ ਲੋਕਾਂ ਦੀਆਂ ਲੋੜਾਂ ਵੱਲ ਧਿਆਨ ਦੇ ਕੇ ਉਹਨਾਂ ਦੀ ਸਹਾਇਤਾ ਕਰਨ ਲੱਗੇ।
ਮਾਲਵੇ ਦੇ ਲੋਕ ਬਹੁਤ ਖੁਸ਼ ਹੋਏ ਕਿ ਬਾਬਾ ਦੀਪ ਸਿੰਘ ਜੀ ਵਾਪਸ ਆ ਗਏ। ਗੁਰਪੁਰਬਾਂ ਤੇ ਵਿਸਾਖੀ ਦੇ ਤੇ ਦੀਵਾਲੀ ਆਦਿਕ ਤਿਉਹਾਰਾਂ ਦੇ ਮੌਕੇ ਤੇ ਇਲਾਕੇ ਦੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਦਮਦਮਾ ਸਾਹਿਬ ਆ ਕੇ ਜੁੜਦੀਆਂ। ਇਹਨਾਂ ਮੌਕਿਆਂ ਤੇ ਬਾਬਾ ਦੀਪ ਸਿੰਘ ਉਹਨਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਦੇ, ਕਥਾ ਸੁਣਾਉਂਦੇ, ਅੰਮ੍ਰਿਤ ਛਕਾਉਂਦੇ। ਅੰਮ੍ਰਿਤ ਸੰਚਾਰ ਭਾਰੀ ਗਿਣਤੀ 'ਚ ਹੁੰਦੇ ਸੀ। ਹੌਲੀ ਹੌਲੀ ਬਾਬਾ ਦੀਪ ਸਿੰਘ ਨੇ ਇਲਾਕੇ ਦੇ ਕਈ ਸਿੱਖਾਂ ਨੂੰ ਚੁਣ ਕੇ ਉਹਨਾਂ ਦੀ ਯੋਗਤਾ ਅਨੁਸਾਰ ਕੰਮ ਵੀ ਉਹਨਾਂ ਨੂੰ ਥਾਪਿਆ ਵੀ ਤੂੰ ਆਹ ਕੰਮ ਕਰਨਾ ਹੈ, ਤੂੰ ਆਹ ਸੇਵਾ ਕਰਨੀ ਹੈ। ਜੋ ਸਿੱਖ ਪ੍ਰਚਾਰ ਦੇ ਕੰਮ 'ਚ ਲਾਏ ਜਾਂਦੇ ਉਹ ਪਿੰਡਾਂ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਦੇ। ਕੁਝ ਸਿੱਖ ਇਲਾਕੇ 'ਚ ਫਿਰ ਕੇ ਸੰਗਤਾਂ 'ਚ ਜੰਗੀ ਜੋਸ਼ ਭਰਦੇ। ਜੋ ਸਿੱਖ ਸਰੀਰ ਵਿੱਚ ਤਕੜੇ ਅਤੇ ਦਿਲ ਦੇ ਮਜ਼ਬੂਤ ਦਿਸਦੇ ਉਹਨਾਂ ਨੂੰ ਸ਼ਸਤਰ ਵਿੱਦਿਆ ਤੇ ਘੋੜਸਵਾਰੀ ਲਈ ਕਹਿੰਦੇ। ਇਉਂ ਬਾਬਾ ਦੀਪ ਸਿੰਘ ਨੂੰ ਪਤਾ ਸੀ ਕਿ ਉਹਨਾਂ ਦੇ ਜਥੇ ਵਿੱਚ ਅਤੇ ਇਲਾਕੇ ਵਿੱਚ ਕੌਣ-ਕੌਣ ਕਿਹੜਾ-ਕਿਹੜਾ ਕੰਮ ਕਰ ਸਕਦਾ ਹੈ। ਦਮਦਮਾ ਸਾਹਿਬ ਵਿੱਚ ਬਾਬਾ ਦੀਪ ਸਿੰਘ ਨੇ ਮੁੜ ਕਥਾ ਤੇ ਵਿਖਿਆਨ ਕਰਨੀ ਆਰੰਭ ਕੀਤੀ। ਆਪ ਆਪਣੇ ਹੱਥੀਂ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੰਡਦੇ ਸੀ ਅਤੇ ਕਈ ਹੋਰ ਸਿੱਖਾਂ ਨੂੰ ਇਉਂ ਕਰਨ ਲਈ ਪ੍ਰੇਰਦੇ ਸੀ। ਚੰਗੀ ਲਿਖਾਈ ਕਰਨ ਵਾਲੇ ਕੁਝ ਕੁ ਸਿੱਖ ਉਹਨਾਂ ਕੋਲ ਰਹਿ ਕੇ ਗੁਰਬਾਣੀ ਲਿਖਦੇ। ਇਉਂ ਬਾਬਾ ਜੀ ਨੇ ਸੈਂਕੜੇ ਪੋਥੀਆਂ ਲਿਖਵਾ ਕੇ ਗੁਰਸਿੱਖਾਂ ਵਿੱਚ ਵੰਡੀਆਂ। ਬਹਾਦਰ ਸ਼ਾਹ ਦੀ ਮੌਤ ਪਿੱਛੋਂ ਬੰਦਾ ਬਹਾਦਰ ਦੀ ਸ਼ਹੀਦੀ ਜਿਹੜੀ ਹੋਈ, ਉਹਦਾ ਲੜਕਾ ਜਹਾਨ ਜਿਹੜਾ ਸੀ ਨਾ, ਜਹਾਨ ਦਾਰਾ ਖਾਨ, ਕੇਵਲ 1 ਸਾਲ ਹੀ ਤਖਤ ਉੱਪਰ ਬੈਠਿਆ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ। ਸੋ ਫਰਕਸ਼ੀਅਰ ਨੇ, ਜੋ ਬਹਾਦਰ ਸ਼ਾਹ ਦਾ ਭਤੀਜਾ ਸੀ, ਉਹਨੇ ਜਹਾਨ ਦਾਰਾ ਖਾਨ ਕੋਲੋਂ ਤਖਤ ਖੋਹ ਲਿਆ। ਫਰਕਸ਼ੀਅਰ ਬੜਾ ਜ਼ਾਲਮ ਤੇ ਪੱਥਰ ਦਿਲ ਇਨਸਾਨ ਸੀ। ਉਹਦੀ ਨੀਤੀ ਸੀ ਕਤਲ ਕਰੋ, ਕਤਲ ਕਰੋ ਤੇ ਕਤਲ ਕਰੋ, ਬਸ ਕਿਸੇ ਵੀ ਵਿਰੋਧੀ ਨੂੰ ਜਿਉਂਦਾ ਨਾ ਛੱਡੋ। ਸਿੱਖਾਂ ਦੀ ਇਸ ਪ੍ਰਕਾਰ ਵਾਧੀ ਤਾਕਤ ਨੂੰ ਰੋਕਣ ਲਈ ਫਰਕਸ਼ੀਅਰ ਨੇ ਅਬਦੁਲ ਸਮਦ ਖਾਨ ਨੂੰ ਲਾਹੌਰ ਦਾ ਸੇਵਾ ਸੂਬੇਦਾਰ ਥਾਪਿਆ। ਅਬਦੁਲ ਸਮਦ ਖਾਨ, ਸੋ ਉਹਨੇ ਸਿੱਖਾਂ ਉੱਪਰ ਬੜੀਆਂ ਸਖਤੀਆਂ ਕੀਤੀਆਂ। ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮਚ ਗਈ। ਅਬਦੁਲ ਸਮਦ ਖਾਨ ਨੇ ਗੁਰਦਾਸ ਨੰਗਲ ਤੋਂ ਬੰਦਾ ਬਹਾਦਰ ਨੂੰ ਘੇਰ ਕੇ ਉਸ ਨੂੰ ਤੇ ਉਹਦੇ ਕਈ ਸਾਥੀਆਂ ਨੂੰ ਪਕੜ ਲਿਆ। ਉਹਨਾਂ ਸਭ ਨੂੰ ਭਾਰੀ ਫੌਜ ਦੀ ਨਿਗਰਾਨੀ ਹੇਠ ਦਿੱਲੀ ਭਿਜਵਾਤਾ, ਜਿੱਥੇ ਫਰਕਸ਼ੀਅਰ ਨੇ ਬੜੀ ਬੇਰਹਿਮੀ ਨਾਲ ਬੰਦੇ ਨੂੰ ਤੇ ਉਹਦੇ ਲੜਕੇ ਨੂੰ ਸ਼ਹੀਦ ਕੀਤਾ। ਉਹਦੇ ਸੈਂਕੜੇ ਸਾਥੀਆਂ ਨੂੰ ਵੀ ਕਤਲ ਕਰਵਾਤਾ ਗਿਆ। ਇਉਂ ਬੰਦਾ ਬਹਾਦਰ ਦੀ ਸ਼ਹੀਦੀ ਦੀ ਖਬਰ ਦਮਦਮਾ ਸਾਹਿਬ ਪਹੁੰਚੀ ਤਾਂ ਬਾਬਾ ਦੀਪ ਸਿੰਘ ਨੇ ਆਖਿਆ, ਬੰਦਾ ਬੜਾ ਸੂਰਬੀਰ ਸੀ, ਉਹਨੇ ਪੰਥ ਦੀ ਸ਼ਾਨ ਉੱਚੀ ਕੀਤੀ ਸੀ, ਉਹਨੇ ਸਿੱਖਾਂ ਦਾ ਧਾਰਮਿਕ ਆਗੂ ਬਣਨ ਦਾ ਨਿਸਫਲ ਯਤਨ ਕੀਤਾ। ਇਸੇ ਲਈ ਤੱਤ ਖਾਲਸਾ ਤੋਂ ਵੱਖ ਹੋ ਗਿਆ, ਪਰ ਅੰਤ ਨੂੰ ਉਸਨੇ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਨਾਮ ਉੱਪਰ ਲੱਗਿਆ ਦਾਗ ਧੋ ਦਿੱਤਾ। ਉਹ ਜਦੋਂ ਗੁਰੂ ਜੀ ਨੂੰ ਦਿੱਤੇ ਬਚਨ ਤੋਂ ਫਿਰ ਗਿਆ ਤਾਂ ਅਸਾਂ ਉਹਦਾ ਸਾਥ ਛੱਡਿਆ ਸੀ, ਪਰ ਹੁਣ ਉਹ ਸ਼ਹੀਦ ਹੋ ਕੇ ਮੁੜ ਗੁਰੂ ਦੀ ਨਾਲ ਜੁੜ ਗਿਆ। ਇਸ ਕਰਕੇ ਸਾਡਾ ਸਿਰ ਉੱਚਾ ਹੋਇਆ ਕਿ ਬੰਦਾ ਦੁਸ਼ਮਣ ਅੱਗੇ ਝੁਕਿਆ ਨਹੀਂ, ਉਹਨੇ ਸ਼ਹੀਦੀ ਪਾਈ ਹੈ। ਆਪਣੀਆਂ ਅੱਖਾਂ ਸਾਹਮਣੇ ਬੱਚੇ ਦੀ ਸ਼ਹਾਦਤ ਦੇਖ ਕੇ ਵੀ ਉਹਦਾ ਮਨ ਨਹੀਂ ਡੋਲਿਆ। ਸਾਡੀ ਅਰਦਾਸ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੰਦਾ ਬਹਾਦਰ ਨੂੰ ਆਪਣੀ ਦਰਗਾਹ ਵਿੱਚ ਥਾਂ ਦੇਣ। ਇਹ ਬਾਬਾ ਜੀ ਨੇ ਅਰਦਾਸ ਵੀ ਕੀਤੀ ਵੀ ਸ਼ਹੀਦੀ ਪਾਈ ਆ ਉਹਨਾਂ ਨੇ। ਇਸ ਕਰਕੇ ਮਹਾਰਾਜ 10ਵੇਂ ਪਾਤਸ਼ਾਹ ਨੇ ਬਾਬਾ ਜੀ ਨੂੰ ਆਪਣੇ ਚਰਨਾਂ ਵਿੱਚ ਸਥਾਨ ਵੀ ਬਖਸ਼ਿਸ਼ ਕੀਤਾ। ਬਾਬਾ ਦੀਪ ਸਿੰਘ ਨੇ ਸੰਗਤ ਦੇ ਸਾਹਮਣੇ ਬੰਦੇ ਦੀ ਬੰਦ ਖਲਾਸੀ ਲਈ ਅਰਦਾਸ ਕੀਤੀ। ਅਰਦਾਸ ਮਗਰੋਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਬਾਬਾ ਜੀ ਨੇ ਕਿਹਾ, ਗੁਰੂ ਗੋਬਿੰਦ ਸਿੰਘ ਨੇ ਬੰਦਾ ਬਹਾਦਰ ਨੂੰ ਸਿੱਖ ਫੌਜ ਦਾ ਜਰਨੈਲ ਬਣਾ ਕੇ ਭੇਜਿਆ ਸੀ। ਉਹਦੀ ਅਗਵਾਈ ਵਿੱਚ ਸਿੱਖਾਂ ਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਇਹਨਾਂ ਜਿੱਤਾਂ ਖਾਤਰ ਅਨੇਕਾਂ ਸਿੱਖ ਸ਼ਹੀਦ ਹੋਏ। ਸਮੇਂ ਦੀ ਜ਼ਾਲਮ ਹਕੂਮਤ ਸਾਡਾ ਖੁਰਾ ਖੋਜ ਮਿਟਾਉਣਾ ਚਾਹੁੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਨਾਲ ਨੇ। ਬੰਦਾ ਬਹਾਦਰ ਦੀ ਸ਼ਹੀਦੀ ਮਗਰੋਂ ਸਿੱਖਾਂ ਉੱਪਰ ਸਖਤੀਆਂ ਦਾ ਦੌਰ ਜਾਰੀ ਰਿਹਾ। ਸਿੱਖ ਜੰਗਲਾਂ ਵਿੱਚ ਜਥੇ ਬਣਾ ਕੇ ਰਹਿਣ ਲੱਗੇ, ਕਈ ਪਹਾੜਾਂ ਵੱਲ ਚਲੇ ਗਏ। ਇਤਨੇ ਅਤਿਆਚਾਰਾਂ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਉੱਚੇ ਸਨ। ਉਹਨਾਂ ਦੇ ਵੱਡੇ ਅੰਦੋਲਨ ਲਈ ਤਿਆਰੀਆਂ ਆਰੰਭਣੀਆਂ ਸ਼ੁਰੂ ਕਰਤੀਆਂ। ਸ਼ਹੀਦੀਆਂ ਪ੍ਰਾਪਤ ਕਰਨਾ ਉਸ ਸਮੇਂ ਦੇ ਸਿੱਖਾਂ ਲਈ ਖੇਡ ਸੀ। ਮਰਨ ਤੋਂ ਉਹ ਡਰਦੇ ਨਹੀਂ ਸਨ। ਮੌਤ ਨੂੰ ਮਖੌਲ ਸਮਝ ਕੇ ਹੱਸ-ਹੱਸ ਕੇ ਸ਼ਹੀਦੀਆਂ ਪਾਉਂਦੇ ਸਨ। ਉਹ ਦ੍ਰਿੜਤਾ ਦੇ ਵਿਸ਼ਵਾਸ ਨਾਲ ਮੈਦਾਨ ਵਿੱਚ ਨਿੱਤਰਦੇ ਸਨ। ਕਈ ਵਾਰ ਇੱਕ ਤੋਂ ਵੱਧ ਸਿੱਖ ਵੀ ਇਸ ਪ੍ਰਕਾਰ ਜਿਹੜੇ ਸੀ ਫਸ ਜਾਂਦੇ ਸੀ। ਜਦ ਉਹਨਾਂ ਨੂੰ ਤਸੀਹੇ ਦੇ ਕੇ ਮਾਰਨ ਲੱਗਦੇ ਤਾਂ ਉਹ ਇੱਕ ਦੂਜੇ ਤੋਂ ਅੱਗੇ ਹੋ ਕੇ ਪਹਿਲਾਂ ਸ਼ਹੀਦੀਆਂ ਲਈ ਵਧਦੇ ਸੀ। ਬੰਦੇ ਤੇ ਉਹਦੇ ਸਾਥੀਆਂ ਦੇ ਸ਼ਹੀਦ ਹੋਣ ਮਗਰੋਂ ਸ਼ਹੀਦੀਆਂ ਦਾ ਸਿਲਸਿਲਾ ਜਾਰੀ ਰਿਹਾ। ਅਬਦੁਲ ਸਮਦ ਖਾਨ ਦਾ ਲੜਕਾ ਖਾਨ ਬਹਾਦਰ ਜ਼ਕਰੀਆ ਖਾਨ 1726 ਤੋਂ 1744 ਤੱਕ ਪੰਜਾਬ ਦਾ ਸੂਬੇਦਾਰ ਰਿਹਾ। ਇਸ ਨੇ ਵੀ ਆਪਣੇ ਬਾਪ ਵਾਂਗ ਹੀ ਸਿੱਖਾਂ ਉੱਪਰ ਸਖਤੀਆਂ ਦਾ ਦੌਰ ਜਾਰੀ ਰੱਖਿਆ। ਉਹਦੇ ਸਮੇਂ ਵਿੱਚ ਅਨੇਕਾਂ ਸਿੱਖ ਸ਼ਹੀਦ ਕੀਤੇ ਗਏ। ਸਨ 1738 ਚ ਭਾਈ ਮਨੀ ਸਿੰਘ ਜੀ ਦਾ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ।
1 ਸਾਲ मगरों 1739 ईस्वी च भाई बोता सिंह नूं शहीद किया गया। भाई सुखा सिंह ते भाई महताब सिंह मीरा कोटियां ने श्री दरबार साहिब विच जिहड़ा ये सी मस्सा रंगड़ शराब पी के दरबार साहिब च कंजरियां नचाउण वाला मस्सा रंगड़, इन्हां ने फिर जाके भाई सुखा सिंह भाई महताब सिंह मीरा कोटियां ने मस्सा रंगड़ दा सिर वड्ढिया सी। इस लई सो उन्हां 1743 ईस्वी च उन्हां नूं शहीद किया गया। उसे साल ही भाई तारू सिंह दी खोपड़ी ला के उन्हां नूं शहीद किया गया। भाई सवेग सिंह ते उन्हां दे लड़के शहबाज सिंह नूं चरखड़ियां चाड़ के बड़ी बेरहमी नाल गन्ने वांगू पीड़ के शहीद किया गया। ਇਹੋ ਜਿਹੀਆਂ ਸਖਤੀਆਂ ਦੇ ਬਾਵਜੂਦ ਸਿੱਖ ਚੜ੍ਹਦੀ ਕਲਾ ਵਿੱਚ ਵਿਚਰਦੇ ਰਹੇ। ਉਹ ਬੇਅੰਤ ਮੁਸੀਬਤਾਂ ਤੇ ਤਸੀਹੇ ਸਹਿ ਕੇ ਹੱਸ-ਹੱਸ ਜਾਨਾਂ ਵਾਰਦੇ ਰਹੇ। ਸਿੱਖ ਸੰਗਤਾਂ ਹਰ ਰੋਜ਼ ਸਿੱਖਾਂ ਦੀ ਜਿੱਤ ਲਈ ਅਰਦਾਸ ਕਰਦੀਆਂ। ਉਹ ਸਭ ਮਿਲ ਕੇ ਅਰਦਾਸ ਮਗਰੋਂ ਪੜ੍ਹਦੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੈਂਗੇ, ਬਚੇ ਸ਼ਰਨ ਜੋ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਾਜੇ ਹੋਏ ਇਹ ਸਿੱਖ ਆਪਣੇ ਧਰਮ ਦੀ ਖਾਤਰ ਸ਼ਹੀਦ ਹੋਣ ਤੋਂ ਕਦੇ ਨਹੀਂ ਸਨ ਡਰਦੇ ਤੇ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨਾ ਉਹਨਾਂ ਲਈ ਇੱਕ ਮਾਮੂਲੀ ਗੱਲ ਸੀ। ਉਹ ਇਹ ਸਮਝਦੇ ਸੀ ਜਿਹੜਾ ਸ਼ਹੀਦ ਹੋਊਗਾ ਉਹ 10ਵੇਂ ਪਾਤਸ਼ਾਹ ਚਰਨਾਂ ਜਾ ਕੇ ਸਮਾ ਜਾਊਗਾ। ਇਉਂ ਸਾਰੇ ਸਿੱਖ ਸਿੰਘ, ਸਾਰੀਆਂ ਬੀਬੀਆਂ, ਮਾਈਆਂ, ਭਾਈ, ਬੱਚਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਮੀਰ ਮੰਨੂ ਦੀ ਜੇਲ੍ਹ ਵਿੱਚ ਸਹਿਤੇ ਕਹਿ ਕਸ਼ਟ ਵੀ ਸਾਰੇ। ਸਾਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਕੀ ਦਾ ਜਿਹੜਾ ਹੈ ਉਹ ਕੱਲ ਸ਼ਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਆਓ ਹੁਣ ਵਾਹਿਗੁਰੂ ਜਪੀਏ ਤੇ ਸਮਾਪਤੀ ਕਰੀਏ। ਵਾਹਿਗੁਰੂ 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 ਵਾਹਿਗੁਰੂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।